1 upon n plus 2 and up to so on 1 upon n plus n and bar I think 1 by n भी है। इदां दी ਆਪਾਂ लिमिट्स जो है ਉਹਨਾਂ ਨੂੰ ਕਿੱਦਾਂ फाइंड करना है। ठीक है जी। तो इन्हें ਤੁਸੀਂ ਧਿਆਨ ਨਾਲ ਵੇਖੋ ਇਹ ਕੀ ਹੈ ਜੀ ਆਪਣੇ ਕੋਲ ਇਹਨੂੰ ਆਪਾਂ ਕਲੋਜ਼ਡ ਫਾਰਮ ਵਿੱਚ ਨਾ ਆਪਾਂ ਇਦਾਂ ਲਿਖ ਸਕਦੇ ਹਾਂ this is limit n tending to infinity of 1 by n summation 1 upon n plus r and r is from 1 to n। ठीक है जी। इन 1 by n नहीं है कहते 1 by n is not here। इधर लिख सकते हैं और इथों मैं n by n जो नीचे ना n कॉमन निकल सकता है इथों मेरा क्योंकि समेशन है सिर्फ r के ऊपर डिपेंड करती है। सो इथों मैं लिख जाएगा मेरे को बन जाएगा जी r by n। ठीक है। तो इदां दी लिमिट्स ਆਪਾਂ ਕਿੱਦਾਂ फाइंड करना है ਆਪਣੇ ਕੋਲ ਇੱਕ ਸਿੱਧਾ ਤਰੀਕਾ ਹੈ ਜੀ कि ये लिख लो नोट कर लो वाला summation limit n going to infinity summation of f r by n into 1 by n। ठीक है 1 by n चाहे इथे लिख लो चाहे समेशन तो बाहर लिख लो कोई फर्क नहीं। ठीक है ठीक है and r is from 1 to n। ठीक है this is always equal to integration from 0 to 1 fx dx। ठीक है fx ਕਿਦਾਂ ਬੰਦਾ ਫੰਕਸ਼ਨ ਕਿਦਾਂ ਬਣਾਉਂਦਾ ਹੈ ਕਿ ਜਿਹੜਾ r by n ਇਹਨੂੰ ਸਿਰਫ ਕਰਨਾ ਰਿਪਲੇਸ ਕਰਨਾ ਆਪਾਂ x ਦੇ ਨਾਲ ਬਾਕੀ ਈਜ਼ੀ ਹੈ ਜੀ ਇਹਨੂੰ ਕਰਨਾ ਰਿਪਲੇਸ ਕਰਨਾ ਆਪਾਂ x ਦੇ ਨਾਲ। ठीक है तो हम देखो फिर अपना ऊपर वाला क्वेश्चन जो है उसके नाल अपने को इजी हो जाएगा। तो देखो ठीक है तो इस रिजल्ट के नाल ऊपर लिखा ਆਪਾਂ ਇਹ ਬਣ ਜਾਏਗਾ ਆਪਣੇ ਕੋਲ ਕਿੰਨਾ this is equal to 0 to 1 integration fx fx ਕਿਦਾਂ ਬੰਦਾ ਹੈ ਇਸ rn by n ਨੂੰ x ਨਾਲ ਰਿਪਲੇਸ ਕਰਕੇ ਤੇ ਨਾ x ਨਾਲ ਰਿਪਲੇਸ ਕਰ ਦੇਂਗੇ ਆਪਣੇ ਕੋਲ ਬਣ ਜਾਏਗਾ 1 upon 1 plus x dx and this integration कितनी आएगी this is log of 1 plus x from 0 to 1 बन जाएगा अपने को log 2 to the base e minus log to the base e1 and this is log 2 because log 1 is 0। ठीक है जी इन्हें देख लो एक बार छोटा सा फॉर्मूला ही है ये हर क्वेश्चन अपने को लग जाएगा। ठीक है जी अगर बाय चांस इथे n की जगह पे अल्फा n आ जाए ना ठीक है इथे फिर इस लिमिट ਨੂੰ अल्फा कर दिया करो। ठीक है जी इन्हें ये फॉर्मूला याद रखना है जो एक्चुअली बेसिकली फॉर्मूला नहीं है रीमन इंटीग्रेशन की डेफिनेशन ही है। ठीक है तो इन्हें जरूर अपन याद रखना है अपने काफी क्वेश्चंस अपना काम विच अपना ये काम आएगा। ठीक है जी ਇਹਦੇ ਵਿੱਚ कोई डाउट है तो प्लीज पूछो फिर ਆਪਾਂ ਚੱਲਦੇ हैं अपने डीपीपी डिस्कशन ਦੇ ਉੱਪਰ। ठीक है जी सर एक बार रिपीट कर दो मेरी क्लास हुनी ज्वाइन हुई है। ओके जी ਇਹ ਕਹਿੰਦਾ ਕਿ ਆਪਾਂ ਦੇਖੋ ਕਿ f of r by n ਟਾਈਪ ਦਾ ਫੰਕਸ਼ਨ ਹੈ 1 by n ਨਾਲ ਮਲਟੀਪਲਾਈ ਹੋ ਰਿਹਾ ਐਂਡ ਇਹਦੀ ਸਮੇਸ਼ਨ ਦੀ ਵੈਲਿਊ ਕੱਢਣ ਲਈ ਕਿਹਾ ਹੈ ਆਪਾਂ ਸਮੇਸ਼ਨ ਦੀ ਲਿਮਿਟ ਲਾਈਕ ਦਿਸ ਐਗਜ਼ਾਮਪਲ ਦੇ ਆਪਣੇ ਕੋ ਪਈ 1 upon 1 n plus 1 1 upon n plus 2 plus 1 upon n plus n। ਠੀਕ ਹੈ ਜੀ ਆਪਾਂ ਸਮੇਸ਼ਨ ਕੱਢਣਾ r ਵੇਰੀ ਕਰ ਰਿਹਾ 1 ਤੋਂ ਲੈ ਕੇ n ਤੱਕ ਐਂਡ ਉਹਦੀ ਆਪਾਂ ਲਿਮਿਟ ਕੱਢਣੀ ਇਨਫਿਨਿਟੀ ਦੇ ਉੱਪਰ ਕਿੰਨੀ ਹੁੰਦੀ ਹੈ। ਸੋ ਇਹਦੀ ਲਿਮਿਟ ਆਪਣੇ ਕੱਢਣ ਦਾ ਇੱਕੋ ਤਰੀਕਾ ਹੈ ਕਿ ਇਸ ਜੋ ਲਿਮਿਟ ਹੈ ਇਹਨੂੰ ਇੰਟੈਗਰਲ ਚ ਕਨਵਰਟ ਕਰਨਾ। ਇਸ ਲਿਮਿਟ ਨੂੰ ਇੰਟੈਗਰਲ ਚ ਆਪਾਂ ਕਿੱਦਾਂ ਕਨਵਰਟ ਕਰਦੇ ਹਾਂ ਕਿ ਪਹਿਲਾਂ ਇਹਨੂੰ ਕਲੋਜ਼ਡ ਫਾਰਮ ਵਿੱਚ ਲਿਖ ਲਓ ਇਦਾਂ ਫਿਰ r by n ਨੂੰ ਰਿਪਲੇਸ ਕਰ ਦਿਓ x ਦੇ ਨਾਲ r by n ਨੂੰ x ਨਾਲ ਰਿਪਲੇਸ ਕਰ ਦਿਓ ਲਿਮਿਟ ਥੱਲੇ ਵਾਲੀ 0 ऊपर वाली ये ਇਹਦੇ ਅਕੋਰਡਿੰਗਲੀ ਆਏਗੀ अल्फा n है
ਇੱਥੇ ਲਿਮਿਟ ਅਲਫਾ ਆ ਜਾਏਗੀ। ਜਿਵੇਂ ਇੱਥੇ ਆਪਣਾ n ਸੀਗਾ, ਇੱਥੇ ਆਪਣਾ ਅਲਫਾ 1 ਹੈ, ਸੋ ਲਿਮਿਟ 1 ਆਈ। ਠੀਕ ਹੈ ਜੀ, ਐਗਜ਼ਾਮਪਲ ਨਾਲ ਕਲੀਅਰ ਹੋ ਜਾਏਗਾ ਤੁਹਾਨੂੰ ਵੀ। ਦੇਖੋ ਇੱਥੇ ਸੀਗਾ ਲਿਮਿਟ ਸਮੇਸ਼ਨ ਫਰਮ 1 upon n plus 1 1 upon n plus 2 1 upon n plus 1, ਇਹਨੂੰ ਮੈਂ ਇਸ ਫਾਰਮ 'ਚ ਲਿਖ ਲਿਆ ਕਲੋਜ਼ਡ ਫਾਰਮ ਦੇ ਵਿੱਚ। ਠੀਕ ਹੈ, n ਕਾਮਨ ਕੱਢਿਆ, ਬਣ ਗਿਆ 1 by n 1 upon 1 plus r by n, ਇਹ ਵਾਲੀ ਫਾਰਮ ਬਣ ਗਈ। ਠੀਕ ਹੈ, 1 by n ਚਾਹੇ ਅੰਦਰ ਹੋਏ ਚਾਹੇ ਬਾਹਰ ਲੱਗਾ ਹੋਏ ਕੋਈ ਫਰਕ ਨਹੀਂ, ਕਿਉਂਕਿ ਜੋ ਇਹ ਸਮੇਸ਼ਨ ਹੈ ਇਹ ਸਿਰਫ r ਤੇ ਡਿਪੈਂਡ ਕਰਦੀ ਹੈ, n ਦੇ ਉੱਪਰ ਡਿਪੈਂਡ ਨਹੀਂ ਕਰਦੀ। ਠੀਕ ਹੈ ਜੀ, तो फिर ਉਹ ਵਾਲਾ ਫਾਰਮੂਲਾ ਲਗਾ ਕੇ ਆਪਣਾ ਕਨਵਰਟ ਹੋ ਗਿਆ। ਕਨਵਰਟ ਕਿੱਦਾਂ ਕੀਤਾ, r by n ਨੂੰ x ਨਾਲ ਰਿਪਲੇਸ ਕਰ ਦਿੰਨੇ ਆਪਾਂ। ਸੋ ਆਪਣੇ ਕੋਲ ਕਿਹਦੇ ਚ ਕਨਵਰਟ ਹੋ ਗਿਆ, ਇੰਟੈਗਰਲ ਚ ਕਨਵਰਟ ਹੋ ਗਿਆ 1 upon 1 plus x। ਠੀਕ ਹੈ, ਇਹ ਜਿਹੜਾ 1 plus r by n ਇਹਨੂੰ ਆਪਾਂ ਰਿਪਲੇਸ ਕਰ ਦਿੱਤਾ ਜੀ ਕਿਹਦੇ ਨਾਲ, ਆਪਾਂ ਰਿਪਲੇਸ ਕੀਤਾ x ਦੇ ਨਾਲ, ਤਾਂ ਆਪਣੇ ਕੋਲ ਬਣ ਗਿਆ ਜੀ ਇਹ। ਠੀਕ ਹੈ, 1 plus x 0 to 1, ਅਲਫਾ ਕਿੰਨਾ ਇੱਥੇ 1, ਸੋ ਨਾਓ ਇਟ ਇਜ਼ ਈਜ਼ੀ ਟੂ ਇੰਟੀਗ੍ਰੇਟ ਐਂਡ ਫਾਈਂਡ ਦ ਲਿਮਿਟ। ਠੀਕ ਹੈ ਜੀ, ਲਿਮਿਟ ਨੂੰ n ਨਾਲ ਡਿਵਾਈਡ ਕੀਤਾ ਹੈ ਨਾ, ਹਾਂਜੀ ਲਿਮਿਟਸ ਨੂੰ ਵੀ n ਨਾਲ ਡਿਵਾਈਡ ਕੀਤਾ ਨਹੀਂ, ਨਾ, ਲਿਮਿਟ ਨੂੰ ਕਿਸੇ ਨੇ ਮੈਂ ਕੁਝ ਡਿਵਾਈਡ ਨਹੀਂ ਕੀਤਾ। ਮੈਂ ਕਹਿੰਦਾ ਕਿ ਥੱਲੇ ਵਾਲੀ ਲਿਮਿਟ 0, ਉੱਪਰ ਵਾਲੀ ਇਸ ਅਲਫਾ ਨਾਲ ਜੋ ਲੱਗਾ ਉਹਨੂੰ ਵੇਖ ਕੇ ਲਾ ਲਓ। ਠੀਕ ਹੈ ਜੀ, ਲਿਮਿਟ ਇਸ ਤਰ੍ਹਾਂ ਬਣੀ ਹੈਗੀ ਆ ਵੀ ਆਪਾਂ ਨੀਚੇ ਵਾਲੀ ਮੈਮ 0 ਰੱਖਣੀ ਆਪਾਂ ਹਮੇਸ਼ਾ ਹੀ। ਠੀਕ ਹੈ, ਫਿਲਹਾਲ ਤੱਕ ਦੇ ਆਪਾਂ ਫਿਲਹਾਲ ਆਪਣੇ ਕੋਈ ਜਾਂਦਾ ਕਦੀ ਜਾਂਦਾ ਸਵਾਲ ਨਹੀਂ ਹੈ ਜਿੱਥੇ ਆਪਾਂ ਨੀਚੇ ਵਾਲੀ ਚੇਂਜ ਕਰਨੀ ਪਵੇ। ਉੱਪਰ ਵਾਲੀ ਇਸ ਅਲਫਾ ਨੂੰ ਵੇਖ ਕੇ, ਅਗਰ ਇੱਥੇ 2n ਹੁੰਦਾ ਉੱਪਰ ਵਾਲੀ ਲਿਮਿਟ 2 ਆਣੀ ਸੀ ਫਿਰ। ਠੀਕ ਹੈ ਜੀ, ਓਕੇ ਜੀ, ਓਕੇ ਠੀਕ ਹੈ ਜੀ। ਫਿਰ ਆਪਾਂ ਚੱਲੀਏ ਆਪਣੇ ਡੀਪੀਪੀ ਡਿਸਕਸ਼ਨ ਦੇ ਉੱਪਰ। ਆਈ ਥਿੰਕ ਡੀਪੀਪੀ ਨੰਬਰ 10 ਤੋਂ ਸ਼ੁਰੂ ਕਰਨਾ ਹੈ ਆਪਾਂ। ਸਰ ਅਪਰ ਲਿਮਿਟ ਉਹੀ ਹੋਏਗੀ ਜੋ ਜਿਹੜਾ ਕੋਐਫੀਸ਼ੀਐਂਟ ਹੋਏਗਾ n ਦਾ। ਬਿਲਕੁਲ ਮੈਮ, ਉਹੀ ਉੱਪਰ ਜੋ ਸਮੇਸ਼ਨ ਦੇ ਉੱਪਰ ਜੋ ਹੈਗਾ ਨਾ ਆਪਣੇ ਕੋਲ ਅਲਫਾ ਨਾਲ ਲੱਗਾ n ਦਾ ਕੋਐਫੀਸ਼ੀਐਂਟ ਉੱਪਰ ਲਿਮਿਟ ਹੋਏਗੀ ਆਪਣੀ। ਓਕੇ ਠੀਕ ਹੈ ਜੀ, ਵੈਸੇ ਨੀਚੇ ਵਾਲੀ ਵੀ ਚੇਂਜ ਹੋ ਕੇ ਬਣ ਸਕਦਾ ਸਵਾਲ, ਪਰ ਉਹਦਾ ਦਾ ਕੋਈ ਸਵਾਲ ਜੋ ਆਪਣੇ ਕੋਲ ਨਹੀਂ ਆਇਆ। ਠੀਕ ਹੈ, ਕਦੀ ਆਉਂਦਾ ਨਹੀਂ, ਇਸ ਲਈ ਉਹਨੂੰ ਕਰਨ ਦੀ ਲੋੜ ਨਹੀਂ ਹੈਗੀ। ਓਕੇ ਸਰ, ਓਕੇ ਹਾਂਜੀ ਓਕੇ। ठीक है जी, तो प्रैक्टिस शीट नंबर 10 ਇਹਦੇ ਜੋ ਡਾਊਟਸ ਨੇ ਮੈਨੂੰ ਦੱਸੀ ਜਾਓ। ਠੀਕ ਹੈ, ਫਰਸਟ ਕੁਐਸਚਨ ਹੋ ਗਿਆ ਜੀ ਸਭ ਦਾ। ਪਹਿਲਾ ਸਵਾਲ, ਐਂਡ ਪਲੀਜ਼ ਮਤਲਬ ਹਾਂ ਟਰਾਈ ਤੁਸੀਂ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਐਟਲੀਸਟ ਟਰਾਈ ਜ਼ਰੂਰ ਕੀਤਾ ਹੋਏ। ਜੋ ਸਵਾਲ ਤੁਸੀਂ ਟਰਾਈ ਨਹੀਂ ਕੀਤਾ ਕਿਰਪਾ ਕਰਕੇ ਉਹ ਨਾ ਪੁੱਛਿਓ, ਕਿਉਂਕਿ ਫਿਰ ਤੁਹਾਡਾ ਥਾਟ ਪ੍ਰੋਸੈਸ ਖਰਾਬ ਹੋ ਜਾਏਗਾ ਸਵਾਲ ਦਾ। ਠੀਕ ਹੈ, ਪਲੀਜ਼ ਜਿਹੜਾ ਸਵਾਲ ਤੁਸੀਂ ਪੁੱਛ ਰਹੇ ਤੁਸੀਂ ਟਰਾਈ ਇੱਕ ਵਾਰ ਨੂੰ ਜ਼ਰੂਰ ਕੀਤਾ ਹੋਏ। ਠੀਕ ਹੈ ਜੀ, ਯੈਸ ਸਰ, ਫਸਟ ਹੋ ਗਿਆ ਜੀ ਸਭ ਦਾ। ਯੈਸ ਸਰ, ਸੈਕੰਡ ਦੇ ਆਨਸਰ ਥੋੜੀ ਪ੍ਰੋਬਲਮ ਹੈ ਜੀ, ਇੱਥੇ ਬਾਈ 2 ਕੱਟ ਦੋ, ਬਾਈ 2 ਨਹੀਂ ਆਏਗਾ ਇੱਥੇ। ਸੈਕੰਡ ਕੁਐਸਚਨ ਦੇ ਵਿੱਚ ਬਾਈ 2 ਨਹੀਂ ਆਏਗਾ। ਹੋ ਗਿਆ ਸਭ ਦਾ ਜੀ। ਸਰ ਇੱਕ ਵਾਰੀ ਫਸਟ ਐਕਸਪਲੇਨ ਕਰ ਦਿਓ। ਯੈਸ ਸਰ, ਫਸਟ ਕੁਐਸਚਨ ਟਰਾਈ ਕੀਤਾ ਹੈ ਜੀ। ਹਾਂਜੀ ਸਰ ਕੀਤਾ ਸੀ। ਸੋ ਕਹਿੰਦਾ A4B are in AP, it means A8 is equal to A plus B। ਇਹ ਸਮਝ ਆਉਂਦਾ ਹੈ ਜੀ, ਕਿਉਂਕਿ ਆਪਾਂ ਨੂੰ ਪਤਾ A, B, C are in AP if 2B is equal to A plus C। ਠੀਕ ਹੈ ਜੀ, ਨਾਲੇ ਆਪਾਂ ਨੇ ਕਿਹਾ A to B are in GP। ਠੀਕ ਹੈ, A to B ਕਿਨੇ GPs ਨੇ, it means 2 is equals to 4 is equal to AB। ਇਹ ਵੀ ਲੱਗ ਗਿਆ ਸਮਝ ਜੀ। ਯੈਸ ਸਰ, ਠੀਕ ਹੈ, ਜਾਂ ਫਿਰ ਹੁਣ ਫਿਰ ਕੀ ਕਰੋ, ਇੱਥੋਂ ਬਣਾ ਲਓ ਆਪਣੀ ਤੁਸੀਂ, ਇੱਥੋਂ ਬਣ ਜਾਏਗਾ ਜੀ ਆਪਣੇ ਕੋਲ ਕੀ ਬਣ ਜਾਏਗਾ, ਆਪਾਂ A ਤੇ B ਕੱਢਣੇ ਆ, ਆਪਣੇ ਕੋਲ ਬਣ ਜਾਏਗੀ ਇਕੁਏਸ਼ਨ x² minus 8x plus 4 equal to 0। ਇੱਥੋਂ x ਦੀਆਂ ਦੋ ਵੈਲਿਊਜ਼ ਆਉਣਗੀਆਂ, ਇੱਕ ਆਪਣਾ A ਬਣ ਜਾਏਗਾ, ਇੱਕ ਆਪਣਾ B ਬਣ ਜਾਏਗਾ। ਫਿਰ ਤੁਸੀਂ ਚੈੱਕ ਕਰ ਸਕਦੇ ਹੋ A1 B APs ਨੇ GPs ਨੇ ਕੱਚ ਨੇ। ਠੀਕ ਹੈ, ਜਾਂ ਤੁਸੀਂ ਧਿਆਨ ਨਾਲ ਹੋਰ ਵੇਖੋ ਕਿ ਆਈ ਥਿੰਕ 0 4 and 8, ਪਰ ਨਹੀਂ 0 ਨਹੀਂ ਆਪਾਂ ਲੈ ਸਕਦੇ ਕਿ A to B are GPs ਨੇ, ਸੋ ਥੋੜਾ ਲੱਭਣੇ ਮੁਸ਼ਕਲ ਹੋ ਜਾਣਗੇ। ਹੋ ਸਕਦਾ ਪਰ ਲੱਭ ਵੀ ਸਕਦੇ ਨੇ ਜਲਦੀ, ਪਰ ਉਹ ਤਰੀਕਾ ਤੁਸੀਂ ਲਾ ਲਓ। ਠੀਕ ਹੋ ਜਾਏਗਾ ਜੀ, ਫਸਟ ਕੁਐਸਚਨ ਹੋ ਜਾਏਗਾ ਜੀ। ਹਾਂਜੀ, ਸੈਕੰਡ ਦੇ ਉੱਪਰ ਪਹੁੰਚਦੇ ਆਪਾਂ ਜੀ। If in an AP of 101 terms
the 51st term, ठीक है, is 30, then sum of the series 51st term 38 means a plus 50 d 30 है, ठीक है जी। पूछा सम ऑफ द सीरीज कितनी टर्म्स ने 101 टर्म्स ने, मतलब 101 टर्म्स का सम कितना पूछा आपने को, दिस विल बी 101 by 2 2 into a plus 100 d, ठीक है जी। दिस इज 101, एक मिनट रुको जी, ठीक है जी। सो दिस इज 2 कॉमन कर लो, 2 और 2 कैंसिल हो जाएगा, अंदर बच जाएगा अपने को a प्लस, अंदर बच जाएगा अपने को, प्लीज माइक बंद करो जी, ये बन जाएगा अपने को a प्लस 50d एंड a प्लस 50d की अपने को वैल्यू पता 30, दिस इज 101 मल्टीप्लाइड बाय 30, ये आंसर आएगा। तो d ਕੱਟ ਦੋ, ਕਿਉਂ ਬਾय 2 ਕੱਟ ਦੋ ਇਥੋਂ। ਇਸ ਕੁਐਸਚਨ ਨੂੰ ਕਰਨ ਦਾ ਇੱਕ ਹੋਰ ਬਹੁਤ ਸੌਖਾ ਤਰੀਕਾ ਜੀ, ਇੱਕ ਤਰੀਕਾ ਦੇ ਰਿਹਾ, ਉਹ ਇਤੋਂ ਵੀ ਸੌਖਾ ਹੈ। ਉਹਨੇ ਕਿਹਾ ਕਿ AP ਆ ਜਿਹਦੇ ਚ 101 ਟਰਮਸ ਨੇ, ਜਿਹਦੀ 51st ਟਰਮ 30 ਆ, ਠੀਕ ਹੈ ਜੀ। ਤੁਸੀਂ ਮੈਨੂੰ ਇਹਦੀ ਇੱਕ AP ਦੱਸੋ ਜਿਹਦੀ 51st ਟਰਮ 30 ਹੋਵੇ, ਹਾਂਜੀ कोई इदां दी एपी दसो जिहदी 51st टर्म 30 होए, कांस्टेंट एपी ले लो 30 30 30 30 वाली, सारी टर्म्स 30 ने जेदियां, बट दी 51st टर्म भी 30 है, बड़ा सम पूछा है, सम कितना आएगा 30 मल्टीप्लाई 101, इजी, ठीक है जी। ओके सर। यस सर। ठीक है जी, सो इट्स इजी।
ठीक है जी। नेक्स्ट क्वेश्चन नंबर 3, इफ ए बी सी आई एंड एपी। हाँ ਸਰ ਇੱਕ ਉੱਪਰ ਵਾਲਾ ਦੱਸ ਦਿਓ, ਜਿਵੇਂ ਹੁਣੇ 30 into 101 ਲਿਖਿਆ, ਉਹ 30 AP 30 ਵਾਲੀ ਕਿਵੇਂ ਬਣਾ ਦਿੱਤੀ? मैडम अपने क्वेश्चन तो ने सिर्फ इना क्या है कि एक एपी आ ਜਿਹਦੀ 51th ਟਰਮ ਜਿਹੜੀ ਆ ਉਹ 30 ਆ। ਮੈਂ ਇਦਾਂ ਦੀ ਇੱਕ ਆਪਣੇ ਕੋਲ ਏਪੀ ਲੈ ਲਈ ਜਿਹਦੀ 51th ਟਰਮ 30 ਹੋਏ, ਠੀਕ ਹੈ। ਤੁਸੀਂ ਕੋਈ ਹੋਰ ਵੀ ਲੈ ਸਕਦੇ ਸੀ ਜਿਹਦੀ 51 ਟਰਮ 30 ਹੋਏ, ਠੀਕ ਹੈ। ਸਮ ਇੰਨਾ ਹੀ ਆਏਗਾ, ਜਿਹੜੀ ਮਰਜ਼ੀ ਏਪੀ ਹੋਏ। ਹੋ ਸਕਦੀ ਹੈ ਕਿ ਸਾਰੇ ਡਿਜਿਟਸ ਸੇਮ ਲੈਤੇ ਹੈ। ਬਿਲਕੁਲ ਮੈਮ ਏਪੀ ਆ, ਇਹਨਾਂ ਦਾ ਡਿਫਰੈਂਸ 0, ਇਹਨਾਂ ਦਾ ਡਿਫਰੈਂਸ 0, ਸਭ ਦਾ ਡਿਫਰੈਂਸ 0, ਡਿਫਰੈਂਸ ਕਾਮਨ ਜਾ ਰਿਹਾ ਫਿਰ ਵੀ, ਠੀਕ ਏਪੀ ਹੈਗੀ ਹੈ, ਠੀਕ ਹੈ। ਠੀਕ। ਸੋ ਦਿਸ ਇਜ਼ ਐਨ ਈਜ਼ੀਅਰ ਮੈਥਡ ਦੂਜੇ ਨਾਲੋਂ, ਹਾਲਾਂਕਿ ਔਖਾ ਵੀ ਨਹੀਂ ਹੈ, ਉਹ ਵੀ ਇੱਕ ਅੱਧੇ ਮਿੰਟ ਦਾ ਹੀ ਹੈ। ਨੈਕਸਟ ਇਜ਼ ਇਫ ਏ ਬੀ ਸੀ ਆਰ ਇਨ ਏਪੀ then e raised to power a, e raised to power b, e raised to power c are in what? ਇਹ easy ਹੈ ਜੀ, ਹੋ ਗਿਆ ਹੈਗਾ ਸਭ ਦਾ ਜਾਂ ਨਹੀਂ? ਕਿਸੇ ਦਾ ਨਹੀਂ ਦੱਸੋ ਮੈਨੂੰ। ਹਾਂਜੀ easy ਹੈ ਜੀ ਇਹ, a b c are in ap, ਲਾਈਕ ਤੁਸੀਂ ਲੈ ਲਓ 1 3 5, ਠੀਕ ਹੈ ਜੀ। e raised to power ਕੀ ਬਣ ਜਾਏਗਾ? e cube e raised to power 5. This is a gp whose common ratio is e square, ठीक है जी। सो AP कैंसिल हो गया, HP कैंसिल हो गया, ठीक है। वैसे तो सीधा आंसर ला सकते हो GP, बट नन ऑफ दीज जो दिता होवे थोड़ा आंसर एक बार वेरीफाई कर लिया करो। उन्हें कहा ABC are in AP, उन्हें ਤੁਸੀਂ ਇਦਾਂ ਲਿਖ ਸਕਦੇ ਹੋ B minus D, B and B plus D, ठीक है। ਹੁਣ ਫਿਰ e raised to power a ਕੀ ਬਣ ਜਾਏਗਾ? e raised to power B minus D, e raised to power B and e raised to power B plus D, and you can check this is a GP whose common ratio is e raised to power D, ठीक है जी, easy. Yes. The sum of all 3-digit numbers which when divided by 4 yield 1 as a remainder. I think the answer से कोई problem है शायद, हो जाएगा easy question है जी ये। Yes sir. Yes sir. Okay. Fifth question, which term of this GP is 1 by 729? Question हो गया सब दा fifth के नहीं? Yes sir हो गया। सब दा हो गया जी। 10 दिन आना कोई क्वेश्चन नहीं होया हैगा। क्वेश्चन नंबर 6 देखो जी। सर सेकंड आंसर बता दो सम एक ऑफ द बार। सीरीज 2 + 6 + 18 + 4374, ये जीपी है ना। उस फर्स्ट टर्म इज 2, कॉमन रेशियो इज 3, 2 3 are 6, 6 3 are 18, हो जाएगा जी भी इजी है फिर। Yes sir. हो गया गाइड, करवा दो। Yes sir. करवा दा जी। देखो जीपी ਦਾ ਸਮ ਆਪਾਂ ਨੂੰ ਪਤਾ ਕੀ ਹੁੰਦਾ, ਅਗਰ ਆਪਣੇ ਕੋਲ जीपी ਹੋਏ a SAR plus AR square plus AR cube like this, ठीक है जी। ਇਹਦਾ ਸਮ ਦਾ n ਟਰਮਸ ਦੇ ਸਮ ਦਾ ਫਾਰਮੂਲਾ ਕੀ ਹੁੰਦਾ ਹੈ ਆਪਣੇ ਕੋਲ? this is a r power n minus 1 upon r minus 1, ਜਦੋਂ ਆਪਣਾ r not equal to 1 ਹੋਏ ਉਦੋਂ ਫਾਰਮੂਲਾ a ਹੁੰਦਾ, ਠੀਕ ਹੈ ਜੀ। ਹੁਣ ਇੱਥੇ ਆਪਣਾ a ਕਿੰਨਾ ਹੈ ਜੀ? 2, ਠੀਕ ਹੈ ਜੀ। r ਕਿੰਨਾ ਹੈ ਆਪਣਾ? 3। ਆਪਾਂ ਨੂੰ ਵੇਖਣਾ ਆਪਣਾ ਨੰਬਰ ਆਫ ਟਰਮਸ ਕਿੰਨੀਆਂ ਨੇ। ਆਪਾਂ ਨੂੰ ਲਾਸਟ ਟਰਮ ਪਤਾ ਹੈ ਨਾ, ਉੱਥੋਂ ਆਪਣਾ ਕਰਨਾ ਪਏਗਾ ਕਿੰਨੀਆਂ ਟਰਮਸ ਆਉਂਦੀਆਂ ਨੇ। ਮੰਨ ਲਓ ਇਹ ਫਸਟ ਟਰਮ ਹੈ, ਇਹ ਸੈਕੰਡ ਟਰਮ ਹੈ। nth ਟਰਮ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ? an is equal to a r power n minus 1। nth ਟਰਮ ਹੈ ਕਿੰਨੀ ਆ? 4374। ਇਹ ਕਿੰਨਾ ਜੀ ਆਪਣੇ ਕੋਲ? 2, r ਕਿੰਨਾ ਹੈ? 3 ਦੀ ਪਾਵਰ n minus 1। ਇਹ 4374 2 ਇਧਰ ਆ ਕੇ ਡਿਵਾਈਡ ਹੋ ਜਾਏਗਾ। ਹਾਂਜੀ 4374 ਨੂੰ 2 ਨਾਲ ਡਿਵਾਈਡ ਕਰੋ, ਕਿੰਨਾ ਆਂਸਰ ਆਇਆ ਜੀ? 2187। 2187। ਹਾਂਜੀ ਹੁਣ ਫਿਰ 2187 ਦੀ ਫੈਕਟਰਾਈਜ਼ੇਸ਼ਨ ਕਰ ਦੋ, ਕਿੰਨਾ ਆਏਗਾ ਜੀ ਆਂਸਰ? ਪਾਵਰ ਕਿੰਨੀ ਆਏਗੀ? 3 ਦੀ 3 ਪਾਵਰ 7 ਆ ਰਿਹਾ ਜੀ। ਹਾਂਜੀ तो कंपेयर करो, n minus 1 is equal to 7 and n is equal to 8, ठीक है जी। मतलब 8 टर्म्स ने जीपी ਦੇ ਵਿੱਚ। ਆਪਾਂ ਕਰਨਾ ਸਮ, ਸੋ S8 ਹੋਏਗਾ ਇੱਥੇ, S8 will be ਇਹ ਫਾਰਮੂਲਾ ਲੱਗੇਗਾ ਜੀ, ਇਹ ਵਾਲਾ। a ਕਿੰਨਾ ਜੀ ਆਪਣੇ ਕੋਲ? 2, r ਕਿੰਨਾ ਹੈ ਆਪਣੇ ਕੋਲ? 3 ਪਾਵਰ n ਨੰਬਰ ਆਫ ਟਰਮਸ 8 minus 1 upon 3 minus 1, ਇਹ ਤੇ ਕੈਂਸਲ ਹੋ ਜਾਏਗਾ। this is 3 raised to power 8, 3 raised to power 7 ਕਿੰਨਾ ਹੈ? 2187। तो एक हो एक बार 3 मल्टीप्लाई कर लो, 2187 मल्टीप्लाइड बाय 3 कितना आंसर आएगा जी? 6561। ठीक है। सो दिस इज 6561 minus 1, दिस इज 6560, ऑप्शन बी, ठीक है जी।
प्योर कैलकुलेशन बेस्ड क्वेश्चन ਸੀਗਾ ਇਹ 'ਚ ਕੁਝ ਔਖਾ ਕੁਝ ਨਹੀਂ ਸੀਗਾ ਇਹ ਸਟੈਂਡਰਡ ਕੁਐਸਚਨ ਜਿਹੜਾ ਆਪਣੀ ਕਿਤਾਬਾਂ 'ਚ +1 +2 ਦੀਆਂ 'ਚ ਪਾਇਆ ਜਾਂਦਾ ਹੈ ਚਲਿਏ ਅੱਗੇ ਜੀ ਰੈਸ਼ਨਲ ਨੰਬਰ having decimal expansion this ਇਹ ਹੋ ਗਿਆ ਸਭ ਦਾ ਜੀ ਆਈ ਥਿੰਕ ਮੈਂ ਦਾ ਸੋਲੂਸ਼ਨ ਭੇਜਿਆ ਵੀ ਸੀ ਗਰੁੱਪ ਦੇ ਵਿੱਚ then question number 9 the sum of first 10 terms of this series ਇਹ ਹੋ ਗਿਆ ਸਭ ਦਾ ਜੀ No sir, please करवा दो. No sir. ਓਕੇ ਦੇਖੋ ਜੀ ਮੈਨੂੰ ਇੱਕ ਹੋਰ ਪੇਜ ਤੇ ਕਰ ਦੇਣਾ अपने क्वेश्चन है अपने को a plus 1 by a the square plus a square plus 1 by a square the square plus a cube plus 1 by a cube the cube and up to so on sum पूछा अपने को 10 terms का sum ठीक है जी 10 terms का sum कितना है पूछा अपने को अगर तुसी पहले ब्रैकेट ਨੂੰ ਖੋਲੀਏ ਆਪਣੇ ਕੋਲ ਬਣ ਜਾਏਗਾ a square plus 1 by a square plus 2 second bracket ਨੂੰ ਖੋਲੋਗੇ a power 4 plus 1 by a power 4 plus 2 ठीक है then a power 6 plus 1 by a power 6 plus 2 यही बन रहा जी सब दा फर्स्ट टर्म ਨੂੰ ਲਾਗੇ ਬ੍ਰੈਕਟ ਚ ਰੱਖ ਲਓ a square plus a power 4 plus a power 6 and up to so on. Second terms 1 by a square plus 1 by a power 4 plus 1 by a power 6 to so on. जो third term ਨੂੰ ਵੱਖਰਾ 2 plus 2 plus 2 ठीक है ਇਹਦੇ ਵਿੱਚ ਕਿੰਨੀਆਂ 10 terms ठीक है ਇਹਦੇ ਵਿੱਚ ਕਿੰਨੇ ਲੈਣੇ ਆਪਾਂ 10 terms लेकिन लेना ਆਪਾਂ ਨੀਵੇਂ ਲੈਣੀ ਆਪਾਂ 10 terms ठीक ਹੁਣ ਦੇਖੋ ਇਹ जीपी ਹੈ whose first term is a square and common ratio is a square so sum ਹੋਏਗਾ a square ਦੀ power 10 minus 1 upon a square minus 1 इधर देखो first term is 1 by a square common ratio is 1 by a square ठीक है इधर हो जाएगा 20 ठीक है जी हो जाएगा फॉर्म को बस कैलकुलेशन ही बस हो जाएगा जी क्वेश्चन है फिर कोई आंसर नहीं बन रहा है Yes sir. बन जाएगा आंसर बन जाएगा मैं बना के भेजा है ग्रुप ਦੇ ਵਿੱਚ आंसर ठीक अगर बनाना है आंसर बन जाएगा अपने को 1 minus a square upon a square a square वाला a square ना कैंसिल हो जाएगा ठीक है जी तो अपने को बनेगा a square a power 20 minus 1 upon a square minus 1 ठीक है ऊपर अपने को की बन जाएगा जी देखो हाँ जी 1 minus a power 20 upon a the power 20 into 1 minus a square ठीक है इन्हें थोड़ी सेटिंग कर लो a the power 20 minus 1 upon a square minus 1 ठीक है ਹੁਣ ਜੋ ਕੁਝ ਕਾਮਨ ਨਿਕਲਦਾ ਹੈ ਕੱਢ ਲਓ a ਦੀ ਪਾਵਰ 20 1 ਕਾਮਨ ਨਿਕਲ ਰਿਹਾ ਅਪਨ a ਸਕੁਅਰ 1 ਕਾਮਨ ਨਿਕਲ ਰਿਹਾ ਠੀਕ ਹੈ ਜਿੱਥੇ ਬਚ ਗਿਆ a ਸਕੁਅਰ ਬਚਦਾ ਪਿਆ ਇੱਥੇ ਉੱਥੇ ਆਪਣਾ ਕਿੰਨਾ ਬਚ ਗਿਆ a ਦੀ ਪਾਵਰ 20 ਬਚਦਾ ਪਿਆ ਕੋਈ ਕੈਲਕੂਲੇਸ਼ਨ ਚੈੱਕ ਕਰ ਲਿਓ ਥੋੜੀਆਂ ਜੀ ਠੀਕ ਹੈ ਸੋ a ਦੀ ਪਾਵਰ 20 1 ਅਪਨ a ਸਕੁਅਰ 1 is a ਦੀ ਪਾਵਰ 22 1 ਅਪਨ a ਦੀ ਪਾਵਰ 20 20 हाँ जी मैच कितना आंसर हुआ कि नहीं है जी ठीक है ओके ठीक है जी नेक्स्ट क्वेश्चन नंबर 10 x is equal to this y is equal to this z is equal to this ठीक है जी ते ये पूछा अपने को कुछ सम बस नहीं गया अपना कोई ओके ठीक है एक सम रह गया अपना जी क्वेश्चन नंबर 7 ਨਾਲ ਰੱਬ ਕਰ ਦੇਣਾ ਲਿਖਣ ਦੀ ਲੋੜ ਤੇ ਨਹੀਂ ਹੁਣ ਕੋਈ
ਲਾਈਵ ਕਲਾਸ ਲੱਭ ਜਾਏਗਾ ਇਹਨੂੰ ਲੋਡ ਪਈ ਦਾ। ਠੀਕ ਹੈ ਜੀ 7th ਕੁਐਸਚਨ ਰਹਿ ਗਿਆ। ਹਾਂਜੀ 7th ਨੂੰ ਕਿੱਦਾਂ ਕੀਤਾ ਇਹਦੇ ਨਾਲ ਦਾ ਕੁਐਸਚਨ ਪਹਿਲਾਂ ਆਪਾਂ ਕੀਤਾ ਵੀ ਹੈ ਜੀ। ਠੀਕ ਹੈ ਜੀ ਸਰ ਰਾਈਟ ਸਾਈਡ ਜੀਪੀ ਬਣ ਜੂਗੀ। ਜੀਪੀ ਬਣ ਰਹੀ। ਇੱਕ ਤਰੀਕਾ ਹੋਰ ਸੌਖਾ ਹੈ ਜੀ, ਜੋ ਵੀ ਆਨਸਰ ਹੋਣਾ x ਦਾ ਇਨ ਟਰਮਸ ਆਫ y ਹੋਣਾ, ਡੀ ਆਪਸ਼ਨ ਦੇ ਵੈਸੇ ਕੈਨਸਲ ਹੋ ਗਈ। ਠੀਕ ਹੈ ਜੀ ਹੁਣ ਦੇਖੋ ਅਗਰ ਮੈਂ x ਨੂੰ 0 ਪੁੱਟ ਕਰਾਂ, 0 ਮਤਲਬ y ਨੂੰ 0 ਪੁੱਟ ਕਰਨ ਤੇ x 0 ਹੋਣਾ ਚਾਹੀਦਾ, ਸੋ y ਨੂੰ 0 ਇੱਥੇ ਪੁੱਟ ਮੈਂ ਕਰ ਹੀ ਨਹੀਂ ਸਕਦਾ, x ਇੱਥੇ 1 ਆ ਰਿਹਾ ਹੈ, ਇੱਕ ਆਪਸ਼ਨ ਬਚਦੀ ਹੈ ਆਪਣੇ ਕੋਲ ਆਪਸ਼ਨ C। ਸਰ ਰਿਪੀਟ ਕਰਿਓ ਪਲੀਜ਼। ਪਹਿਲੀ ਗੱਲ ਤੇ x ਪੁੱਛਿਆ ਨਾ, x ਦੀ ਵੈਲਿਊ ਇਨ ਟਰਮਸ ਆਫ y ਹੋਣੀ ਹੈ ਆਪਣੇ ਕੋਲ, ਆਪਸ਼ਨ D ਤੇ ਕੈਨਸਲ ਹੋ ਗਈ ਵੈਸੇ ਹੀ। ਠੀਕ ਹੈ ਜੀ ਹਾਂਜੀ ਸਰ। ਦੂਜਾ ਉਹਨੇ ਕਿਹਾ x ਦਾ ਮੋਡ ਨਾ ਲਿਖਣਾ ਚਾਹੀਦਾ ਸੀਗਾ ਕਿ ਮੋਡ ਆਫ x is less than 1, it should have been mentioned here। x ਨੂੰ 0 ਪੁੱਟ ਕਰ ਲਓ, x ਨੂੰ 0 ਪੁੱਟ ਕੀਤਾ ਇੱਥੇ 0 + 0 ਸਕੁਅਰ y ਕਿੰਨਾ ਆ ਗਿਆ 0। ਠੀਕ ਹੈ ਜੀ ਸੋ x 0 ਤੇ y 0, ਮਤਲਬ ਕਿਹੜੀ ਆਪਸ਼ਨ ਚੋਂ y 0 ਬਣ ਸਕਦਾ, ਇਹਦੇ ਤੇ y 0 ਬਣਨਾ ਹੀ ਨਹੀਂ ਹੈਗਾ, y ਨੂੰ 0 ਪੁੱਟ ਕੀਤਾ 1/0 ਬਣ ਜਾਣਾ, ਤੇ ਜੀ ਡਿਫਾਈਨਡ ਹੀ ਨਹੀਂ ਹੈਗੀ। ਠੀਕ ਹੈ ਆਪਸ਼ਨ ਇਹ ਕਹਿੰਦੀ ਹੈ ਇੱਥੋਂ x ਦੀ ਵੈਲਿਊ ਹਮੇਸ਼ਾ 1 ਹੁੰਦੀ ਹੈ, ਪਰ ਆਪਣੀ ਵੈਲਿਊ x ਦੀ ਕਿੰਨੀ ਹੈ 0 ਆ ਰਹੀ ਹੈ, ਇੱਥੋਂ ਆਪਸ਼ਨ ਇਹ ਵੀ ਕੈਨਸਲ ਹੋ ਗਿਆ। ਇੱਥੇ ਆ ਕਿ y ਨੂੰ 0 ਪੁੱਟ ਕਰਨ ਤੇ ਆਪਣਾ x 0 ਹੁੰਦਾ ਹੈ, ਅਗਰ x is equals to y upon 1 plus y ਹੋਏ, x ਨੂੰ 0 ਪੁੱਟ ਕਰੋ y ਨੂੰ 0 ਪੁੱਟ ਕਰੋ, ਸੈਟੀਸਫਾਈ ਇਹ ਹੁੰਦਾ ਪਿਆ ਹੈ, ਆਪਸ਼ਨ C ਬਚਦਾ ਹੈ। ਬਾਕੀ ਜਿਹੜਾ ਕਿ ਸਿੱਧਾ ਤਰੀਕਾ ਆਪਾਂ ਕਲਾਸ ਵਿੱਚ ਕੀਤਾ ਹੀ ਆ, ਠੀਕ ਹੈ ਉਸ ਤਰੀਕੇ ਨਾਲ ਵੀ ਇਹਨੇ ਹੋ ਜਾਣਾ। ਠੀਕ ਹੈ ਜੀ ਯੈਸ ਸਰ। okay then this question, x is given to be this, y is this, z is also this, and gp ਨਹੀਂ ਦਿੱਤੀਆਂ ਆਪਾਂ ਨੂੰ। ਠੀਕ ਹੈ and x y z ਕੀ ਨੇ, gp is the sum ਹੈ, and ਆਪਾਂ ਨੂੰ ਪੁੱਛਿਆ ਗਿਆ x y z is equals to x plus y z ਕਿੰਨਾ ਚੋਂ ਕਿਹੜਾ ਰਿਲੇਸ਼ਨ ਹੋਲਡ ਕਰਦਾ ਹੈ। ਇੱਕ ਸਿੱਧਾ ਤਰੀਕਾ ਆਪਣੇ ਕੋ x ਕਿੰਨਾ ਜੀ ਆਪਣਾ, ਹਾਂਜੀ 1/1 - a, y ਕਿੰਨਾ ਜੀ ਆਪਣੇ ਕੋ 1/1 - b, and z ਕਿੰਨਾ ਜੀ ਆਪਣੇ ਕੋਲ 1/1 - ab। ਠੀਕ ਹੈ ਜੀ ਇੱਥੋਂ ਮੈਂ ਆਪਣਾ a ਕੱਢ ਲੂੰਗਾ। ਠੀਕ ਹੈ ਕਿੰਨਾ ਆਏਗਾ ਜੀ a ਮੇਰੇ ਕੋਲ ਇੱਥੋਂ ਕੀ ਬਣ ਜਾਏਗਾ ਮੇਰੇ ਕੋਲ 1 - a is equals to 1/x and 1 - 1/x। x is equal to 1/1 - a ਕਿਵੇਂ ਲਿਖ ਲਾ? ਦੇਖੋ x ਆਪਣੇ ਕੋਲ ਕੀ ਹੈ ਜੀ, summation n from 0 to infinity of a ਦੀ ਪਾਵਰ n। n ਨੂੰ 0 ਪੁੱਟ ਕੀਤਾ 1 ਬਣ ਗਿਆ, n ਨੂੰ 1 ਪੁੱਟ ਕੀਤਾ a ਬਣ ਗਿਆ, a ਦਾ ਸਕੁਅਰ ਬਣ ਗਿਆ, a ਦਾ ਕਿਊਬ ਬਣ ਗਿਆ, a ਦੀ ਪਾਵਰ 4 ਬਣ ਗਿਆ। ਇਹ ਕੀ ਹੈ, this is infinite gp, its sum is 1/1 - a। similarly for y, similarly for z। ਠੀਕ ਹੈ ਜੀ ਆਪਣੇ ਕੋ ਆ ਗਿਆ x is equals to 1/1 - a। ਠੀਕ ਹੈ ਜੀ ਰੈਸੀਪ੍ਰੋਕਲ ਕਰ ਦੋ, 1/x is equals to 1 - a and a is equals to 1 - 1/x। a ਆਪਣੇ ਕੋਲ ਕਿੰਨਾ ਆ ਗਿਆ ਜੀ x - 1/x। ਠੀਕ ਹੈ ਜੀ ਕੈਲਕੂਲੇਸ਼ਨ ਵੇਖ ਲਿਓ ਕਦੀ ਕੋਈ ਮਿਸਟੇਕ ਨਾ ਹੋਏ ਬਸ। ਠੀਕ ਹੈ ਸਿਮਿਲਰਲੀ ਆਪਣੇ ਕੋਲ b ਆ ਜਾਏਗਾ y - 1/y and z ਆਪਣੇ ਕੋਲ ਸੌਰੀ ab ਆਪਣੇ ਕੋਲ ਕਿੰਨਾ ਆ ਜਾਏਗਾ ਜੀ z - 1/z। ਠੀਕ ਹੈ ਜੀ a ਦੀ ਵੈਲਿਊ x - 1/x, b ਦੀ ਵੈਲਿਊ 1 - 1/y ਇੱਥੇ ਪੁੱਟ ਕਰ ਦੋ। ਠੀਕ ਹੈ ਜੀ ਹੁੰਦੇ ਹੋ ਜਾਏਗਾ ਸੀ ਫਿਰ। ਠੀਕ ਹੈ ਇਹਨੂੰ ਖੋਲ ਕੇ ਆਪਾਂ ਚੈੱਕ ਕਰ ਲਾਂਗੇ ਕਿਹੜਾ ਆਪਣਾ ਰਿਲੇਸ਼ਨ ਜੋ ਹੈ ਉਹ ਬਣਦਾ ਪਿਆ ਆਪਣਾ। ਠੀਕ ਹੈ ਜੀ ਇੱਕ ਤਰੀਕਾ ਤੇ ਕਿਹਦੇ ਵਿੱਚ ਪੁੱਟ ਕੀਤੀ ਵੈਲਿਊਜ਼, ਇਹ ਇੱਥੇ ਆ ਗਿਆ ਨਾ ab = z - 1/z, a ਦੀ ਵੈਲਿਊ ਇੱਥੇ ਪੁੱਟ ਕਰਤੀ, b ਦੀ ਵਾਲੀ ਵੈਲਿਊ ਉਹ ਵੀ ਇੱਥੇ ਪੁੱਟ ਕਰਤੀ। ਓਕੇ ਸਰ। ਠੀਕ ਹੈ ਇੱਕ ਤਰੀਕਾ ਤੇ ਇਹਨੂੰ ਸੋਲਵ ਕਰੋਗੇ ਜਿਹੜੀ ਤੁਹਾਡੀ ਆਪਸ਼ਨ ਹੈਗੀ ਉਹ ਆਪਣੇ ਕੋਲ ਬਣ ਜਾਏਗੀ। ਠੀਕ ਹੈ ਜੀ ਇਹ ਬਣ ਜਾਏਗਾ, ਸੋਲਵ ਕਰਨ ਦੀ ਲੋੜ ਤਾਂ ਨਹੀਂ ਆਈ ਥਿੰਕ। ਇਹਨੂੰ x y ਨਾਲ ਮਲਟੀਪਲਾਈ ਕਰ ਦੋ, z ਨਾਲ ਮਲਟੀਪਲਾਈ ਕਰ ਦੋ, ਇੱਧਰ ਆਪਣੇ ਕੋਲ z ਬਣ ਜਾਏਗਾ zx - 1 y - 1 is equals to xy z - 1। ਠੀਕ ਹੈ ਜੀ ਇੱਧਰ ਆਪਣੇ ਕੋਲ ਬਣ ਜਾਏਗਾ z xy - x - y plus 1, ਇੱਧਰ ਬਣ ਜਾਏਗਾ xyz - xy। ਠੀਕ ਹੈ ਜੀ ਇਹ ਬਣ ਜਾਏਗਾ ਆਪਣੇ ਕੋਲ zxy - zx - zy plus z is equals to xyz
माइनस एक्स वाई, सो एक्स वाई जेड कैंसिल हो जाएगा, ठीक है। एक्स वाई जेड इस ऑप्शन च आ रहा है, ऑप्शन ए तो वैसे कैंसिल हो गया, अपना एक्स वाई जेड नहीं आ रहा, जेड अपना कला आ रहा है, ठीक है। जेड सिंगल केड़ी ऑप्शन च आ रहा है, सिर्फ ऑप्शन बी च आ रहा है, ठीक है, कला जेड वो किसी च नहीं आ रहा, ऑप्शन बी आंसर, ठीक है जी। यस सर। ठीक है, अब इनू करन दा एक होर तरीका अपने को है जी, देखते हैं किहड़ा बनदा है, ट्राई करते हैं होर तरीके नाल, जे बन गया अपना कुछ हो जाएगा ਉਹਦੇ ਨਾਲ भी आई थिंक, ठीक है जी। x ਨੂੰ क्या a ਨੂੰ क्या पुट कर लो, a ਨੂੰ 0 पुट कर लो, ठीक है जी, ਤੇ ਫਿਰ x ਕਿੰਨਾ ਆ ਜਾਏਗਾ, ਹਾਂਜੀ a ਨੂੰ 0 ਪੁट ਕੀਤਾ, x ਕਿੰਨਾ ਆਏਗਾ सर 0 ਧਿਆਨ ਨਾਲ, तो आ जाएगा सर ਹਾਂਜੀ 1 1 आएगा ना, देखो x कितना है, x अपने को है a ਦੀ ਪਾਵਰ 0 प्लस a ਦੀ ਪਾਵਰ 1, फर्स्ट टर्म ਤੇ 1 ਹੀ ਹੈ ਜੀ, ठीक है, बाकी ਅੱਗੇ 0 ਪੁੱਟ ਹੋਏਗਾ, x 1 ਆਏਗਾ, a ਨੂੰ 0 ਪੁੱਟ ਕਰਨ ਤੇ x ਕਿੰਨਾ ਆ ਰਿਹਾ ਆਪਣਾ 1 ਆ ਰਿਹਾ, b ਨੂੰ ਪੁੱਟ ਕਰ ਲਓ ਤੁਸੀਂ 1/2, ठीक है, सो अपने को कितना आ जाएगा, दिस इज 1/1 माइनस 2 आ जाएगा y, दैट इज y अपने को 2 आ गया, ठीक है, ਤੇ z ਕਿੰਨਾ ਹੋ ਗਿਆ, ਇੱਥੇ a b 0 ਹੋ ਗਿਆ, z ਵੀ 1 ਆ ਜਾਣਾ ਆਪਣਾ, ठीक है, तो x ਨੂੰ 1 y ਨੂੰ 2 z ਨੂੰ 1 ਪੁੱਟ ਕਰਕੇ ਵੇਖ ਲਓ, ਆਪਸ਼ਨਸ ਕੈਨਸਲ ਹੋ ਜਾਣਗੀਆਂ, ਐਟਲੀਸਟ 2 ਤੇ ਹੋ ਜਾਣਗੀਆਂ, ठीक है, थर्ड फिर अपने को किसी होर पुट करके देख लो ना भी अपने को आ जाएगा आंसर, ठीक है जी। सो पहले एक ऑप्शन पुट करके देखो, x y z कितना बन गया 2, x प्लस y प्लस z कितना बन गया जी 4, ऑप्शन ए दी कैंसिल होगी, ठीक है जी। इधर बन गया x into z 1 प्लस y z कितना बन गया जी 2, x y कितना बन गया 1 प्लस z कितना है जी, x y बन गया अपने को 2 प्लस 1, ये फिलहाल तो सेटिस्फाई हो रही है जी। ऑप्शन सी देखो, एक्स वाई दिस इज 2 प्लस वाई जेड, हाँ जी वाई जेड कितना बन गया 2 इज इक्वल टू एक्स जेड 1 प्लस वाई 2, इधर 4 बन रहा है तो 3 बन रहा है, कैंसिल होगी। ऑप्शन डी एक्स वाई कितना बन गया जी अपना 2 प्लस एक्स जेड कितना बन गया अपने को 1, वाई जेड अपने को बन गया 2 प्लस 1, ऑप्शन डी भी बच रही है जी, ठीक है, 2 कैंसिल हो गई। नेक्स्ट बजे की करो कि ए ਤੇ b ਨੂੰ दोनों 1/2 पुट कर लो, ठीक है, ए ਨੂੰ 1/2 पुट ਕੀਤਾ ਤਾਂ x अपने को 2 आ गया, b ਨੂੰ 1/2 पुट ਕੀਤਾ z अपने को 2 आ गया, ਇੱਥੇ ਕਿੰਨਾ ਬਣਨਾ ਕਾਮਨ ਰੇਸ਼ੋ 1/4 ਬਣ ਜਾਣਾ, ਇਹਨੇ ਮੇਰੇ ਕੋ ਬਣ ਜਾਣਾ 1/1 - 4, ठीक है, दिस इज बन जाना 4/3, ठीक है, z a बन गया, दिस इज y, ठीक है। ਇਹਨਾਂ ਦੋਵਾਂ ਚ ਪੁੱਟ ਕਰਕੇ ਵੇਖ ਲਓ ਕਿਹੜਾ ਕਿਨੂੰ ਸੈਟੀਸਫਾਈ ਨਹੀਂ ਕਰਦਾ, ਆਈ ਥਿੰਕ ਡੀ ਕੈਂਸਲ ਹੋ ਜਾਏਗਾ, ਸਿਰਫ ਆਪਣੇ ਕੋ ਬੀ ਬਚ ਜਾਏਗਾ, ਠੀਕ ਹੈ ਜੀ। ਤਰੀਕਾ ਹੈ ਵੀ ਸਰ ਇਹ ਵੈਲਿਊਜ਼ ਆਪਣੀ ਮਰਜ਼ੀ ਨਾਲ ਲੈ ਲੈਣੀਆਂ ਵਾ, ਬਿਲਕੁਲ ਮਰਜ਼ੀ ਨਾਲ, ਬਸ ਇਸ ਤਰੀਕੇ ਨਾਲ ਵੇਖਣਾ ਹੈ ਕਿ a ਦਾ ਮੋਡ ਤੇ b ਦਾ ਮੋਡ ਲੈਸ ਦੈਨ 1 ਹੋਣਾ ਚਾਹੀਦਾ, ਤੁਸੀਂ ਜੋ ਮਰਜ਼ੀ ਲੈ ਸਕਦੇ ਹੋ, ਠੀਕ ਹੈ, ਓਕੇ ਸਰ, ਠੀਕ, ਜੋ ਲੈਣਾ ਹੈ a ਤੇ b ਦਾ ਮੋਡ ਲੈਸ ਦੈਨ 1 ਹੋਣਾ ਚਾਹੀਦਾ। ਕੁਐਸਚਨ ਨੰਬਰ 11 ਆਈ ਥਿੰਕ ਹੋ ਗਿਆ ਸੀ ਜੀ, यस सर ਸਰ ਇਹ ਪਲੀਜ਼ ਕਰਵਾ ਦਿਓ 11 ਕਿਉਂਕਿ ਮੈਂ ਟਰਾਈ ਕੀਤੀ ਸੀ, ਇਹ ਹੋਇਆ ਨਹੀਂ ਸਰ। ठीक है जी। उन्हें क्या है जी कि एक मिनट रुको, ओके, इसने क्या है S1 किया जी N1 टर्म्स का सम, S2 किया S3 किया N3 टर्म्स का सम, ठीक है जी। तो एक एपी ले लो अपने को 1 2 3 ले लो एपी, ठीक है जी, N1 ਨੂੰ 1 ले लो, N2 ਨੂੰ 2 ले लो, N3 ਨੂੰ 3 ਲੈ ਲਓ, ਠੀਕ ਹੈ। ਸੋ ਇਸ ਫਿਰ ਇਸ ਕੇਸ ਚ ਆਪਣਾ S1 ਕੀ ਬਣੇਗਾ, N1 ਟਰਮ ਦਾ ਸਮ ਹੈ ਨਾ, N1 ਆਪਣਾ 1 ਇਟ ਮੀਨਸ S1 ਕੀ ਆ ਇੱਕ ਟਰਮ ਦਾ ਸਮ, S2 ਦੋ ਟਰਮਸ ਦਾ ਸਮ, S3 3 ਟਰਮਸ ਦਾ ਸਮ, ਸੋ ਫਿਰ ਆਪਣੇ ਕੋ S1 ਕਿੰਨਾ ਆ ਜਾਏਗਾ, ਫਰਸਟ ਟਰਮ ਦਾ ਸਮ ਮਤਲਬ 1, S2 ਮਤਲਬ 2 ਟਰਮਸ ਦਾ ਸਮ ਮਤਲਬ 1 + 2 3, ਐਂਡ S3 ਮਤਲਬ 3 ਟਰਮਸ ਦਾ ਸਮ 3 + 2 5 + 1 6। ਪੁੱਟ ਕਰਕੇ ਦੇਖੋ S1 ਕਿੰਨਾ ਹੈ ਜੀ, S1 ਇਜ਼ 1, N1 कितना है 1, N2 - N3, N2 is 2 - 3 तो -1 आ गया, प्लस S2 कितना है 3, N2 कितना है 2, N3 - N1 3 - 1 2 आ गया, प्लस S3 कितना है 6, N3 कितना है 3, N1 - N2, N1 कितना है जी 1, N2 कितना है 2, so this is -1 + 3, ਇੱਥੇ ਕਿੰਨਾ ਬਚ ਗਿਆ ਜੀ ਆਪਣੇ ਕੋਲ 2 into this is -1,
0 आंसर आ गया। ऑप्शन ए 0 है, बी ऑप्शन ਤੇ ਕੈਨਸਲ ਹੋ ਗਈ 1 ਹੈ। ऑप्शन सी की S1 S2 S3 मतलब प्रोडक्ट 1 into 3 3 3 6 are 18 ऑप्शन सी ए है। ऑप्शन डी कितनी है N1 into N2 into 3 मतलब 6 है 6। ऑप्शन सी भी कैंसिल हो गया, ऑप्शन डी भी कैंसिल होगी, ऑप्शन ए इज द राइट आंसर। ठीक है जी, ਸਿੱਧੇ ਤਰੀਕੇ ਨਾਲ ਸਵਾਲ ਕਰਨ ਜਾਓਗੇ ਪੱਕਾ ਫਸੋਗੇ। ਪੁੱਟ ਕਰਨ ਵਾਲਾ ਤਰੀਕਾ ਪ੍ਰਾਇਮਰੀ ਰੱਖੋ ਜੀ ਇਹਨਾਂ ਸਵਾਲਾਂ 'ਚ। ਠੀਕ ਹੈ ਜੀ, ਸਰ ਨਹੀਂ ਮੈਂ ਐਵੇਂ ਹੀ ਪੁੱਟ ਕੀਤੇ ਸੀ ਜਿੱਦਾਂ ਤੁਸੀਂ ਕਰਵਾਏ ਨਾ ਹੁਣ S1 S1 N1 ਟਰਮ ਦਾ ਸਮ S2 2 ਹਾਂਜੀ, ਟਰਮਸ ਹਾਂਜੀ। ਆ ਮੈਂ ਕੀਤਾ ਸੀ ਏਦਾਂ ਹੀ, ਪਰ ਮੈਨੂੰ ਪਤਾ ਨਹੀਂ ਸ਼ਾਇਦ ਮੈਂ ਨਾ ਮਾਈਨਸ ਦਾ ਸਮ ਮਾਈਨਸ ਆ ਰਿਹਾ ਨਾ ਹਾਂ ਇੱਥੇ ਤਾਂ ਉਹ ਮਾਈਨਸ ਮੈਂ ਆ ਰਿਹਾ, ਇਗਨੋਰ ਕਰ ਹਾਂ ਗਈ। ਇਹਨਾਂ ਦੋਨਾਂ 'ਚ ਮਾਈਨਸ ਆ ਰਿਹਾ। ਠੀਕ ਹੈ, ਹਾਂਜੀ, ਕੋਈ ਉਹ ਨਹੀਂ, ਮਾੜੀ ਮੋਟੀ ਗਲਤੀ ਹੋ ਜਾਂਦੀ, ਕੋਈ ਨਹੀਂ, ਕੁਝ ਠੀਕ ਹੈ। ਹਾਂਜੀ ਚਲਿਏ ਅੱਗੇ। ਹਾਂਜੀ ਯੈਸ Then question number 12, a to the power x is equal to b to the power y equal to c the power z. ਇਹਦਾ r in gp, abc r in gp, then x y z ਕਾਦੇ ਚ ਹੋਣਗੇ ਜੀ, ਇਹ ਪੁੱਛਿਆ ਨੇ ਆਪਣੇ ਕੋ। ਠੀਕ ਹੈ, ਇਹ ਬਣਾ ਕੇ ਵੇਖ ਲਓ, ਸ਼ਾਇਦ ਬਣ ਜਾਏਗਾ। ਆਈ ਥਿੰਕ 2 4 ਤੇ 8 ਆਪਾਂ ਲੈ ਲੈਨੇ gp, ਇਹਦਾ ਸਕੁਅਰ 64 ਹੁੰਦਾ ਹੈ, ਇਹਦਾ ਕਿਊਬ 64 ਹੁੰਦਾ ਹੈ, ਇਹਦੀ ਪਾਵਰ 664 ਹੁੰਦਾ ਹੈ, ਹੈਨਾ, ਇਕੁਅਲ ਨੇ ਸਾਰੇ। ਬਣ ਗਿਆ ਨਾ a ਦੀ ਪਾਵਰ x is equal to b ਦੀ ਪਾਵਰ y equal to c ਦੀ ਪਾਵਰ z। ਠੀਕ ਹੈ, ਉਹਨੇ ਪੁੱਛਿਆ, ਹੁਣ ਦੇਖੋ abc gp's ਨੇ 2 4 ਤੇ 8 gp's ਨੇ ਨਾ, ਤੇ ਜਿਹੜਾ ਆਨਸਰ ਆਪਣਾ ਆਇਆ ਉਹ ਵੀ ਇਕੁਅਲ ਆਇਆ। ਉਹਨੇ ਪੁੱਛਿਆ ਇਹਦੇ ਬਾਰੇ x y z ਕਾਦੇ ਚ ਹੋਣਗੇ। x ਕਿੰਨਾ 6 3 2 6 3 2 ਕਾਦੇ ਚ ਹੋਣਗੇ ਜੀ। ਉਹਨੇ ਪਹਿਲਾਂ ਕਹਿੰਦਾ ap ਚ ਤੇ ਨਹੀਂ ਹੈਗੇ, gp ਚ ਵੀ ਨਹੀਂ ਹੈਗੇ, hp ਬਚਿਆ, hp ਨੂੰ ਆਨਸਰ ਹੋਣਾ ਪੈਣਾ। ਤੁਸੀਂ ਚੈੱਕ ਕਰ ਲਓ 1/6 1/3 ਤੇ 1/2 ਇਹ ਏਪੀਜ਼ ਨੇ, ਸੋ ਦੈਟਸ ਵਾਈ 632 ਕੀ ਨੇ, ਐਚਪੀਜ਼ ਨੇ। ਠੀਕ ਹੈ ਜੀ, ਯੈਸ ਸਰ। ਠੀਕ। 13th, if the term of an infinite GP is first term ਹੋਣਾ ਜੀ ਇੱਥੇ, if the first term ਕਰ ਲਓ ਸ਼ਾਇਦ। ਠੀਕ ਹੈ, ਮਿਸਿੰਗ ਰਹਿ ਗਿਆ। if the first term of an infinite GP is equal to twice the sum of all the other, then common ratio। ਅਤੇ ਕੁਐਸਚਨ ਆਪਾਂ ਕਰ ਚੁੱਕੇ ਹਾਂ। ਕਹਿੰਦਾ ਜਿਹੜੀ ਫਸਟ ਟਰਮ ਆ is equal to twice sum of ਬਾਕੀ terms ਦਾ sum ਦਾ ਡਬਲ ਦੇ ਇਕੁਅਲ ਹੈ। AR plus AR square plus AR cube like this। ਦੋਨੋਂ ਸਾਈਡ ਤੋਂ a ਕਾਮਨ ਕੱਢ ਕੇ ਕੈਨਸਲ ਕਰ ਦਿਓ, ਇਧਰ ਬਣ ਜਾਏਗਾ ਆਪਣੇ ਕੋ 1/2 is equal to r ਵੀ ਕਾਮਨ ਕੱਢ ਲਓ ਅੰਦਰ, ਤੁਸੀਂ ਚਾਹੇ ਕਰਨਾ ਤੇ। ਠੀਕ ਹੈ, ਅੰਦਰ ਬਚ ਜਾਏਗਾ ਆਪਣੇ ਕੋ r plus r square plus r cube like this। ठीक है, तो सम कितना आएगा जी a, फर्स्ट टर्म इथे कितनी r ऑन कॉमन रेशियो 1 minus r। सॉल्व करके ਤੁਹਾਡੇ ਕੋ ਆਨਸਰ ਆ ਜਾਏਗਾ ਇੱਥੋਂ। it will be 1 minus r is equal to 2r, so 3r is equal to 1 and r is equal to 1/3, so option d। ठीक है जी, Yes, sir. there are x number of ams, that is okay, n ਹੋਣਾ ਇੱਥੇ। ਠੀਕ ਹੈ, n ਕਰ ਲਓ, n ਹੋਏਗਾ ਜੀ ਇੱਥੇ। there are n number of am that lie between 3 and 17, the ratio of last mean to first mean is 3:1, find the value of n। ਆਪਾਂ ਕੀਤਾ ਨਾ am ਦਾ ਫਾਰਮੂਲਾ, ith mean ਦਾ ਫਾਰਮੂਲਾ ਕੀ ਹੁੰਦਾ ਜੀ, a plus I into b minus a upon n plus 1। ਇਹ ਫਾਰਮੂਲਾ ਕੀਤਾ ਨਾ ਆਪਾਂ। ਹਾਂਜੀ ਸਰ। ਯੈਸ ਸਰ। तो n ਆਪਾਂ ਲੱਭਣਾ ਹੈ। ਠੀਕ ਹੈ, तो ਫਸਟ ਮੀਨ ਤੇ ਲਾਸਟ ਮੀਨ ਦੀ ਰੇਸ਼ੋ ਦਿੱਤੀ ਆਪਾਂ ਨੂੰ a1, ਲਾਸਟ ਮੀਨ ਕਿੰਨਾ ਹੋਏਗਾ an। ਠੀਕ ਹੈ ਜੀ, तो ਉੱਥੋਂ ਹੋ ਜਾਏਗਾ ਫਿਰ ਫਸਟ ਮੀਨ ਟੂ ਦੀ ਲਾਸਟ ਮੀਨ 3:1 ਇਥੇ 3/1 ਆ ਜਾਏਗਾ। a ਕਿੰਨਾ ਜੀ ਆਪਣਾ 3, i ਦੀ ਵੈਲਿਊ 1 and b minus a 17 minus 3 ਕਿੰਨਾ ਹੋ ਗਿਆ ਜੀ 14 upon 14 n plus 1 and ਇੱਥੇ ਕਿੰਨਾ ਆਏਗਾ 3 plus i ਕਿੰਨਾ ਆਏਗਾ ਜੀ n, b 14 upon n plus 1। ਸੋਲਵ ਕਰਕੇ ਆ ਜਾਏਗਾ ਤੁਹਾਡੇ ਕੋਲ ਆਨਸਰ, ਹੋ ਜਾਏਗਾ ਜੀ। ਇਹ ਛੱਡ ਦਿਆਂ ਇਹਨੂੰ ਮੈਂ। ਹਾਂਜੀ ਸਰ। ਯੈਸ ਸਰ। ਤੁਸੀਂ ਵੇਖਣਾ ਤਾਂ ਵੇਖ ਲਓ ਕਰਕੇ ਕਿੰਨਾ ਬਣਦਾ। n plus ਬਣ ਜਾਏਗਾ 3n plus 17। ਠੀਕ ਹੈ ਜੀ, then 3n 17n plus 3। ਠੀਕ ਹੈ, ਫਿਰ ਵੇਖ ਲਓ ਕਿੰਨਾ ਹੁੰਦਾ। so 51n plus 9 is equal to 3n
plus 17 I think ठीक जा रहा मैं 51n minus 3n कितना बन गया जी 48n कोई कैलकुलेशन मिस्टेक आई थिंक ਜਾਂ ਕੋਈ ਹੋਰ ਮਿਸਟੇਕ ਹੈਗੀ ਇਹਦੇ ਚ and 17 minus 9 2 n ਤੇ 1 n should be an integer ਕੋਈ ਮਿਸਟੇਕ ਹੈ ਕੁਝ ਮੈਂ ਵੇਖ ਲੈਣਾ ਠੀਕ ਕੀ ਹੈ ਜੀ ਸਰ a1 ਨਹੀਂ ਹੈ ਅਪੋਨ ਚ ਜਿਹੜਾ ਤੁਸੀਂ 3 + n n+1 ਕੀਤਾ ਹੈ n ਇੱਥੇ 1 ਨਹੀਂ ਕਿੱਥੇ ਜੀ ਇੱਥੇ ਤਾਂ i1 ਹੈ ਨਾ i1 ਹੁੰਦਾ ਸਰ ਲਾਸਟ mean. ਟੂ ਫਰਸਟ ਮੀਨ ਦਿੱਤਾ ਹੋਇਆ ਲਾਸਟ ਟੂ ਫਰਸਟ ਮੀਨ ਦਿੱਤਾ ਹੋਇਆ ਤੁਸੀਂ ਫਰਸਟ ਮੀਨ ਟੂ ਲਾਸਟ ਮੀਨ ਲਿਖਿਆ ਓਕੇ ਜੀ 1/3 ਕਰ ਲਓ ਹਾਂਜੀ ਹੋ ਸਰ ਜਾਏਗਾ ਠੀਕ ਹੈ ਹੁਣ ਹੋ ਜਾਏਗਾ ਓਕੇ ਠੀਕ ਹੈ ਜੀ ਛੱਡਦਾ ਨੂੰ ਫਿਰ ਕਰ ਲੋਗੇ ਜੀ ਇਹਨੂੰ ਕੰਪਲੀਟ ਕਰ ਲਿਓ ਇਹਨੂੰ ਯੈਸ ਸਰ ਠੀਕ ਹੈ ਕੈਲਕੂਲੇਸ਼ਨ ਨਹੀਂ ਜਾਣੀ ਨੈਕਸਟ ਇਜ਼ ਦਿਸ 3 + 3 alpha + 3 alpha scale is equal to 45/8 find the value of alpha ਸੌਖਾ ਜੀ 3 ਨਾਲ ਪਹਿਲਾਂ ਡਿਵਾਈਡ ਕਰ ਦੋ ਤੁਹਾਡੇ ਕੋਲ ਬਚ ਗਿਆ 1 + alpha + alpha square is equal to 9/8 इधर बन गया 1/1 - alpha is equal to 9/8 and this can be written as 1 upon ਸਰ ਇਹਨਾਂ ਤੁਸੀਂ 15 ਵੇਖ ਆਏਗਾ ਲਓ ਹਾਂਜੀ 9/8 ਨਹੀਂ 15/8 okay sorry this is 15/8 this is 15/8 ठीक है जी कैलकुलेशंस करके ਤੁਸੀਂ ਇਹਨੂੰ ਵੇਖ ਲਓ ਕਿੰਨਾ ਆਨਸਰ ਆਇਆ ठीक है जी हो जाएगा जी ये next is sir. a is equal to this b is equal to this ठीक है जी then a/b ਕਦੇ ਇਕੁਅਲ ਹੀ ਪੁੱਛਿਆ ਨੇ ਜੀ ਓਕੇ ਜੀ ਓਕੇ ਇਹ ਵੈਸੇ ਆਪਣਾ ਕਿੰਨਾ ਆਏਗਾ ਜੀ 1/1 - r ਦੀ ਪਾਵਰ a ਠੀਕ ਹੈ ਜੀ and b is equal to what 1/1 - r ਦੀ ਪਾਵਰ b ਠੀਕ ਹੈ a/b ਦੀ ਵੈਲਿਊ ਪੁੱਛੀ ਆਪਣੇ ਕੋ ਤਾਂ r ਦੀ ਪਾਵਰ a ਦੀ ਵੈਲਿਊ ਕਿੰਨੀ ਆਏਗੀ ਜੀ ਵੇਖੋ ਜ਼ਰਾ ਇੱਕ ਵਾਰ ਹਾਂਜੀ ਕਿੰਨਾ ਆਏਗਾ ਜੀ 1 - 1/a. 1 - 1/a Yes sir. Solve करके a - 1/a आ जाएगा. a - 1/a ਆ ਜਾਏਗਾ ਸਿਮਿਲਰਲੀ r ਦੀ ਪਾਵਰ b ਆ ਜਾਏਗਾ ਹੈ ਨਾ b - ਹਾਂਜੀ, sir. 1/b b ਆ ਜਾਏਗਾ ਇਹ ਪੁੱਛਿਆ ਆਪਣੇ ਕੋ a/b ਦੀ ਵੈਲਿਊ ਪੁੱਛੀ ਇਹਨੇ ਕੋਈ ਥਿੰਕ ਓਕੇ ਜੀ ਵੇਨੇ ਸਰ ਲੋਗ ਲਿਖ ਨਹੀਂ ਸਕਦੇ ਸਰ ਇੱਥੇ ਲੋਗ ਅਪਲਾਈ ਕਰਕੇ ਹੋ ਜਾਏਗਾ ਬਿਲਕੁਲ 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 ਜੀ ਬਿਲਕੁਲ ਇੱਕ ਮਿੰਟ ਹੋ ਜਾਏਗਾ ਠੀਕ ਠੀਕ ਹੈ ਇੱਥੋਂ log ਅਪਲਾਈ ਕਰਕੇ a ਦੀ ਵੈਲਿਊ ਕੱਢ ਲਓ ਇੱਥੋਂ log ਅਪਲਾਈ ਕਰਕੇ b ਦੀ ਵੈਲਿਊ ਕੱਢ ਲਓ ਤਾਂ ਤੁਹਾਡਾ ਕੁਐਸਚਨ ਬਣ ਜਾਏਗਾ ਹੋ ਜਾਏਗਾ ਜੀ Yes sir. ਯੈਸ ਸਰ ठीक है हो जाएगा Sn is equal to this where Sn denote sum of first n terms of an AP then common difference ठीक है common difference ਪੁੱਛਿਆ ਨਾ ਕਰਨ ਦੀ ਕੋਈ ਲੋੜ ਨਹੀਂ ਕੁਝ ਕੱਢਣ ਦੀ ਲੋੜ ਨਹੀਂ Sn is equal to ਨੇ ਪਹਿਲਾਂ ਸਿੰਪਲ ਫਾਰਮ ਚ ਲਿਖੋ this is nr plus n square by 2 minus n by 2 into t n square ਦਾ ਕੋਐਫੀਸ਼ੀਐਂਟ ਕਿੰਨਾ ਜੀ ਇੱਥੇ into t ਨਾਲ ਇੱਧਰ ਵੀ ਲੱਗੇਗਾ ਠੀਕ ਹੈ ਆਪਾਂ ਨੂੰ ਪਤਾ ਨਾ whenever sn ਜਿਹੜੀ ਆ ਆਪਣੇ ਕੋ alpha n square plus beta n ਫਾਰਮ ਦੀ ਹੁੰਦਾ ਹਮੇਸ਼ਾ ap ਲਈ ਠੀਕ ਹੈ ਤੇ ਜੋ ਇਹਦਾ ਫਸਟ ਟਰਮ ਇਹਦੀ ਹੁੰਦੀ ਹੈ alpha plus beta and common difference ਦਾ ਹੁੰਦਾ 2 alpha alpha where alpha is what n square ਦਾ ਕੋਐਫੀਸ਼ੀਐਂਟ ਇੱਥੇ n square ਦਾ ਕੋਐਫੀਸ਼ੀਐਂਟ ਕਿੰਨਾ ਹੈ ਜੀ ਇੱਕ ਦੇ ਨਾਲ 2 ਲੱਗਾ ਹੈ ਨਾਲ t/2 ਕੋਐਫੀਸ਼ੀਐਂਟ n square ਦਾ तो common difference कितना होता है 2 times coefficient of n square so t d answer ठीक है जी ਯੈਸ ਓਕੇ ਸਰ ठीक ਸਰ है ਇਹਦੇ ਵਿੱਚ n ਸਕੁਅਰ ਦਾ ਮਤਲਬ n ਤਾਂ n r ਵੀ ਆ ਨਾ ਨਾਲ ਤੇ ਬਾਕੀ ਟਰਮਸ ਇਗਨੋਰ ਮਤਲਬ ਨਹੀਂ ਕੰਸੀਡਰ ਹੋ ਗਏ ਸਿਰਫ n ਸਕੁਅਰ ਹੀ ਲੈਣਾ ਇਹਦੇ ਵਿੱਚੋਂ ਨਾ, ਜਿਹਦਾ ਅਲਫਾ ਸਕੁਅਰ ਅਲਫਾ ਪਲੱਸ n ਸਕੁਅਰ ਦੇ ਬੀਟਾ ਨਾਲ ਜਦੋਂ ਕੰਪੇਅਰ ਕਰਨਾ alpha n square plus beta n कंपेयर करना है n ਹਾਂਜੀ square ਨਾਲ ਟਰਮ ਕਿੱਥੋਂ ਆਣੀ ਹੈ n square ਨਾਲ ਟਰਮ ਇੱਕੋ ਹੀ ਹੋਣੀ ਬੰਨੀ ਨਹੀਂ ਕਿਤੇ ਹੋਰ ਇੱਥੇ n ਵਾਲੇ ਯੈਸ ਸਰ ਟਰਮਸ ਨੇ ਕੱਲੀ ਬੰਨੀ ਇੱਥੋਂ ਆ ਤੇ ਹੋਰ ਕਿਤੇ ਬੰਨੀ ਨਹੀਂ ਰਹੀ ਓਕੇ ਜੇ ਇਦਾਂ ਦਾ ਕੁਐਸਚਨ ਵੀ ਆ ਜਾਵੇ ਤਾਂ ਸਿਰਫ ਮਤਲਬ ਜਿਹੜੇ ਕੁਆਡ੍ਰੇਟਿਕ ਇਕੁਏਸ਼ਨ ਚ ਆਏਗਾ ਤਾਂ ਸਰ ਉਹਦੇ ਨਾਲ n ਸਿਰਫ square ਵਾਲੇ ਸਕੁਅਰ ਕੋਐਫੀਸ਼ੀਐਂਟ ਸਾਰੇ ਚੁੱਕ ਲਓ ਮੰਨ ਲਓ ਇੱਥੇ ਇਦਾਂ ਹੁੰਦਾ ਕਿ n square r ਹੁੰਦਾ
ਠੀਕ ਹੈ ਯੈਸ ਸਰ ਪਲੱਸ n/2 n-1 into t ਹੁੰਦਾ ਫਿਰ ਆਪਾਂ n ਸਕੁਅਰ ਸਾਰੇ ਚੁੱਕਣੇ ਇੱਥੋਂ ਕਿੰਨਾ ਆ ਰਿਹਾ ਇੱਥੋਂ ਕਿੰਨਾ ਆਉਣਾ ਸੀ ਇੱਥੋਂ 1/2 t ਆਉਣਾ ਸੀ ਠੀਕ ਹੈ ਓਕੇ ਫਿਰ ਤਾਂ ਡਬਲ ਕਰਨਾ ਸੀ ਆਪਾਂ ਫਿਰ ਆਪਣੇ ਕੋਲ 2r + t ਹੋ ਜਾਣਾ ਸੀ ਓਕੇ ਸਰ ਠੀਕ ਹੈ n ਸਕੁਅਰ ਦੇ Yes, sir. ਲੈਣੇ ਕੋਐਫੀਸ਼ੀਐਂਟ ਆਪਾਂ ਠੀਕ ਹੈ ਸਰ ਓਕੇ ਕੁਐਸਚਨ ਨੰਬਰ 18 ਹੋ ਗਿਆ ਸਭ ਦਾ ਜੀ ਇਦਾਂ ਏਪੀ ਚ ਕਿਹਾ ਉਹਨੇ ਤੁਸੀਂ ਏਪੀ ਲੈ ਲਓ ਆ ਵਾਲੀ 1 2 4 ਲਾਈਕ ਦਿਸ ਸਰ ਜੀ n ਨੂੰ 1 ਸੌਰੀ ਜੀਪੀ ਠੀਕ ਹੈ ਜੀਪੀ ਲਈ ਮਤਲਬ ਲੈ ਮੈਂ ਜੀਪੀ ਰਿਹਾ ਬੋਲੇ ਪੀ ਰਿਹਾ ਹੋ ਜਾਂਦਾ ਕਦੀ ਕਦੀ n ਨੂੰ 1 ਲੈ ਲਓ ਠੀਕ ਹੈ ਜੀ ਇੱਥੇ ਬਣ ਜਾਏਗਾ ਕਿੰਨਾ log a1 ਬਣ ਜਾਏਗਾ ਸਾਰਾ ਕੁਐਸਚਨ ਹੁੰਦੇ ਬਸ ਉਹ ਸੋਲਵ ਹੀ ਕਰਨਾ ਉਹਨੇ ਬਾਅਦ ਇਹ ਬਣ ਜਾਏਗਾ log an n ਨੂੰ ਆਪਾਂ 1 ਲੈ ਰਹੇ ਹਾਂ ਮਤਲਬ log of 1 ਕਿੰਨਾ ਬਣਿਆ ਜੀ log of 1 0 ਜਾਂ ਤੁਸੀਂ ਇਹਨੂੰ ਕੀ ਕਰੋ ਇਹ ਵਾਲੀ ਏਪੀ ਲਓ 1 e ਸਕੁਅਰ ਇਦਾਂ ਕਰਕੇ ਇਦਾਂ ਲਓ ਠੀਕ ਹੈ ਸੋ ਆਪਣੇ ਕੋ a1 ਕਿੰਨਾ ਜੀ 1 a2 ਕਿੰਨਾ ਜੀ e a3 ਕਿੰਨਾ ਹੈ e ਸਕੁਅਰ ਇਦਾਂ ਠੀਕ ਹੈ ਸੋ log of a1 ਕਿੰਨਾ ਬਣ ਜਾਏਗਾ ਆਪਣੇ ਕੋਲ 1 ਇਹ ਬਣ ਗਿਆ log of a2 log of e ਸੌਰੀ ਇੱਥੇ 0 ਬਣਿਆ 1 log of ਹਾਂਜੀ ਇਹ log a2 ਮਤਲਬ e ਸਕੁਅਰ ਕਿੰਨਾ ਬਣ ਗਿਆ 2 ਠੀਕ ਹੈ ਜੀ 3 4 5 6 7 8 ਠੀਕ ਹੈ ਜੀ ਇਹ ਬਣੇਗਾ ਸਰ n ਨੂੰ 1 ਪੁੱਟ ਕਰ ਰਹੇ ਹਾਂ ਅਸੀਂ n ਨੂੰ 1 ਪੁੱਟ ਕਰ ਰਹੇ ਆਪਾਂ ਠੀਕ ਹੈ ਜੀ ਡਿਟਰਮੀਨੈਂਟ ਕਿੰਨਾ ਜੀ ਆਇਆ ਤਾਂ 0 ਆਇਆ ਤਾਂ ਹਾਂਜੀ ਸਰ ਥੋੜਾ ਸਿੰਪਲੀਫਾਈ ਕਰਵਾ ਦਿਓ ਪਲੀਜ਼ ਇਹ ਵਾਲਾ ਕੁਐਸਚਨ ਦੇਖੋ ਮੈਂ ਕੁਝ ਨਹੀਂ ਕਹਿ ਰਿਹਾ ਕਹਿੰਦਾ ਕਿ a1 a2 a3 ਜੀਪੀ ਚ ਨਹੀਂ ਮੈਂ ਕਹਿੰਦਾ ਤੁਸੀਂ ਇਹ ਜੀਪੀ ਲੈ ਲਓ e ਤੁਸੀਂ e ਤੋਂ ਹੀ ਕਰ ਲਓ ਸ਼ੁਰੂ e ਤੋਂ ਹੀ ਕਰ ਲਓ ਸ਼ੁਰੂ ਜਿਹਦੀ ਫਸਟ ਟਰਮ e ਆ ਸੈਕੰਡ ਟਰਮ e ਸਕੁਅਰ ਆ ਥਰਡ ਟਰਮ e ਕਿਊਬ ਹੈ ਇਹ ਜੀਪੀ ਹੈ ਨਾ ਇਹਨੂੰ ਨੂੰ 1 ਲਾਉਂਗਾ ਮੈਂ ਇਹਨੂੰ ਮੈਂ ਕਹਿੰਦਾ 1 ਪੁੱਟ ਕਰ ਲਓ ਸੋ Yes, ਫਸਟ ਟਰਮ ਕੀ sir. ਬਣੇਗੀ log of a1 ਕਿੰਨਾ e Yes, sir. तो log e कितना आ गया 1 ये बनेगा Yes. n plus 1 a2 बन जाएगा a2 कितना Yes, e sir. स्क्वायर log of e स्क्वायर 2 बन गया an plus 3 बन Okay. जाएगा a3 log of a3 मतलब log of e क्यूब वो 3 बन जाएगा ठीक है ਓਕੇ So ਓਕੇ ਏਦਾਂ ਹੀ ਸਰ log of e ਨੂੰ ਤੁਸੀਂ ਉਹ ਕਰੀ ਜਾ ਰਹੇ ਹੋ ਆਪਸ ਵਿੱਚ ਹੋ ਜਾਂਦੇ ਆ ਕੈਨਸਲ ਹੋ ਹਾਂਜੀ। ਜਾਂਦੇ ਨਾ log e बिल्कुल log of e 1 क्यूब ਹੋ ਜਾਂਦਾ ਐਕਚੁਅਲੀ ਔਰ ਪਾਵਰ ਬਚ ਜਾਂਦੀ ਠੀਕ ਹੈ ਸਰ हाँ ठीक ਅੱਗੇ है ਆ ਕੇ ਠੀਕ ਇਹਦਾ ਹੈ ਡਿਟਰਮੀਨੈਂਟ ਆਪਾਂ ਨੂੰ ਪਤਾ ਹੀ ਹੈ ਵੈਸੇ ਪਤਾ 0 ਹੁੰਦਾ ਡਿਟਰਮੀਨੈਂਟ ਦਾ ਠੀਕ ਹੈ ਜੀ ਯੈਸ ਸਰ ਯੈਸ ਦਾ ਡਿਟਰਮੀਨੈਂਟ ਕਿੰਨਾ ਹੁੰਦਾ ਹੈ ਜੀ 0 ਈਜ਼ੀ ਹੁਣ ਸਿੱਧੇ ਤਰੀਕੇ ਨਾਲ ਕਰਨ ਜਾਓਗੇ ਸਮ ਲੰਬੇ ਬੰਨੇ ਇਦਾਂ ਹੀ ਸਮ ਕਰੋ ਠੀਕ ਹੈ क्वेश्चन नंबर 19 है क्वेश्चन नंबर बहुत बार कर चुके हैं जी coefficient of x to the power 99 this is negative sum of roots negative बार roots का sum 1 plus 2 last 100 तक ठीक है this is minus हाँ जी 100 into 100 1 by 2 कितना आंसर आ गया जी this is minus 5050 ऑप्शन सी नेगेटिव आंसर आई एक करिया ये तो बनना नहीं ठीक है जी हो गया जी क्वेश्चन नंबर 20 इफ द इंटीरियर एंगल कुछ पूछा नहीं पता नहीं कुछ मिसिंग है रहने तो ठीक है चलिए आगे जी फिर नेक्स्ट आंसर शीट नेक्स्ट वर्कशीट ऊपर दिस वाज नंबर 10 आई थिंक नंबर 11 सब दी होगी मेरे ख्याल ਨਾਲ काफी डिस्कस कर ली सी क्लास चो फिर भी एक कोई नंबर 11 ਤੇ ਪਹੁੰਚਦੇ ਹਾਂ ਜੀ ठीक है जी प्रैक्टिस शीट 11 सो पहला सम हो गया जी सब दा सम ऑफ ऑड नेचुरल नंबर्स कितना ਹੁੰਦਾ ਜੀ n ਸਕੁਅਰ अगर नहीं भी याद कुछ नहीं करो n ਨੂੰ 1 ਪੁੱਟ ਕਰੋ ठीक है जी n ਨੂੰ ਜ਼ਰਾ 1 ਪੁੱਟ ਕਰੋ ਇੱਥੋਂ ਫਿਰ ਕਿੰਨਾ ਆਏਗਾ ਸਿਰਫ 1 ਆਏਗਾ n ਨੂੰ 1 ਪੁੱਟ ਕੀਤਾ ਇੱਥੇ ਇੱਥੋਂ 1 ਬਣ ਰਿਹਾ ठीक है तो
ਇਹਨੂੰ 2 ਪੁੱਟ ਕਰ ਲਓ, ਕਿੰਨਾ ਬਣ ਜਾਏਗਾ ਜੀ 4, ਸਮ 4 ਆਉਣਾ ਚਾਹੀਦਾ। ਇੱਥੇ ਇਹਨੂੰ 2 ਪੁੱਟ ਕੀਤਾ, ਕਿੰਨਾ ਆ ਗਿਆ 3/2, ਠੀਕ ਹੈ ਜੀ। ਇੱਥੇ ਇਹਨੂੰ 2 ਪੁੱਟ ਕੀਤਾ, 2 ਨਾਲ 2 ਕੈਂਸਲ ਹੋ ਜਾਏਗਾ, 2 + 1 3, ਹਾਂਜੀ into 5 15 ਆ ਰਿਹਾ ਇੱਥੋਂ, ਇਹ ਤਾਂ ਕੈਂਸਲ ਹੋ ਗਈ, ਇਹ ਵੀ ਕੈਂਸਲ ਹੋ ਗਈ, 4 ਆਉਣਾ ਚਾਹੀਦਾ, ਇੱਥੋਂ 4 ਆ ਰਿਹਾ, ਇੱਥੋਂ ਵੇਖੋ ਇਹਨੂੰ 2 ਪੁੱਟ ਕੀਤਾ, 2 into 3 into 4/3, ਇੱਥੋਂ ਕਿੰਨਾ ਆ ਰਿਹਾ ਜੀ 8 ਆ ਰਿਹਾ, ਇਹ ਵੀ ਕੈਂਸਲ ਹੋ ਗਈ, ਆਪਸ਼ਨ ਸੀ ਆਂਸਰ, ਠੀਕ ਹੈ ਜੀ। ਯੈਸ ਸਰ। ਠੀਕ, ਸੈਕੰਡ ਸਮ ਹੋ ਚੁੱਕਾ ਆਪਣਾ, ਥਰਡ ਹੋ ਗਿਆ ਸੀ, ਜਿਹੜਾ ਨਹੀਂ ਹੈ ਕਿ ਮੈਂ ਦੱਸ ਦੇ ਉੱਤੇ ਕਰ ਲਾਂਗੇ ਕਿ ਸਮ ਇਹਦੇ ਆਪਾਂ ਡਿਸਕਸ ਕਰ ਚੁੱਕੇ ਹਾਂ ਪਹਿਲਾਂ। ਥਰਡ ਹੋ ਚੁੱਕਾ ਆਪਣਾ ਜੀ, ਫੋਰਥ ਵੀ ਹੋ ਗਿਆ ਸੀ ਆਪਣਾ ਜੀ, ਫਿਫਥ ਹੋ ਗਿਆ ਜੀ ਸਭ ਦਾ। ਯੈਸ Yes, ਸਰ। sir. ਫਿਫਥ ਈਜ਼ੀ ਹੈ ਜੀ, ਜਿਸ ਦਾ ਨਹੀਂ ਹੈ ਮੈਂ ਦੱਸ ਦਿਆ, ਮੈਂ ਰਿਪੀਟ ਕਰਦਾ ਜਾਵਾਂਗਾ। ਸਿਕਸਥ ਕੁਐਸਚਨ ਹੋ ਗਿਆ ਸਭ ਦਾ ਜੀ। ਸਰ ਫੋਰਥ ਆਪਸ਼ਨ ਦੱਸ ਦਿਓ। Fourth, if P, Qth and Rth terms of a GP are in GP, then PQR, ਠੀਕ ਹੈ ਜੀ। ਇੱਕ GP ਲੈ ਲਓ ਤੁਸੀਂ ਕੋਈ, ਦੇਖੋ 1 2 4 8 and 16, ਠੀਕ ਹੈ, ਇਹ GP ਲੈ ਲਈ ਆਪਾਂ। ਇਹਦੀ ਫਸਟ ਟਰਮ ਵੇਖੋ 1 ਹੈ, ਥਰਡ ਟਰਮ 4 ਹੈ, ਤੇ ਫਿਫਥ ਟਰਮ ਕਿੰਨੀ ਹੈ ਜੀ 16। ਦਿਸ ਇਜ਼ ਫਸਟ ਟਰਮ, ਇਹ ਕਿੰਨੀ ਹੈ ਜੀ ਥਰਡ ਟਰਮ, ਇਹ ਕਿੰਨੀ ਹੈ ਜੀ ਫਿਫਥ ਟਰਮ। ਕਹਿੰਦਾ ਪੀਐਥ ਕਿਊਥ ਤੇ ਆਰਥ ਟਰਮ ਜਿਹੜੀਆਂ ਨੇ ਜੀਪੀ ਚ ਨੇ, ਮਤਲਬ ਫਸਟ ਥਰਡ ਤੇ ਫਿਫਥ ਟਰਮ ਜੀਪੀ ਚ ਨੇ ਹੈਗੀਆਂ ਨੇ 1 4 16। ਪੁੱਛਿਆ ਨੇ ਪੀ ਕਿਊ ਆਰ ਬਾਰੇ, ਪੀ ਕਿਊ ਆਰ ਕਿੱਥੇ ਹੋਣਗੇ, ਪੀ ਕਿੰਨਾ ਆਪਣਾ 1, ਕਿਊ ਆਪਣਾ ਕਿੰਨਾ 3, ਆਰ ਕਿੰਨਾ ਆਪਣਾ 5, तो कैच ने जी दे आर नॉट ऑल इक्वल, ऑप्शन ए भी कैंसिल हो गया, नॉट ऑल 0 ए भी कैंसिल हो गया, ये जीपी च भी नहीं है, ऑप्शन डी भी कैंसिल हो गया, को बचा ऑप्शन सी दैट इज दे आर इन एपी, ठीक है जी। ओके जी, यस सर। ठीक है सर, लग गया समझ। ओके जी। फिफ्थ टर्म हो गया, फिफ्थ सम हो गया सबदा जी। सर सिक्स्थ करा दो। Sixth, a student read common difference of an AP as -3 instead of 3। ਕਹਿੰਦਾ ਕਿ ਸਟੂਡੈਂਟ ਨੇ common difference ਨਾ ਕਿੰਨਾ -3 ਪੜ ਲਿਆ, 3 ਪੜਨਾ ਸੀ ਪਰ ਨਹੀਂ, and obtain sum of first 10 terms, ਤੇ 10 ਟਰਮ ਸਮ ਉਹਨੇ ਕਿੰਨਾ ਕੱਢਿਆ, ਇਸ ਟਾਈਮ ਉਹਨੇ ਕੱਢਿਆ ਜੀ ਕਿੰਨਾ -30, ਮਤਲਬ 10/2 2a plus n minus 1 into -3 ਦੀ ਵੈਲਿਊ ਉਹਨੇ ਕਿੰਨੀ ਕੱਢਤੀ, -30 ਕੱਢਤੀ ਉਹਨੇ, ਠੀਕ ਹੈ ਜੀ। ਸੋ ਕਿੰਨਾ ਕੈਲਕੂਲੇਸ਼ਨ ਕਰਕੇ ਇੱਥੋਂ ਆਪਣਾ ਆ ਗਿਆ 10/2 is equal to 5, ਇਧਰ ਕਿੰਨਾ ਆ ਗਿਆ ਜੀ -6 ਆ ਗਿਆ ਇੱਧਰ, ਠੀਕ ਹੈ, ਇਹ ਬਣ ਗਿਆ 2, ਹਾਂਜੀ -3n plus 3 is equal to 6, ਹਾਂਜੀ n 10 sir, n minus 1 है ना 9 आ जाएगा। ਸੌਰੀ n ਵੀ 10 ਪੁੱਟ ਕਰ ਦਿਓ ਜੀ, ਇੱਥੇ ਕਿੰਨਾ ਆ ਜੀ 9, it means 2a minus 27 is equal to -6, तो 2a कितना बन गया जी अपने कोल 27 -6, ਤੇ a ਕਿੰਨਾ ਬਣ ਗਿਆ ਆਪਣੇ ਕੋਲ 21/2। ਕੈਲਕੂਲੇਸ਼ਨਸ ਵੇਖ ਲਓ ਇੱਕ ਵਾਰ, ਠੀਕ ਹੈ। ਉਹਨੇ ਪੁੱਛਿਆ ਦੈਨ ਐਕਚੁਅਲ ਸਮ ਕਿੰਨਾ ਹੋਏਗਾ, ਐਕਚੁਅਲ ਮਤਲਬ d1 3 ਹੋਣਾ ਚਾਹੀਦਾ ਸੀ, ਸੋ an ਆਪਣਾ ਕਿੰਨਾ ਜੀ 21/2, d ਆਪਣਾ 3, ਹੁਣ 10 ਟਰਮ ਵਾਲਾ ਸਮ ਕਿੰਨਾ ਆਏਗਾ n/2 into 2a 21 plus n minus 1 that is 9 into d 3, 9 3s are 27, 27 plus 21 48 into 5। कैलकुलेशन करके चेक कर ले, देख कितना आंसर होता है, ठीक है, कितना बनेगा, हो जाएगा जी आंसर में 240 ठीक है जी, देख लो, ठीक है, जितना आंसर आ गया 240, इजी है जी, हो जाएगा। यस सर। ओके, नेक्स्ट 7th, if the lengths of ये भी हो गया है अपना जी,
8th ਹੋ ਗਿਆ ਸਭ ਦਾ ਜੀ। nth ਟਰਮ ਆਫ Yes, ਦਿਸ sir. ਸੀਰੀਜ਼ ਪੁੱਛੀ ਉਹਨੇ। ਸੌਖਾ ਕੰਮ ਜੀ, n ਨੂੰ 1 ਪੁੱਟ ਕਰਨ ਤੇ 1 ਆਨਸਰ ਹੋਣਾ ਚਾਹੀਦਾ। n ਨੂੰ 1 ਪੁੱਟ ਕਰਨ ਤੇ ਇੱਥੋਂ ਕਿੰਨਾ ਆ ਰਿਹਾ ਜੀ 0 ਆ ਰਿਹਾ। n 1 ਪੁੱਟ ਕਰਨ ਤੇ ਇੱਥੋਂ 1 ਆ ਰਿਹਾ ਆਪਣੇ ਕੋ। n 1 ਪੁੱਟ ਕਰਨ ਤੇ ਇੱਥੋਂ 1 ਆ ਰਿਹਾ ਆਪਣੇ ਕੋ। n 1 ਪੁੱਟ ਕਰਨ ਤੇ ਇੱਥੇ 0 ਆ ਰਿਹਾ। ਸੋ a ਤੇ d ਆਪਣਾ ਹੋ ਗਿਆ ਕੈਂਸਲ। n ਨੂੰ 2 ਪੁੱਟ ਕਰਨ ਤੇ ਕਿੰਨਾ ਆਨਸਰ ਹੋਣਾ ਚਾਹੀਦਾ ਵਾ ਆਪਣਾ ਇਹ ਵਾਲਾ 1 + 2/2, ਠੀਕ ਹੈ ਜੀ। ਦੈਟ ਇਜ਼ 3/2 ਆਨਸਰ ਹੋਣਾ ਚਾਹੀਦਾ ਇਹਨੂੰ 2 ਪੁੱਟ ਕਰਨ ਤੇ। 2 ਪੁੱਟ ਕਰਨ ਦੇ ਉੱਪਰ ਕਿੰਨਾ ਆ ਰਿਹਾ ਇੱਥੋਂ 3/2 ਆ ਰਿਹਾ ਆਪਸ਼ਨ ਸੀ ਚੋਂ, ਇੱਥੇ ਕਿੰਨਾ ਆ ਰਿਹਾ ਆਪਣੇ ਕੋਲ 3 ਆ ਰਿਹਾ ਆਪਸ਼ਨ ਆਨਸਰ, ਠੀਕ ਹੈ ਜੀ। ਧਿਆਨ ਨਾਲ ਇਦਾਂ ਨਹੀਂ ਕਰਨਾ, ਫਿਰ ਤੁਸੀਂ ਸਿੱਧਾ ਤੇ ਫਿਰ ਨੂੰ ਕਹਿ ਸਕਦੇ ਆਪਾਂ। ਸਰ ਹੁਣ ਸੀਰੀਜ਼ ਚ ਫਰਸਟ ਵਾਲਾ ਤਾਂ ਨਹੀਂ ਐਡ ਕਰਨਾ ਹੈਗਾ? ਨਾ ਉਸ ਦੇ ਸਮ ਦੀ ਸਮ ਪੁੱਛਿਆ ਹੁੰਦਾ ਫਿਰ ਐਡ ਕਰਨਾ ਸੀ ਉਹਨੇ nth ਟਰਮ ਪੁੱਛੀ ਆ, ਦਿਸ ਇਜ਼ ਫਰਸਟ ਟਰਮ, ਦਿਸ ਇਜ਼ ਸੈਕੰਡ ਟਰਮ, ਇਦਾਂ ਠੀਕ ਹੈ। ਸਮ ਦੀ ਗੱਲ ਕਹੀ ਹੁੰਦੀ, ਇੱਥੇ ਨੇ ਸਮ ਕਿਹਾ ਸੀ ਨਾ ਸਮ, ਫਿਰ ਆਪਾਂ ਜਦੋਂ 2 ਪੁੱਟ ਕੀਤਾ ਆਪਾਂ ਦੋਨੋਂ ਐਡ ਕੀਤਾ ਫਿਰ ਆਪਾਂ, ਹੈਨਾ ਸਮ ਕਿਹਾ ਹੁੰਦਾ ਫਿਰ ਆਪਾਂ ਐਡ ਕਰਨਾ ਹੀ, nth ਟਰਮ ਕਹੀਏ ਫਿਰ ਆਪਾਂ ਐਡ ਨਹੀਂ ਕਰਨਾ, ਠੀਕ ਹੈ ਜੀ। ਸਿੱਧਾ ਤੁਸੀਂ ਕਰਨਾ ਤੇ ਤੁਸੀਂ ਕਰ ਸਕਦੇ ਹੋ। nth ਟਰਮ ਕੀ ਆ, nth ਟਰਮ ਚ ਉੱਪਰ ਕੀ ਹੋ ਰਿਹਾ ਜੀ ਆਪਣੇ ਕੋਲ sum of first 10 natural numbers, so numerator ਚ ਕਿੰਨਾ ਦੇਗਾ n into n + 1/2, denominator ਸਿੱਧਾ ਕੀ n ਹੀ ਹੈ ਜੀ, n cancel ਹੋ ਗਿਆ, this is n + 1/2 option C। 9th easy ਹੈ ਜੀ, 1/p, this is what summation 1/n raised to power p, ਠੀਕ ਹੈ। ਪੁੱਛਿਆ ਕਦੋਂ ਕਨਵਰਜ ਕਰਦਾ, this converges for p greater than 1, p ਟੈਸਟ ਆਪਣਾ ਜੀ ਸਭ ਨੂੰ ਤਾਂ ਕਲੀਅਰ ਹੋ ਗਿਆ ਹੈਗਾ, p ਟੈਸਟ ਆਪਾਂ ਗੱਲ ਕੀਤਾ ਬਸ। ਯੈਸ ਸਰ। ਤਾਂ ਜਿਹੜੇ ਆਪਾਂ ਰਿਜ਼ਲਟ ਲਿਖੇ ਨਾ ਕੱਲ, ਉੱਥੇ ਕਈ ਵਾਰੀ ਡਾਇਰੈਕਟ ਰਿਜ਼ਲਟ ਪੁੱਛ ਲੈਂਦੇ ਨੇ, ਸਵਾਲ ਨਹੀਂ ਪੁੱਛਦੇ, ਹੁਣੇ ਡਾਇਰੈਕਟ ਰਿਜ਼ਲਟ ਹੀ ਪੁੱਛਿਆ ਸੀਗਾ ਹੈਨਾ ਕਿ ਕਿਹੜੀ ਪੀ ਦੀ ਵਾਸਤੇ ਕਨਵਰਜ ਕਰਦਾ, ਸਵਾਲ ਥੋੜੀ ਹੈ, ਰਿਜ਼ਲਟ ਹੀ ਪੁੱਛਿਆ। ਸੋ ਇਸ ਲਈ ਉਹਨਾਂ ਨੂੰ ਜਿਹੜੇ ਸਵਾਲ ਆਪਣੇ ਕੋਲ ਲਿਖੇ ਨੇ ਕੱਲ ਰਿਜ਼ਲਟ, ਆਪਾਂ ਅਪਲਾਈ ਚਾਹੇ ਕਿਤੇ ਹੋਣ ਚਾਹੇ ਕਿਤੇ ਨਾ ਹੋਣ, ਆਪਾਂ ਉਹਨਾਂ ਦੇ ਰਿਜ਼ਲਟ ਪੱਕਾ ਯਾਦ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਇਹ ਕੁਐਸਚਨ ਆਪਾਂ ਗੱਲ ਕਰ ਚੁੱਕੇ ਹਾਂ ਜੀ। ਆਪਾਂ ਗੱਲ ਕੀਤਾ ਸੀਗਾ ਸਿਗਮਾ fn x is less than or equal to mn, ਔਰ ਸਿਗਮਾ mn ਕਨਵਰਜ ਕਰ ਜਾਏ ਦੈਨ ਆਪਣੀ ਸੀਰੀਜ਼ ਕੀ ਹੁੰਦੀ ਹੈ, ਯੂਨੀਫਾਰਮਲੀ ਕਨਵਰਜੈਂਟ। ਹੁਣ ਆਪਾਂ ਨੂੰ ਪਤਾ ਇੱਥੇ ਆਪਣਾ ਕੀ ਹੈ ਜੀ cos nx, ਵੈਸੇ ਕੱਲ ਆਪਾਂ ਕੀਤਾ ਸੀ by 2 ਦੀ ਪਾਵਰ n is less than or equal to 1/2 ਦੀ ਪਾਵਰ n, ਇੱਥੇ ਆਪਣਾ mn ਕਿੰਨਾ ਬਣ ਗਿਆ ਜੀ 1/2 ਦੀ ਪਾਵਰ n, ਠੀਕ ਹੈ। ਨਾ ਇੱਥੇ ਸਿਗਮਾ 1/2 ਦੀ ਪਾਵਰ n ਆਪਾਂ ਨੂੰ ਪਤਾ ਕਨਵਰਜ ਕਰਦਾ ਬਿਕਾਜ਼ this is infinite gp whose common ratio is less than 1, ਸੋ ਇਹ ਹਰੇਕ x ਵਾਸਤੇ ਇਹਨੂੰ ਇਹ ਚੀਜ਼ ਹੋਲਡ ਕਰਦੀ ਹੈ, so this converges for all real values of x। ਇਹ ਕੁਐਸਚਨ ਆਪਾਂ ਕੱਲ ਚੰਗੀ ਤਰ੍ਹਾਂ ਕੀਤਾ ਸੀ ਤਾਂ ਮੈਂ ਜਲਦੀ ਨਿਗਾਹਤਾ, ਅਗਰ ਨਾ ਸਮਝ ਲੱਗੇ ਮੈਨੂੰ ਪੁੱਛ ਲਿਆ ਜੀ। ਕੱਲ ਆਪਾਂ 11th ਵਾਲਾ ਜਿਵੇਂ 10th ਤੇ 11th ਇਦਾਂ ਦੇ ਕਿੰਨੇ ਕੁ ਸਮ ਆ ਜਾਂਦੇ ਆ ਪੇਪਰ 'ਚ? ਇਦਾਂ ਦੇ ਨਾ ਸਿਰਫ ਦੋਵੇਂ ਸਾਹਮਣੇ ਜਿਹੜੇ ਅੱਜ ਤੱਕ ਆਏ ਨੇ, ਇਹਨਾਂ ਤੋਂ ਇਲਾਵਾ ਕੋਈ ਸਮ ਨਹੀਂ ਆਇਆ ਹੋਰ, ਠੀਕ ਹੈ। ਸਿਰਫ ਇਹ 2 ਸਵਾਲ ਨੇ। ਇੱਕ sin x ਵਾਲਾ ਵੀ ਆਇਆ ਸੀਗਾ, n ਪਾਵਰ p ਦੇ ਕੇ ਉਹਨਾਂ ਨੇ ਬਸ p ਟੈਸਟ ਹੀ ਐਕਚੁਅਲੀ ਪੁੱਛਿਆ ਹੋਇਆ ਸੀ ਬਸ ਕਿ sin nx ਦਿੱਤਾ ਹੋਊਗਾ ਨਾ, sin nx ਦਿੱਤਾ ਹੋਊਗਾ ਨੇ, ਇਦਾਂ ਦਿੱਤਾ ਹੋਊਗਾ n ਦੀ ਪਾਵਰ p, p ਦੀ ਕਿਹੜੀ ਵੈਲਿਊ ਵਾਸਤੇ ਕਨਵਰਜ ਕਰਦਾ ਹੈ, ਆਪਾਂ ਨੂੰ ਪਤਾ ਹੈ ਕਿ a ਲੈਸ ਦੈਨ y n raised to power p ਬਣ ਜਾਣਾ। ਹੁਣ ਪਤਾ ਯੂਨੀਫਾਰਮਲੀ ਕਨਵਰਜਨ ਤਾਂ ਕਰਨਾ ਹੈ ਜੇਕਰ ਸਿਗਮਾ 1/n p p ਕਨਵਰਜ ਕਰੇ, ਇਹ ਕਨਵਰਜ ਕਦੋਂ ਕਰਦੀ ਜਦੋਂ p greater than 1 ਹੋਏ, ਬਿਲਕੁਲ ਸਿਮੇ ਦੇ ਵਰਗਾ ਸਵਾਲ ਸੀਗਾ ਫਿਰ, ਠੀਕ ਹੈ। ਬਸ ਇਹੀ 2-4 ਸਵਾਲ ਜਿਹੜੇ ਆਏ ਨੇ, ਹੋਰ ਕਦੀ ਕੋਈ ਸਵਾਲ ਨਹੀਂ ਹੁੰਦਾ ਇਹਨਾਂ ਦਾ, ਠੀਕ ਹੈ। ਯੈਸ ਠੀਕ ਹੈ ਜੀ। ਲੈਕਚਰ ਗੇਡਰ ਵਾਲੇ ਨੂੰ ਕਰਨਾ ਚਾਹੁੰਦੇ ਤਾਂ ਕਰ ਲਓ, ਮਾਸਟਰ ਵਾਲੇ ਤਾਂ ਚਾਹੇ ਇਹਨੂੰ ਛੱਡ ਹੀ ਦਿਓ, ਠੀਕ ਹੈ ਜੀ। ਸਰ ਮੈਂ ਛੱਡ ਸਕਦੀ ਹਾਂ, ਮੈਨੂੰ ਇਹ ਕਲੀਅਰ ਨਹੀਂ ਹੋ ਰਹੇ। ਠੀਕ ਹੈ ਤੁਸੀਂ ਛੱਡ ਦਿਓ, ਕੋਈ ਚੱਕਰ ਨਹੀਂ, ਇੱਥੇ ਬਹੁਤਾ ਟਾਈਮ ਖਰਾਬ ਹੋਣ ਦਾ ਲੋੜ ਨਹੀਂ ਹੈਗੀ, ਠੀਕ ਹੈ। ਪਰ ਹਾਂ ਜਿਹੜੇ ਸਵਾਲ ਆਪਾਂ ਕਰ ਲਏ ਜਿਹੜੇ ਪ੍ਰੀਵੀਅਸ ਪੇਪਰ 'ਚ ਆ ਗਏ ਆ, ਉਹ ਪੇਪਰ ਜਿਹੜੇ ਸਵਾਲ ਆ ਗਏ ਉਹ ਨਾ ਛੱਡੋ, ਠੀਕ ਹੈ। ਐਟਲੀਸਟ ਆਨਸਰ ਤੁਹਾਨੂੰ ਪਤਾ ਹੋਵੇ ਉਹਦਾ, ਆਨਸਰ ਯਾਦ ਕਰ ਲੂੰਗੀ ਬਸ ਜਿਹੜਾ ਸਵਾਲ ਪੁਰਾਣਾ ਪੇਪਰ 'ਚ ਆ ਗਿਆ ਉਹ ਨਾ ਜਾਵੇ ਆਪਣੇ ਕੋਲ, ਠੀਕ ਹੈ। ਹਾਂਜੀ। ਨੈਕਸਟ 11th ਵੀ ਆਪਾਂ ਗੱਲ ਕਰ ਲਿਆ ਸੀ, ਮੇਰੇ ਖਿਆਲ ਨਾਲ ਛੱਡਦੇ ਹੁਣ ਇਹਨੂੰ ਮੈਂ 11th ਨੂੰ ਵੀ ਜੀ। ਯੈਸ 12th ਪੁੱਛਿਆ ਜੀ ਫਿਰ ਸਮ ਟੂ n ਟਰਮਸ, n ਨੂੰ 1 ਪੁੱਟ ਕਰਨ ਤੇ 6 ਹੋਣਾ ਚਾਹੀਦਾ, ਦੇਖ ਲਓ ਪੁੱਟ ਕਰਕੇ ਹੋ ਜਾਏਗਾ ਜੀ ਇਹ, ਯੈਸ ਸਰ। ਠੀਕ ਹੈ। ਮੇਰੇ ਖਿਆਲ ਨਾਲ ਹੋ ਜਾਏਗਾ, ਬਹੁਤਾ ਦੱਸਣ ਦੀ ਲੋੜ ਨਹੀਂ ਇੱਥੇ ਵੀ। ਸਰ ਹੁਣ ਇਸ ਦੇ ਵਿੱਚ ਜਿਵੇਂ 2 ਟਰਮਸ ਲੈਣਾ ਤਾਂ 2 ਦਾ ਜੋੜ ਹੋਊਗਾ ਨਾ, ਜੇ ਆਪਾਂ n ਲੈਣਾ, ਕਿਉਂਕਿ ਇੱਥੇ ਨੇ ਸਮ ਦੀ ਗੱਲ ਕੀਤੀ ਹੈ, ਠੀਕ ਹੈ ਸਰ। ਅਗਰ ਨੇ nth ਟਰਮ ਦੀ ਗੱਲ ਕੀਤੀ ਹੁੰਦੀ ਫਿਰ ਆਪਾਂ ਜਿੰਨੀ ਟਰਮ ਸੀ ਉਹੀ nth ਲੈਣੀ, ਆਪਾਂ ਐਡ ਨਹੀਂ ਸੀ ਕਰਨਾ, ਜੋੜ ਆਪਾਂ ਨਹੀਂ ਕਰਨਾ, ਠੀਕ ਹੈ ਜੀ। ਓਕੇ ਸਰ। 13th ਸਮ ਵੇਖੋ ਜੀ, 13th ਵੇਖੋ, 13 ਐਡਾ ਲੰਬਾ ਸਵਾਲ ਲਿਖਿਆ ਹੈ, ਉਹ ਵੇਂਦਾ ਹੀ ਹੋ ਜਾਂਦਾ ਹੈ। ਉਹਨੇ ਕਹਿੰਦਾ ਇਨ ਅ ਸੈਟ ਆਫ 4 ਮੈਨ ਨੰਬਰਸ ਫਸਟ 3 ਆਰ ਇਨ ਜੀਪੀ, ਫਸਟ 3 ਆਰ ਇਨ ਜੀਪੀ। ਵੇਖੋ ਹੁਣ ਕਿੱਥੇ ਫਸਟ 3 ਜੀਪੀਸ ਹੈਗੇ ਨੇ, ਆਪਸ਼ਨ ਇਹ 'ਚ ਵੇਖੋ
16 4 ਤੇ 10 ਇਹ ਜੀਪੀ ਥੋੜੀ ਹੈਗੇ ਨਹੀਂ ਨਾ ਹੈਗੇ ਕਿਉਂਕਿ ਇੱਥੋਂ ਰੇਸ਼ੋ ਕਿੰਨੀ ਆ ਇੱਥੋਂ ਆਪਣੇ ਕੋਲ ਆਏਗੀ 4/16 1/4 ਇੱਥੋਂ ਰੇਸ਼ੋ ਆਈ 10/4 that is 5/2 ਰੇਸ਼ੋ ਨਹੀਂ ਕਾਮਨ ਆਈ ਇਹਦੇ ਜੀਪੀਜ਼ ਨਹੀਂ ਹੈਗੇ ਆਪਸ਼ਨ ਬੀ ਕੈਨਸਲ ਹੋ ਗਈ ਆਪਸ਼ਨ ਸੀ ਵੇਖੋ 2/14 8/2 ਇਹ ਵੀ ਜੀਪੀਜ਼ ਨਹੀਂ ਹੈਗੇ ਆਪਸ਼ਨ ਸੀ ਵੇਖੋ 18 6 12 ਇਹ ਜੀਪੀਜ਼ ਹੈਗੇ ਨੇ ਨਾ ਇਹ ਵੀ ਨਹੀਂ ਹੈਗੇ 6/18 ਤੇ 12/6 ਇੱਥੇ ਕਿੰਨੀ ਹੈ ਕਾਮਨ ਰੇਸ਼ੋ 1/3 ਇੱਥੇ 2 ਹੈ ਜੀ ਰੇਸ਼ੋ ਸੋ ਇਹ ਵੀ ਜੀਪੀਜ਼ ਨਹੀਂ ਹੈਗੇ ਆਪਸ਼ਨ ਕੈਨਸਲ ਇੱਕ ਆਪਸ਼ਨ ਬਚਿਆ ਆਪਸ਼ਨ ਏ ਠੀਕ ਹੈ ਜੀ ਯੈਸ ਸਰ ਇੰਨਾ ਲੰਬਾ ਸਵਾਲ ਲਿਖਿਆ ਪਹਿਲੀ ਸਵਾਲ ਪੜ੍ਹਦੇ ਆ ਆਪਸ਼ਨ ਤੇ ਧਿਆਨ ਜ਼ਰੂਰ ਮਾਰੋ ਪੂਰਾ ਸਵਾਲ ਜਿੰਨੇ ਚਿਰ ਨੂੰ ਪੂਰਾ ਸਵਾਲ ਕਿਸੇ ਨੇ ਪੜ੍ਹਨਾ ਸੀ ਉਹਨੇ ਜਿਹਨੇ ਕਿਸੇ ਹੋਰ ਨੇ ਸਵਾਲ ਕਰ ਵੀ ਦਿੱਤਾ ਪੂਰਾ ਸਵਾਲ ਪੜ੍ਹਨ ਦੀ ਲੋੜ ਹੀ ਨਹੀਂ ਸੀ ਇੱਥੇ ਠੀਕ ਹੈ ਜੀ ਯੈਸ ਸਰ ਯੈਸ ਸਰ 13th if ABC are in GP then log x to the base a log x to the base b log x to the base c in what ਇਹ ਹੋ ਗਿਆ ਸੀ ਆਪਣਾ ਜੀ ਇਹ ਯੈਸ ਸਰ ਹਾਂਜੀ ਸਰ 15th ਵੀ ਆਪਣਾ ਹੋ ਗਿਆ ਸੀ ਜੀ ਹਾਂਜੀ ਹੈ ਨਾ ਹਾਂਜੀ ਯੈਸ ਇੱਥੇ ਵੀ ਉਹੀ ਕੰਮ x ਨੂੰ 0 ਪੁੱਟ ਕਰਕੇ ਵੇਖ ਲਓ 16 ਵੀ ਹੋ ਗਿਆ था ਠੀਕ ਹੈ ਆਪਸ਼ਨ ਡੀ ਆ ਜਾਏਗਾ 16th ਵੀ ਹੋ ਗਿਆ ਸੀ 17th ਹੋ ਚੁੱਕਾ ਹੈ ਆਪਣਾ 15th ਨੈਕਸਟ ਵੀ ਹੋ ਗਿਆ ਸੌਰੀ 18th ਵੀ ਹੋ ਗਿਆ ਸੀ ਆਪਣਾ ਜੇ ਮੈਨੂੰ ਲੱਗ ਰਿਹਾ ਮੈਨੂੰ ਉੱਥੇ ਰੋਕ ਲਓ ਕੁਐਸਚਨ ਦੇ ਉੱਪਰ ਠੀਕ ਹੈ ਜੀ 18th ਵੀ ਹੋ ਗਿਆ ਸੀ ਜੀ ਆਪਣਾ 19 ਵੀ ਹੋ ਗਿਆ ਸੀ 19 ਹੋ ਚੁੱਕਾ ਆਪਣਾ ਕਲਾਸ ਬਹੁਤ ਵਾਰ ਕਰ ਚੁੱਕੇ ਆਪਾਂ ਨੂੰ ਪਤਾ ਕਿ ਅਗਰ ਮੋਡ an ਜਿਹੜਾ ਹੈ ਉਹ 0 ਨੂੰ ਕਨਵਰਟ ਕਰਦਾ ਹੋਏ ਦੈਨ an ਵੀ 0 ਨੂੰ ਕਨਵਰਟ ਕਰਦਾ ਹੈ ਹੁਣ ਇੱਥੇ ਮੋਡ an -1 ਦੀ ਪਾਵਰ n by n ਇਹਦਾ ਮੋਡ ਕਿੰਨਾ ਹੈ ਜੀ 1 by n ਇਹ 0 ਨੂੰ ਕਨਵਰਟ ਕਰਦਾ ਹੈ ਸੋ ਇਹ ਵੀ 0 ਨੂੰ ਕਨਵਰਟ ਕਰਦਾ ਹੈ ਸੋ ਦਿਸ ਇਜ਼ ਕਨਵਰਜੈਂਟ question number 20th the series 1 plus r square plus r cube is oscillatory if oscillatory ਕਦੋਂ ਹੁੰਦੀ ਹੈ ਜੋ r -1 ਹੋ ਜਾਂਦਾ ਕੀ ਬਣ ਜਾਏਗਾ 1 -1 plus 1 -1 like this so option c ਠੀਕ ਹੈ ਜੀ ਯੈਸ ਸਰ ਇਸ ਪੂਰੀ ਡੀਪੀਪੀ ਚ ਕੋਈ ਡਾਊਟ ਤੁਹਾਡਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਹ ਜਿਹੜੇ 20 ਦੇ 20 ਸਵਾਲ ਨੇ ਤੁਹਾਡੇ 20 ਦੇ 20 ਸਾਰੇ ਪੁਰਾਣੇ ਪੇਪਰਾਂ ਚ ਆਏ ਹੋਏ ਨੇ ਠੀਕ ਹੈ ਜੀ ਇੱਥੇ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਆਪਣਾ ਸਰ ਹਾਂਜੀ ਸਰ ਇੱਕ ਡਾਊਟ ਸੀਗਾ ਜਿਵੇਂ ਹੁਣ ਆਪਾਂ ਸੀਕੁਐਂਸ ਦੀ ਗੱਲ ਕਰਦੇ ਆ ਅਗਰ ਆਪਣੀ ਲਿਮਿਟ 0 ਆ ਜੇ ਚਾਹੇ ਫਾਈਨਾਈਟ ਆ ਜੇ ਤਾਂ ਉਹ ਕਨਵਰਜੈਂਟ ਹੀ ਬੋਲਾਂਗੇ ਨਾ ਬਿਲਕੁਲ ਬਿਲਕੁਲ ਜੀ ਚਾਹੇ 0 ਵਾਲੀ ਚਾਹੇ ਫਾਈਨਾਈਟ ਵਾਲੀ ਨੂੰ ਕਨਵਰਜੈਂਟ ਹੀ ਕਰਾਂਗੇ ਕਹਾਂਗੇ ਸੀਕੁਐਂਸ ਚ ਠੀਕ ਹੈ ਸਰ ਸਰ ਸਾਰੇ ਟੈਸਟ ਕਿਸੇ ਵੀ ਕੁਐਸਚਨ ਦਾ ਸੇਮ ਆਨਸਰ ਦੇਣਗੇ ਆਨਸਰ ਥੋੜੀ ਵੱਖ-ਵੱਖ ਦੇ ਸਕਦੇ ਆ ਜੀ ਕੋਈ ਜਿਹੜਾ ਆਨਸਰ ਹੋਗਾ ਨਾ ਜੇ ਕਨਵਰਜੈਂਟ ਦੇ ਕਨਵਰਜੈਂਟ ਰਹਿਣਾ ਡਿਵਰਜੈਂਟ ਰਹਿਣਾ ਇਹ ਨਹੀਂ ਕਿ ਤੁਸੀਂ ਕਿਹੜਾ ਮੈਥਡ ਲਾਇਆ ਉਹਦੇ ਤੇ ਡਿਪੈਂਡ ਨਹੀਂ ਕਰੇਗਾ ਆਨਸਰ ਜੋ ਰਹਿਣਾ ਉਹੀ ਰਹਿਣਾ ਆਨਸਰ ਨਹੀਂ ਚੇਂਜ ਕਰ ਸਕਦਾ ਆਪਣਾ ਜੀ ਸਰ ਫਿਰ ਆਪਾਂ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਆਪਾਂ ਕਿਹੜੇ ਕੁਐਸਚਨ ਤੇ ਕਿਹੜਾ ਟੈਸਟ ਲਗਾਉਣਾ ਹੈਗਾ ਜਿਵੇਂ ਤੁਸੀਂ ਕੱਲ ਕੁਐਸਚਨ ਕਰਵਾਇਆ ਸੀਗਾ sin 1/n n² ਵਾਲਾ an bn ਵਾਲਾ ਇੱਕ ਤਾਂ ਤੁਸੀਂ ਕੰਪੈਰੀਜ਼ਨ ਟੈਸਟ ਲਗਾਇਆ ਸੀ ਇੱਕ ਲਿਮਿਟ ਕੰਪੈਰੀਜ਼ਨ ਟੈਸਟ ਲਗਾਇਆ ਸੀਗਾ ਬਿਲਕੁਲ ਮੈਮ ਤੇ ਸਰ ਮੈਮ ਐਕਚੁਅਲੀ ਉਹ ਪਿਓਰ ਪ੍ਰੈਕਟਿਸ ਬੇਸਡ ਕੰਮ ਹੈ ਠੀਕ ਹੈ ਉਹ ਪ੍ਰੈਕਟਿਸ ਨਾਲ ਹੀ ਆਏਗਾ ਆਪਾਂ ਨੂੰ ਠੀਕ ਹੈ ਹਾਲਾਂਕਿ ਇੰਨਾ ਔਖਾ ਸਵਾਲ ਨਹੀਂ ਹੁੰਦਾ ਕਿ ਮਤਲਬ ਇੱਥੇ ਆਪਾਂ ਨੂੰ ਸੋਚਣਾ ਪਵੇ ਇੰਨਾ ਸਵਾਲ ਇਦਾਂ ਦੇ ਹੁੰਦੇ ਨੇ ਕਿ ਬਸ ਸੋਚਣ ਦੀ ਲੋੜ ਨਹੀਂ ਪੈਂਦੀ ਵੇਂਦੇ ਆਪਣਾ ਕੁਐਸਚਨ ਹੋ ਜਾਂਦਾ ਹੈ ਬਟ ਕੋਈ ਨਹੀਂ ਇੱਥੇ ਪ੍ਰੋਬਲਮ ਹੈ ਕਿ ਹਾਂਜੀ ਸਰ ਉਸੇ ਕੁਐਸਚਨ ਦੇ ਵਿੱਚ ਉਹ ਜਿਹੜਾ ਕੰਪੈਰੀਜ਼ਨ ਟੈਸਟ ਸੀਗਾ ਉਹ ਅਪਲਾਈ ਨਹੀਂ ਹੋਇਆ ਸੀਗਾ ਕਿਉਂਕਿ ਉਹਦੇ ਚ ਕੰਪੈਰੀਜ਼ਨ ਟੈਸਟ ਨਹੀਂ ਬੰਦਾ ਕੱਲ ਵੇਖ ਲਿਆ ਕਿ ਕੰਪੈਰੀਜ਼ਨ ਟੈਸਟ ਅਪਲਾਈ ਨਹੀਂ ਹੋਇਆ ਜਿਹੜਾ ਨਹੀਂ ਅਪਲਾਈ ਹੋਇਆ ਆਪਾਂ ਉਹੀ ਪਤਾ ਤਾਂ ਲਾ ਕਿੱਦਾਂ ਲਾਵਾਂਗੇ ਆਪਾਂ ਇਹਨਾਂ ਦਾ ਕੋਈ ਤਰੀਕਾ ਨਹੀਂ ਹੈਗਾ ਕਿ ਮਤਲਬ ਆ ਕੁਐਸਚਨ ਹੋਣਗੀਆਂ ਵੀ ਆਪਾਂ ਨੂੰ ਪਤਾ ਚੱਲੇ ਕੰਡੀਸ਼ਨ ਕੋਈ ਨਹੀਂ ਹੈਗਾ ਕਿ ਮਤਲਬ ਕੰਡੀਸ਼ਨ ਇਦਾਂ ਦੀ ਕੋਈ ਨਹੀਂ ਕਿ ਆ ਇਦਾਂ ਦਾ ਤਿਆਰ ਲਾਉਣਾ ਇਦਾਂ ਦਾ ਤੇ ਇਹ ਲਾਉਣਾ ਇਦਾਂ ਦਾ ਕੁਝ ਨਹੀਂ ਹੈਗਾ ਇਹਨਾਂ ਬਸ ਗੈਸ ਹੀ ਆਪਣੇ ਕੋ ਜਿਵੇਂ ਆਪਾਂ ਰੂਟ ਤੇ ਰੇਸ਼ੋ ਦਾ ਧਿਆਨ ਰੱਖਿਆ ਸੀ ਕਿ ਪਾਵਰ n ਵਿੱਚ ਆਏ ਤੇ ਰੂਟ ਲਾ ਲਓ ਨਾ ਆਏ ਤੇ ਰੇਸ਼ੋ ਲਾ ਲਓ ਇਦਾਂ ਦਾ ਮਤਲਬ ਮੋਟਾ ਵੇਖਣਾ ਹੀ ਪੈਣਾ ਆਪਾਂ ਨੂੰ ਇਹਦਾ ਕੋਈ ਪੱਕਾ ਤਰੀਕਾ ਨਹੀਂ ਹੈਗਾ ਕਿ ਇਹ ਵਾਲੀ ਕੰਡੀਸ਼ਨ ਤੇ ਰਿਜ਼ਲਟ ਲੱਗੇਗਾ ਇਹ ਤੇ ਵਾਲਾ ਲੱਗੇਗਾ ਇਦਾਂ ਦਾ ਆਪਣੇ ਕੋ ਕੋਈ ਤਰੀਕਾ ਇਦਾਂ ਨਹੀਂ ਹੈਗਾ ਸਰ ਇੱਕ ਸੀਕੁਐਂਸ ਦੇ ਵਿੱਚ ਜਿਹੜੀ ਆਪਾਂ ਸਬ ਸੀਕੁਐਂਸ ਬਣਾਉਣੇ ਆ ਉਹ ਇਨਕਰੀਜ਼ਿੰਗ ਹੋਣਗੀਆਂ ਜਾਂ ਡਿਕਰੀਜ਼ਿੰਗ ਹੋਣਗੀਆਂ ਇਨਕਰੀਜ਼ਿੰਗ ਤੇ ਡਿਕਰੀਜ਼ਿੰਗ ਦੋਨੋਂ ਵੀ ਹੋ ਸਕਦੀਆਂ ਸਬ ਸੀਕੁਐਂਸ ਹਾਂਜੀ ਸਰ ਉਹ ਡਿਪੈਂਡ ਕਰਦਾ ਜੇ ਸੀਕੁਐਂਸ ਕਿੱਦਾਂ ਦੀ ਹੈ ਠੀਕ ਹੈ ਸਰ ਜਿਵੇਂ ਇੱਕ ਥਿਊਰਮ ਹੈਗਾ ਵੀ ਐਵਰੀ ਸੀਕੁਐਂਸ ਹੈਜ਼ ਅ ਮੋਨੋਟੋਨਿਕ ਸਬ ਸੀਕੁਐਂਸ ਹਾਂ ਉਹ ਕਹਿੰਦੇ ਇੱਕ ਮੋਨੋਟੋਨਿਕ ਸੀਕੁਐਂਸ ਹੋਊਗੀ ਪਰ ਬਾਕੀਆਂ ਬਾਰੇ ਨਹੀਂ ਕੁਝ ਕਹਿੰਦੀ ਬਾਕੀ ਰੀਡਿੰਗਾਂ ਨੇ ਉਹ ਇਨਕਰੀਜ਼ਿੰਗ ਡਿਕਰੀਜ਼ਿੰਗ ਹੋ ਸਕਦੀਆਂ ਨੇ ਸਰ ਮੋਨੋਟੋਨਿਕ ਦਾ ਮਤਲਬ ਇੱਥੇ ਇਹੀ ਹੋਇਆ ਨਾ ਵੀ ਜਾਂ ਤਾਂ ਇਨਕਰੀਜ਼ਿੰਗ
ਜਾਂ ਡਿਕਰੀਜ਼ਿੰਗ। ਹਾਂ ਕਹਿੰਦਾ ਇੱਕ ਪੱਕਾ ਹੋਊਗੀ, ਇੱਕ ਸੀਕੁਐਂਸ ਪੱਕਾ ਹੁੰਦੀ ਜਿਹੜੀ ਜਾਂ ਤੇ ਇੰਕਰੀਜ਼ਿੰਗ ਹੁੰਦੀ ਜਾਂ ਡਿਕਰੀਜ਼ਿੰਗ ਹੁੰਦੀ ਹੈ, ਠੀਕ ਹੈ। ਪਰ ਬਾਕੀ ਜਿਹੜੀਆਂ ਨੇ ਉਹ ਇੰਕਰੀਜ਼ਿੰਗ ਵੀ ਹੋ ਸਕਦੀਆਂ, ਡਿਕਰੀਜ਼ਿੰਗ ਵੀ ਹੋ ਸਕਦੀਆਂ। ਓਕੇ ਸਰ, ਠੀਕ ਹੈ ਸਰ। ਓਕੇ ਨੈਕਸਟ ਆਪਣਾ ਚਲਿਏ ਪ੍ਰੈਕਟਿਸ ਸ਼ੀਟ ਨੰਬਰ 12 ਟਰਾਈ ਕੀਤੀ ਹੈ ਜੀ। ਯੈਸ ਸਰ। ਸਰ ਅੱਜ ਹੀ ਭੇਜੀ ਹੈ, ਦੱਸਿਆ ਅੱਜ ਅਸੀਂ ਕੀਤੀ ਕੋਈ ਨਹੀਂ ਨਹੀਂ ਅੱਜ। ਕੋਈ ਨਹੀਂ ਨਹੀਂ ਕੀਤੀ ਬਸ ਮੈਨੇ। ਕਰ ਦੇਣੇ ਡਿਸਕਸ, ਕੋਈ ਨਹੀਂ ਫਿਰ। ਸਰ ਕੱਲ ਟੈਸਟ ਰੱਖੇ ਆ ਤੁਸੀਂ? ਹਾਂਜੀ ਹਾਂਜੀ, ਟੈਸਟ ਐਵਰੀ ਸੰਡੇ। ਟੈਸਟ ਚਾਹੇ ਅਨਾਉਂਸ ਕਰਾਂ ਮੈਂ, ਚਾਹੇ ਨਾ ਅਨਾਉਂਸ ਕਰਾਂ, ਸੰਡੇ ਟੈਸਟ ਪੱਕਾ ਹੋਏਗਾ ਜੀ। ਇਹ ਰੋਜ਼ ਅਨਾਉਂਸ ਕਰਨ ਵਾਲੀ ਚੀਜ਼ ਨਹੀਂ ਹੈਗੀ ਹੁਣ, ਠੀਕ ਹੈ। ਟੈਸਟ ਸੰਡੇ ਹਮੇਸ਼ਾ। ਸਰ ਇਹ ਪੂਰੇ ਟੌਪਿਕ ਦਾ ਸੀਕੁਐਂਸ ਸੀਰੀਜ਼ ਔਰ ਬਿਲਕੁਲ ਸੀਕੁਐਂਸ ਸੀਰੀਜ਼ ਸਾਰੇ ਦਾ, ਠੀਕ ਹੈ ਜੀ, ਸਾਰੇ ਸੀਕੁਐਂਸ ਸੀਰੀਜ਼ ਦਾ। ਸਰ ਇੱਕ ਡਾਊਟ ਹੋਰ ਸੀਗਾ। ਹਾਂਜੀ ਸਰ ਇੱਕ ਨਾ ਬੁੱਕ ਦੇ ਵਿੱਚ ਨੋਟ ਹੈਗਾ ਵੀ an ਦੀ ਪਾਵਰ 1/n ਤੇ an + 1/an ਵਾਲਾ ਜਿਹੜਾ ਆਪਾਂ ਕੀਤਾ ਸੀਗੀ ਲਿਮਿਟਸ, ਉਹਨੇ ਚੋਂ ਸਟਰੋਂਗੈਸਟ ਮੈਥਡ ਕਿਹੜਾ ਹੈਗਾ ਤੇ ਕਿਸ ਬੇਸ ਤੇ ਆਪਾਂ ਕਰਦੇ ਡਿਸਾਈਡ? ਉਹ ਹੁੰਦਾ ਆਪਣੇ ਕੋਲ ਹੁੰਦਾ ਇਹਦੇ ਬੇਸ ਦੇ ਉੱਪਰ ਆਪਾਂ ਕਹੇ ਕਿ ਅਗਰ ਲਿਮਿਟ ਜਿਹੜੀ ਇਹ ਆ n ਟੈਂਡਿੰਗ ਟੂ ਇਨਫਿਨਿਟੀ a ਦੀ ਪਾਵਰ n + 1/n ਇਹ ਐਗਜ਼ਿਸਟ ਕਰ ਜਾਏ, ਠੀਕ ਹੈ, ਦੈਨ ਇਹ ਬਰਾਬਰ ਹੀ ਹੁੰਦੇ ਆ। ਕੀਤਾ ਨਾ ਆਪਾਂ, ਠੀਕ ਹੈ। ਸੋ ਅਗਰ ਇਹ ਬਰਾਬਰ ਨੇ ਤਾਂ ਫਿਰ ਆਪਣੇ ਕੋਲ ਰੇਸ਼ੋ, ਇਹਦੀ ਜਗ੍ਹਾ ਤੇ ਰੇਸ਼ੋ ਦੀ ਜਗ੍ਹਾ ਤੇ ਆਪਾਂ ਰੂਟ ਟੈਸਟ ਲਾ ਲਈਏ ਤੇ ਫਿਰ ਆਪਣਾ ਕੀ ਜਾਂਦਾ। ਸੋ ਦੋਵਾਂ ਜਗ੍ਹਾ ਕੰਮ ਕਰ ਜਾਂਦਾ ਰੂਟ ਟੈਸਟ ਆਪਣਾ, ਦੈਟਸ ਵਾਈ ਇਹਨੂੰ ਸਟਰੋਂਗਰ ਕਹਿੰਦੇ ਆਪਾਂ, ਹੈਨਾ, ਕਿਉਂਕਿ ਲਿਮਿਟ ਸੇਮ ਹੀ ਹੋਣੀ ਅਗਰ, ਫਿਰ ਇਹਨੂੰ ਲਾਉਣ ਦੀ ਜਗ੍ਹਾ ਤੁਸੀਂ ਇਹੀ ਕੱਢ ਲਓ an ਦੀ ਪਾਵਰ 1/n। ਸੋ ਰੂਟ ਟੈਸਟ ਜਿਹੜਾ ਜਿੱਥੇ ਆਪਣੇ ਕੋਲ ਰੇਸ਼ੋ ਲਾਉਣਾ ਉੱਥੇ ਦੋਵਾਂ ਜਗ੍ਹਾ ਕੰਮ ਕਰ ਜਾਂਦਾ ਹੈ, ਠੀਕ ਹੈ, ਦੈਟਸ ਵਾਈ ਇਹਨੂੰ ਸਟਰੋਂਗਰ ਕਹਿੰਦੇ ਆਪਾਂ। ਠੀਕ ਹੈ। Question number 1, set of cluster points. Cluster points, limit points, subsequential limits ਸਾਰੇ ਕਿੰਦੇ ਨੇ ਜੀ ਸੇਮ ਹੁੰਦੇ ਨੇ, ਠੀਕ ਹੈ। ਤੋ ਇੱਥੇ ਕਿਹੜੀਆਂ ਦੋ ਸਬਸੀਕੁਐਂਸਸ ਬਣ ਰਹੀਆਂ, ਇੱਕ odd ਵਾਲੀ, ਇੱਕ even ਵਾਲੀ। odd ਲੈ ਲਓ, ਫਿਰ ਬਣੇਗਾ 1 - 1 0। ਇੱਥੇ ਸਾਰੀ ਸੀਕੁਐਂਸ 0 ਬਣ ਜਾਏਗੀ, ਇੱਥੇ ਸੀਕੁਐਂਸ ਸਾਰੀ ਬਣ ਜਾਏਗੀ 2 2 2 2, ਠੀਕ ਹੈ। ਸੋ ਇੱਕ ਲਿਮਿਟ ਕਿੰਨੀ ਹੈ ਉਹ, ਦੂਜੀ ਕਿੰਨੀ ਬਣ ਗਈ 2। ਸੋ ਓਨਲੀ 2 ਲਿਮਿਟ ਪੁਆਇੰਟਸ 0 and 2। ਕਲੀਅਰ ਸਭ ਨੂੰ ਜੀ? ਆਪਾਂ ਕੀਤਾ ਕੁਐਸਚਨ ਪਹਿਲਾਂ ਵੀ ਇਹਦੇ ਨਾਲ ਦੇ ਆਪਾਂ, ਕਲੀਅਰ ਹੈ ਜੀ? ਇਹ 2n ਕੱਢਾਂਗੇ, ਇਹ 2n ਤੁਹਾਡੇ ਕੋਲ ਆ ਜਾਏਗੀ 2 2 2 ਐਂਡ ਇਹ 2n - 1 ਕੱਢਾਂਗੇ ਆ ਜਾਏਗੀ ਤੁਹਾਡੇ ਕੋਲ 0 0 0। there are only 2, ਇਹਦੀ ਲਿਮਿਟ ਕਿੰਨੀ ਹੈ 2, ਇਹਦੀ ਲਿਮਿਟ ਕਿੰਨੀ ਹੈ 0। so only 0 and 2। which of the following sequence is Cauchy sequence in reals? Cauchy ਦਾ ਬਸ ਦਾ ਤਰੀਕਾ ਦੱਸਿਆ, Cauchy ਕਿਦਾਂ ਵੇਖਣੀ ਆਪਾਂ, ਉਹਨੂੰ ਕਨਵਰਜੈਂਟ ਵੇਖ ਲਓ। ਕਨਵਰਜੈਂਟ ਇਹਨਾਂ ਚ ਕਿਹੜੀ ਆਪਸ਼ਨ ਸੀ ਕਨਵਰਜੈਂਟ ਹੈ ਨਾ, ਲਿਮਿਟ n ਟੈਂਡਿੰਗ ਟੂ ਇਨਫਿਨਿਟੀ of 1 + 1/n² ਕਿੰਨੇ ਆ ਜੀ 1। ਸੋ ਇਹ ਕੀ ਹੈ ਜੀ ਕਨਵਰਜੈਂਟ ਹੈ। ਆਪਸ਼ਨ ਸੀ ਇਜ਼ Cauchy। ਆਪਸ਼ਨ ਏ ਤੇ ਕਨਵਰਜੈਂਟ ਨਹੀਂ ਹੈ ਨਾ, ਕਿਉਂਕਿ ਇਹਦੇ ਦੋ ਕਲਸਟਰ ਪੁਆਇੰਟ ਨੇ 1 ਤੇ -1। ਆਪਾਂ ਨੂੰ ਪਤਾ ਦੋ ਕਲਸਟਰ ਪੁਆਇੰਟਾਂ ਦੇ ਸੀਕੁਐਂਸ ਜਿਹੜੀ ਆ ਕਨਵਰਜੈਂਟ ਨਹੀਂ ਹੁੰਦੀ। ਆਪਸ਼ਨ ਏ ਵੀ ਨਹੀਂ ਹੈਗੀ। ਆਪਸ਼ਨ ਬੀ ਵੇਖੋ, ਇਹਦੇ ਵੀ ਦੋ ਕਲਸਟਰ ਪੁਆਇੰਟ ਨੇ। ਆਡ ਵਾਸਤੇ ਆਪਣੇ ਕੋਲ ਕਿਹੜੀ ਸੀਕੁਐਂਸ ਬਣਦੀ 1/n, ਈਵਨ ਵਾਸਤੇ ਬਣਦੀ 1 + 1/n। ਇੱਕ ਇਧਰੋਂ ਲਿਮਿਟ ਕਿੰਨੀ ਆਈ 0, ਇਧਰੋਂ ਲਿਮਿਟ ਆਈ ਕਿੰਨੀ ਆਈ 1। ਸੋ ਦੋ ਕਲਸਟਰ ਪੁਆਇੰਟ ਨੇ ਅਲੱਗ-ਅਲੱਗ 0 ਤੇ 1। ਸੋ ਇਹ ਵੀ ਕਨਵਰਜੈਂਟ ਨਹੀਂ ਹੈਗੀ, ਠੀਕ ਹੈ ਜੀ। ਸਰ 1/n ਕੋਸ਼ਿਸ਼ ਸੀਕੁਐਂਸ ਹੈਗੇ ਜਾਂ ਨਹੀਂ? 1/n ਕਨਵਰਜੈਂਟ ਹੈਗੀ ਕਿ ਨਹੀਂ? ਸਰ ਕਨਵਰਜੈਂਟ ਤਾਂ ਹੈਗੇ, 0 ਨੂੰ ਕਨਵਰਟ ਕਰ ਰਹੀ ਹੈ। ਫਿਰ Cauchy ਵੀ ਹੈਗੀ ਹੈ ਜੀ, ਠੀਕ ਹੈ ਜੀ। ਓਕੇ ਸਰ, ਬੁੱਕ ਚ ਕਿਤੇ ਲਿਖਿਆ ਵੀ ਡਸ ਨੋ ਕੋਸ਼ਿਸ਼ ਨਹੀਂ ਹੈਗੀ। ਮੈਂ ਕੱਲ ਡਾਊਟ ਦੇਖ ਕੇ ਦੱਸ ਦੂੰਗੀ ਇੱਕ ਵਾਰੀ। ਮੈਮ ਰੀਅਲਸ ਦੇ ਵਿੱਚ ਜਿਹੜੀ ਐਵਰੀ Cauchy ਇਜ਼ ਕਨਵਰਜੈਂਟ, ਜੇ ਤੁਸੀਂ ਇਹਦੇ A ਸੈੱਟ ਦੇ ਵਿੱਚ ਗੱਲ ਕਰ ਰਹੇ ਹੋ 1/n ਦੀ, ਠੀਕ ਹੈ। 1/n Cauchy ਹੈਗੀ ਆ ਪਰ ਕਨਵਰਜੈਂਟ ਨਹੀਂ ਹੈਗੀ, ਇਹਦੀ ਲਿਮਿਟ ਜਿਹੜੀ ਆ ਉਹ 0 ਇਹਦੇ ਵਿੱਚ ਐਗਜ਼ਿਸਟ, ਇਹਦੇ ਅੰਦਰ ਨਹੀਂ ਹੈਗੀ, ਠੀਕ ਹੈ ਜੀ। ਓਕੇ ਸਰ। ਠੀਕ, ਉਹ ਡਿਪੈਂਡ ਕਰਦਾ ਸੈੱਟ ਦੇ ਉੱਪਰ। ਪਰ ਆਪਣਾ ਜਿਹੜਾ ਸਵਾਲ ਪੇਪਰ ਸੈੱਟ ਦੇ ਉੱਪਰ ਬੇਸਡ ਕੁਝ ਨਹੀਂ ਹੁੰਦਾ, ਉਹ ਰੀਅਲਸ ਦੀ ਵਿੱਚ ਪੁੱਛਦਾ ਹੈ, ਠੀਕ ਹੈ। ਉੱਥੇ ਤੁਸੀਂ ਇੱਕੋ ਗੱਲ ਯਾਦ ਰੱਖਣੀ, Cauchy and only ਕਨਵਰਜੈਂਟ, ਠੀਕ ਹੈ ਜੀ। ਯੈਸ ਸਰ।
which of the following statement is always true? ठीक है, every Cauchy is convergent in Q, नहीं जी, every Cauchy convergent in Q complement, no, every bounded sequence is convergent in R, ना, convergent sequence bounded ਹੁੰਦੀ है लेकिन bounded convergent नहीं ਹੁੰਦੀ। example ਆਪਣੇ ਕੋਲ ਇਹ ਪਈ ਹੈ ਜੀ option A, ਇਹ bounded sequence ਹੈ ਦੀ terms 1 -1 1 -1 1 ਤੋਂ ਬਾਹਰ ਨਹੀਂ ਜਾਂਦੀਆਂ, -1 ਤੋਂ ਬਾਹਰ ਨਹੀਂ ਜਾਂਦੀਆਂ, ਸੋ bounded ਹੈਗੀ ਹੈ ਪਰ convergent ਇਹ ਨਹੀਂ ਹੈਗੀ। option D is every Cauchy sequence is convergent in R, ਇਹ ਆਪਾਂ ਕੱਲ ਲਿਖਿਆ ਹੈ। A sequence is Cauchy if and only if convergent in R, ਠੀਕ ਹੈ, R ਚ Cauchy convergent ਹੁੰਦੀ ਆ ਤੇ convergent Cauchy ਹੁੰਦੀ ਆ। ਅਗਰ Cauchy convergent ਵਾਲਾ ਰਿਜ਼ਲਟ ਪੁੱਛਿਆ ਹੋਏ ਜਾਂ ਲੀਸਟ ਅਪਰ ਬਾਉਂਡ ਪ੍ਰੋਪਰਟੀ ਵਾਲਾ ਕੁਐਸਚਨ ਪੁੱਛਿਆ ਹੋਵੇ, ਸੇਮ ਹੁੰਦੇ ਆ ਜੀ ਇਹ, ਠੀਕ ਹੈ ਜੀ। ਅਗਰ ਹਰੇਕ Cauchy sequence convergent ਹੈ ਤਾਂ ਲੀਸਟ ਅਪਰ ਬਾਉਂਡ ਪ੍ਰੋਪਰਟੀ ਵੀ ਹੋਲਡ ਕਰਦੀ ਆ, ਲੀਸਟ ਅਪਰ ਬਾਉਂਡ ਪ੍ਰੋਪਰਟੀ ਹੋਲਡ ਕਰਦੀ ਹੋਵੇ Cauchy convergent ਵੀ ਹੁੰਦੀ ਆ, ਦੋਵੇਂ ਦੀ ਸੇਮ ਚੀਜ਼ ਹੈ, ਉਹਨਾਂ ਚੋਂ ਕੋਈ ਚੱਕ ਕਰ ਲਓ। ਆਪਾਂ ਨੂੰ ਪਤਾ ਇਹਦੇ ਕੋਲ ਲੀਸਟ ਅਪਰ ਬਾਉਂਡ ਪ੍ਰੋਪਰਟੀ ਨਹੀਂ ਹੈਗੀ, ਇਹਦੇ ਕੋਲ ਵੀ ਨਹੀਂ ਹੈਗੀ ਲੀਸਟ ਅਪਰ ਬਾਉਂਡ ਪ੍ਰੋਪਰਟੀ, ਸੋ ਇੱਥੇ Cauchy convergent ਵੀ ਨਹੀਂ ਹੋਣੀ। ਜਿੱਥੇ ਲੀਸਟ ਅਪਰ ਬਾਉਂਡ ਪ੍ਰੋਪਰਟੀ ਹੁੰਦੀ ਆ ਉੱਥੇ ਹੀ Cauchy convergent ਹੁੰਦੀ ਆ, ਤੁਸੀਂ ਇਦਾਂ ਵੀ ਕਰ ਸਕਦੇ ਹੋ, ਠੀਕ ਹੈ, ਪੁਰਾਣੇ ਨਾਲ ਰਿਲੇਟ ਕਰਕੇ, ਠੀਕ। which of the following is finitely oscillatory sequence, ਠੀਕ ਹੈ, ਧਿਆਨ ਨਾਲ ਵੇਖੋ, ਥੋੜਾ ਜਿਹਾ ਤੁਸੀਂ ਕਨਫਿਊਜ਼ ਹੋ ਗਏ ਇਹਦੇ ਵਿੱਚ, ਇਹਨਾਂ ਚ oscillatory ABC ਤਾਂ ਨਹੀਂ ਹੈਗੀਆਂ, ਠੀਕ ਹੈ, ਇਹ ਤੇ oscillatory ਨਹੀਂ ਹੈਗੀਆਂ, ਇੱਕੋ ਆਪਸ਼ਨ ਬਚਦੀ ਆ, ਠੀਕ ਹੈ। ਮੈਂ ਫਿਲਹਾਲ ਨਹੀਂ ਕਹਿ ਰਿਹਾ oscillatory ਹੈ ਕਿ ਨਹੀਂ ਹੈਗੀ, ਕੱਲ ਆਪਾਂ ਲਿਖਿਆ ਸੀਗਾ oscillatory sequence ਉਹ ਹੁੰਦੀ ਆ ਜਿਹੜੀ ਨਾ ਦੇ ਕਨਵਰਜੈਂਟ ਹੋਏ ਨਾ ਡਾਇਵਰਜੈਂਟ ਹੋਏ, ਪਰ ਇਹਦੇ ਕਨਵਰਜੈਂਟ ਹੈਗੀ ਆ, ਹੈ ਨਾ। ਸੋ ਪਰ ਫਿਰ ਵੀ ਇਹਨੇ ਕੁਐਸਚਨ ਚ ਪੁੱਛ ਲਿਆ ਕਿਹੜੀ oscillatory ਆ। ਇੱਥੇ ਦਾ oscillatory ਦਾ ਮਤਲਬ ਆ ਕਿ ਮਤਲਬ ਟਰਮਸ oscillate ਕਰ ਰਹੀਆਂ ਉੱਪਰ ਥੱਲੇ ਇਦਾਂ ਕਰਕੇ ਨਾ, ਦੋ ਟਰਮਸ ਫਲਕਚੁਏਟ ਕਰ ਰਹੀਆਂ ਨੇ ਤੇ ਫਾਈਨਾਈਟਲੀ ਕਰ ਰਹੀਆਂ ਨੇ, ਸੋ ਇਹਨੂੰ ਆਪਾਂ ਇਹਨੂੰ oscillatory ਫਾਈਨਾਈਟਲੀ ਲਾ ਦੇਵਾਂਗੇ, ਆਪਾਂ ਇਹਨੂੰ ਛੱਡ ਕੇ ਨਹੀਂ ਆਉਣਾ, ਠੀਕ ਹੈ ਜੀ। ਕਿਉਂਕਿ ਕੱਲ ਆਪਾਂ ਜੋ ਡੈਫੀਨੇਸ਼ਨ ਕੀਤੀ ਉੱਥੇ ਆਪਾਂ ਇਹਨੂੰ ਜਿਹੜੀ ਨਾ ਇਹਨੂੰ ਕਨਵਰਜੈਂਟ ਲਿਖਿਆ ਸੀ ਦਿਸ ਇਜ਼ ਕਨਵਰਜੈਂਟ, ਪਰ ਇੱਥੇ ਦਾ oscillatory ਦਾ ਮਤਲਬ ਹੋਇਆ ਕਿ ਜਿਹੜੀ ਫਲਕਚੁਏਟ ਟਰਮਸ ਫਲਕਚੁਏਟ ਕਰ ਰਹੀਆਂ ਨੇ, ਆਪਸ਼ਨ ਡੀ ਆਪਾਂ ਆਨਸਰ ਲਾਵਾਂਗੇ, ਠੀਕ ਹੈ ਜੀ। ਕੁਐਸਚਨ ਨੰਬਰ 5, ਐਵਰੀ Cauchy ਫਾਈਨਾਈਟ ਦਾ ਮਤਲਬ ਇਹ ਕਿ ਜਿਹੜੇ ਟਰਮਸ ਇਨਫਿਨਿਟ, ਜਿਵੇਂ -1 ਦੀ ਪਾਵਰ n into n ਹੋਵੇ ਨਾ, ਟਰਮਸ ਇਨਫਿਨਿਟ ਨੂੰ ਵੀ ਜਾਣ ਲੱਗ ਪੈਂਦੀਆਂ ਨੇ ਨਾ। ਪਹਿਲਾਂ ਕਿੰਨਾ ਆਇਆ ਆਪਣੇ ਕੋਲ -1 ਹੁੰਦਾ ਹੈ, ਫਿਰ 2 ਹੁੰਦਾ ਹੈ, ਫਿਰ -3 ਹੁੰਦਾ ਹੈ, 4 ਹੁੰਦਾ ਹੈ, ਪਹਿਲਾਂ 2 ਆਇਆ, 4 ਆਇਆ, ਫਿਰ ਅੱਗੇ 6 ਆਉਣਾ, ਟਰਮਸ ਵੱਧਦੀਆਂ ਜਾਂਦੀਆਂ ਨੇ ਇਨਫਿਨਿਟਲੀ, ਹੈਨਾ, ਦੈਟਸ ਵਾਈ ਉਹ ਇਨਫਿਨਿਟਲੀ oscillatory ਹੁੰਦੀ ਆ। ਇੱਥੇ ਟਰਮਸ ਵੱਧਦੀਆਂ ਨਹੀਂ ਆ, ਟਰਮਸ ਇੱਕ ਫਿਕਸਡ ਇੰਟਰਵਲ ਦੇ ਵਿੱਚ ਰਹਿੰਦੀਆਂ ਨੇ, ਦੈਟਸ ਵਾਈ ਦਿਸ ਇਜ਼ finitely oscillatory, ਠੀਕ ਹੈ ਜੀ, ਓਕੇ ਠੀਕ ਹੈ ਜੀ, ਠੀਕ ਹੈ, ਮਤਲਬ ਬਾਉਂਡਡ ਆ, oscillatory ਤੇ ਉਹ finitely oscillatory ਹੋ ਜਾਂਦੀ ਹੈ। Question number 5, every Cauchy sequence in real has, Cauchy sequence ਹੈ ਤੇ convergent ਹੋਊਗੀ, convergent ਦਾ ਮਤਲਬ equal limit point, so exactly one limit point, question solve ਕਰਨ ਵਾਲਾ ਕੁਝ ਨਹੀਂ ਹੈਗਾ, ਠੀਕ ਹੈ ਜੀ, easy। Cauchy sequence ਤੇ convergent ਆ ਤੇ ਆਪਾਂ ਨੂੰ ਪਤਾ convergent ਵਿੱਚ ਇੱਕੋ ਲਿਮਿਟ ਹੁੰਦੀ ਹੈ ਜੀ, ਇੱਕੋ ਲਿਮਿਟ ਪੁਆਇੰਟ ਹੁੰਦਾ ਹੈ, so exactly one limit point। Question number 6, the sequence is unbounded, bounded below, bounded above or bounded, ਇਹ ਪੁੱਛਿਆ ਨੇ। ਸੀਕੁਐਂਸ ਦੀ ਲਿਮਿਟ ਕੱਢ ਕੇ ਵੇਖੋ ਜੀ, ਕੁਝ ਨਹੀਂ ਬਾਉਂਡਡ ਬਾਉਂਡਡ ਨਹੀਂ ਚੈੱਕ ਕਰਨਾ, ਪਰ ਲਿਮਿਟ ਕੱਢੋ। ਲਿਮਿਟ ਕਿੰਨੀ ਆ ਗਈ ਜੀ ਆਪਣੇ ਕੋਲ? ਹਾਂਜੀ 2 ਆ ਗਈ, ਯੈਸ ਸਰ 2 ਲਿਮਿਟ 2 ਆ ਗਈ। ਆਪਾਂ ਨੂੰ ਪਤਾ ਸੀਕੁਐਂਸ ਕਨਵਰਜੈਂਟ ਹੈ ਤੇ ਕਨਵਰਜੈਂਟ ਸੀਕੁਐਂਸ ਹਮੇਸ਼ਾ ਕੀ ਹੁੰਦੀ ਆ? ਬਾਉਂਡਡ। ਆਪਸ਼ਨ ਡੀ। ਆਪਸ਼ਨ ਬੀ ਤੇ ਸੀ ਨਹੀਂ ਹੈਗੀ ਕਿ ਆਪਸ਼ਨ ਬੀ ਕਹਿੰਦਾ ਓਨਲੀ ਬਾਉਂਡਡ ਬਿਲੋ, ਆਪਸ਼ਨ ਸੀ ਕਹਿੰਦਾ ਓਨਲੀ ਬਾਉਂਡਡ ਅਬਵ, ਇਹ ਨਹੀਂ ਹੋਏਗਾ, ਠੀਕ ਹੈ ਜੀ, ਆਪਸ਼ਨ ਡੀ। ਕੁਐਸਚਨ ਨੰਬਰ 7 ਹੋ ਜਾਏਗਾ ਜੀ, ਮੈਂ ਨਹੀਂ ਛੱਡਦੇ ਇਹਨੂੰ, ਉੱਪਰ ਸਿਗਮਾ n ਸਕੁਅਰ ਹੈ, ਨੀਚੇ ਸਿਗਮਾ, ਬਣ ਰਿਹਾ, ਹਾਂ ਡੀ ਬਣ ਰਿਹਾ ਜੀ, ਡੀ ਬਣ ਰਿਹਾ ਦਾ, ਠੀਕ ਹੈ, ਡੀ ਬਣ ਰਿਹਾ, ਠੀਕ ਹੈ ਜੀ, ਹੋ ਜਾਏਗਾ ਫਿਰ ਸਭ ਦਾ ਹੋ ਜਾਏਗਾ। 7th ਕੁਐਸਚਨ। ਕੁਐਸਚਨ ਨੰਬਰ 8 ਕਹਿੰਦਾ an ਜਿਹੜੀ a ਨੂੰ ਕਨਵਰਜ ਕਰਦੀ ਹੈ, ਦੈਨ ਮੋਡ an ਕਿਹਨੂੰ ਕਨਵਰਜ ਕਰੇਗੀ ਜੀ? ਮੋਡ an ਕਿਹਨੂੰ ਕਨਵਰਜ ਕਰੇਗੀ ਪੁੱਛਿਆ ਨੇ। ਵੈਸੇ ਜਿਹੜੀ ਰਿਜ਼ਲਟ ਹੁੰਦਾ ਆਪਣੇ ਕੋਲ, ਅਗਰ an ਜਿਹੜਾ a ਨੂੰ ਕਨਵਰਜ ਕਰੇ ਤੇ ਮੋਡ an ਜਿਹੜਾ ਹੈ ਉਹ ਮੋਡ a ਨੂੰ ਕਨਵਰਜ ਕਰਦਾ ਹੈ, ਪਰ ਆਪਣੇ ਕੋਲ ਰਿਜ਼ਲਟ ਨਹੀਂ ਯਾਦ ਫਿਰ ਵੀ ਕੁਐਸਚਨ ਹੋ ਜਾਏਗਾ ਜੀ। ਵੇਖੋ ਇੱਕ ਸੀਕੁਐਂਸ ਲੈ ਲਓ an, ਕੀ ਹੈ ਜੀ? -1, ਜਿਹੜੀਆਂ ਸਾਈਨ ਟਰਮਸ ਕੀ ਆ -1, ਠੀਕ ਹੈ ਜੀ, ਇਹ ਕਿਹਨੂੰ ਕਨਵਰਜ ਕਰਦੀ ਹੈ? ਇਹ -1 ਨੂੰ ਕਨਵਰਜ ਕਰਦੀ ਹੈ। ਇਹਦਾ ਮੋਡ ਕਰਾਂਗੇ ਆਪਣੇ ਕਿੰਨਾ ਆ ਜਾਏਗਾ ਜੀ? 1, ਮਤਲਬ ਸਾਈਨ ਟਰਮਸ 1 ਇਹ ਕਿਹਨੂੰ ਕਨਵਰਜ ਕਰੇਗੀ? 1 ਨੂੰ ਕਨਵਰਜ ਕਰਦੀ ਹੈ। ਹੁਣ ਆਪਸ਼ਨ A ਕਹਿੰਦੀ ਆ ਮੋਡ an ਕਨਵਰਜਸ ਟੂ a, ਇਹ ਆਪਣਾ ਕਿੰਨਾ ਇੱਥੇ -1, ਇਹ ਤਾਂ ਗਲਤ ਹੋ ਗਈ, 1 ਨੂੰ ਕਨਵਰਜ ਕਰਦੀ, ਆਪਸ਼ਨ A ਕੈਂਸਲ। ਆਪਸ਼ਨ B ਕਹਿੰਦੀ ਮੋਡ an ਕਨਵਰਜਸ ਟੂ ਮੋਡ a, ਇਹ ਸਹੀ ਬਣਦੀ ਪਈ ਫਿਲਹਾਲ ਜੀ। ਆਪਸ਼ਨ C ਕਹਿੰਦੀ ਮੋਡ an ਡਿਵਰਜਸ, ਨਾ ਜੀ ਮੋਡ an 1 ਨੂੰ ਕਨਵਰਜ ਕਰ ਰਹੀ, ਆਪਸ਼ਨ C ਵੀ ਕੈਂਸਲ ਹੋ ਗਈ। ਆਪਸ਼ਨ D ਕਹਿੰਦੀ ਮੋਡ an ਕਨਵਰਜਸ ਟੂ ਰੂਟ a, ਪਰ ਰੂਟ a ਤੇ ਹੈ ਕੀ ਆਪਣਾ ਆਇਓਟਾ, ਉਹਨੂੰ ਕਨਵਰਜ ਉਹਨੂੰ ਵੀ ਨਹੀਂ ਕਰਦੀ, ਸੋ ਵੀ ਕੈਂਸਲ ਹੋ ਗਿਆ। ਆਪਸ਼ਨ B ਇਜ਼ ਰਾਈਟ ਆਨਸਰ, ਠੀਕ ਹੈ ਜੀ। ਯੈਸ ਸਰ। ਐਗਜ਼ਾਮਪਲ ਨਾਲ ਸਵਾਲ ਹੋ ਜਾਂਦਾ ਕਿ ਨਾ ਵੀ ਪਤਾ ਹੋਏ ਆਪਣੇ ਕੋਲ। ਦ ਸੀਕੁਐਂਸ ਕਹਿੰਦਾ ਡਿਕਰੀਜ਼ਿੰਗ ਹੈ, ਡਿਕਰੀਜ਼ਿੰਗ ਕਿਦਾਂ ਜੀ? ਪਹਿਲਾਂ 2 3 1 ਹੋਇਆ, ਫਿਰ ਅੱਗੇ 1 2 3, ਫਿਰ ਵਿੱਚ ਇੰਕਰੀਜ਼ ਕਰਨ ਲੱਗੀ ਇਹਨੇ,
ਇੱਥੇ ਇਹਨੇ ਸੱਚ ਇੰਕਰੀਜ਼ ਕੀਤੀ ਹੈ ਨਾ ਸੀਕੁਐਂਸ, ਸੋ ਡਿਕਰੀਜ਼ਿੰਗ ਤੇ ਨਹੀਂ ਹੈਗੀ। ਇਹਨੇ ਸੱਚ ਡਿਕਰੀਜ਼ ਕੀਤੀ ਹੈ, ਸੋ ਇੰਕਰੀਜ਼ਿੰਗ ਵੀ ਨਹੀਂ ਹੈਗੀ। ਮੋਨੋਟੋਨ ਕੀ ਹੁੰਦੀ, ਜਾਂ ਇੰਕਰੀਜ਼ਿੰਗ ਹੋਵੇ ਜਾਂ ਡਿਕਰੀਜ਼ਿੰਗ ਹੋਵੇ, ਮਤਲਬ ਨਾ ਤੇ ਇੰਕਰੀਜ਼ਿੰਗ ਹੈ ਨਾ ਡਿਕਰੀਜ਼ਿੰਗ ਹੈ, ਫਿਰ ਮੋਨੋਟੋਨ ਵੀ ਨਹੀਂ ਹੈਗੀ। ਸੋ ਆਪਸ਼ਨ ਡੀ। ਠੀਕ ਹੈ ਜੀ। ਕੁਐਸਚਨ ਨੰਬਰ 10 ਵੇਖੋ, n is equal to -1 ਦੀ ਪਾਵਰ m plus -2 ਦੀ ਪਾਵਰ n। n ਕਹਿੰਦਾ m plus 1 ਹੈ, ਤੁਹਾਨੂੰ ਲਿਖ ਲਓ ਪਹਿਲਾਂ m plus 1, ਇਹ ਬਣ ਗਿਆ -1 ਦੀ ਪਾਵਰ m। ਠੀਕ ਹੈ, n ਦੀ n ਚ ਕਰ ਲਓ ਤੁਸੀਂ ਕਰਨਾ, ਤੇ ਬਣ ਗਿਆ ਆਪਣੇ ਕੋਲ an is equal to m ਦੀ ਵੈਲਿਊ ਪੁੱਟ ਕੀਤੀ n -1 ਆ ਗਿਆ, ਤੇ ਪਲੱਸ -2 ਦੀ ਪਾਵਰ ਆ ਗਿਆ n। ਠੀਕ ਹੈ, ਦੇਖੋ a1 ਕਿੰਨਾ ਹੋਊਗਾ ਜੀ ਆਪਣੇ ਕੋਲ, 1 ਪੁੱਟ ਕੀਤਾ, ਇੱਥੇ ਕਿੰਨਾ ਆ ਗਿਆ 1 -1 0 1 -2 -1 ਆ ਗਿਆ a1। a2 ਕਿੰਨਾ ਆ ਗਿਆ, ਹਾਂਜੀ a2 ਕਿੰਨਾ ਹੈ ਆਪਣੇ ਕੋਲ 2 - 1 1, ਇੱਥੇ ਆ ਗਿਆ -1 3 ਸਰ। ਹਾਂਜੀ ਕਿੰਨਾ ਆ ਗਿਆ ਜੀ, -2 ਦੀ ਪਾਵਰ ਕਿੰਨਾ ਆ ਗਿਆ ਜੀ 4 - 1 3 ਆ ਗਿਆ। a ਦੀ 3 ਕੱਢੋ, ਇੱਥੇ ਕਿੰਨਾ ਆ ਗਿਆ 3 - 1, ਹਾਂਜੀ 3 - 1 ਕਿੰਨਾ ਹੋ ਗਿਆ 2, ਇੱਥੇ ਹੋ ਗਿਆ 1, ਅੱਗੇ ਕਿੰਨਾ ਹੋ ਗਿਆ ਜੀ ਆਪਣੇ ਕੋਲ 3 ਪੁੱਟ ਕੀਤਾ -8 ਕਿੰਨਾ ਹੋ ਗਿਆ ਜੀ -7 a4। ਠੀਕ ਹੈ ਇਦਾਂ ਹੀ। ਆਪਸ਼ਨ ਇਹ ਕਹਿੰਦਾ an is bounded sequence, bounded ਤਾਂ ਨਹੀਂ ਨਾ ਲੱਗ ਰਹੀ, ਪਹਿਲਾਂ -1 ਆਇਆ 3 ਆਇਆ ਫਿਰ -7 ਆਇਆ, ਵੱਧਦੀ ਜਾਂਦੀ ਹੈ ਨਾ, ਬਾਉਂਡਡ ਤਾਂ ਨਹੀਂ ਹੈਗੀ ਇਹ। ਠੀਕ ਹੈ, ਤੇ ਕਨਵਰਜੈਂਟ ਵੀ ਨਹੀਂ ਹੈਗੀ, ਕਿ ਵੱਧਦੀ ਜਾਂਦੀ ਬਾਉਂਡਡ ਤੇ ਹੈਗੀ, ਤੇ ਕਨਵਰਜੈਂਟ ਕਿੱਥੋਂ ਹੋਣੀ ਹੈ। ਆਪਸ਼ਨ ਇਹ ਕਹਿੰਦੀ oscillate finitely, ਨਾ ਜੀ finitely ਵੀ ਨਹੀਂ ਕਰ ਰਹੀ, ਵੱਧਦੀ ਜਾ ਰਹੀ ਹੈ। ਆਪਸ਼ਨ ਡੀ ਕਹਿੰਦੀ oscillate infinitely, ਆਪਸ਼ਨ ਡੀ ਆਂਸਰ ਹੋ ਗਿਆ। ਠੀਕ ਹੈ ਜੀ, ਯੈਸ ਹੋਰ ਟਰਮਸ ਲਿਖ ਕੇ ਵਿਖਾਵਾਂ ਤਾਂ ਇਨਫ ਹੈ ਨਾ। ਟਰਮਸ ਅਗਰ ਫਾਈਨਾਈਟਲੀ ਆ ਜਾ ਰਹੀਆਂ ਹੁੰਦੀਆਂ, ਇੱਕ ਅਮਾਉਂਟ ਇੰਟਰਵਲ ਦੇ ਅੰਦਰ ਰਹਿ ਕੇ oscillate ਕਰ ਰਹੀਆਂ ਹੁੰਦੀਆਂ, ਫਿਰ ਆਪਾਂ ਇਹਨੂੰ oscillate finitely ਕਹਿਣਾ ਸੀ। ਪਰ ਇੰਟਰਵਲ ਤੋਂ ਬਾਹਰ ਜਾ ਰਹੀਆਂ ਨੇ, ਵੱਧਦੀਆਂ ਜਾਏਗੀਆਂ, ਪਹਿਲਾਂ -1 ਆਇਆ ਫਿਰ 3 ਆਇਆ ਫਿਰ -7 ਆਇਆ, ਫਿਰ ਇੱਧਰ ਵੇਖੋ ਵੀ ਹੋਰ ਵੱਡਾ ਆਏਗਾ। ਠੀਕ ਹੈ ਜੀ, ਓਕੇ ਜੀ। ਯੈਸ ਸਰ। 11th number of subsequences of any sequence, infinitely many ਜੀ। ਜਿਵੇਂ ਕੋਈ ਸੀਕੁਐਂਸ ਤੁਹਾਡੇ ਕੋਲ a 1 2 3 4, ਜਿੰਨੇ 1 ਤੋਂ ਸ਼ੁਰੂ ਕਰ ਲਿਆ ਇੱਕ ਉਹ ਬਣ ਗਈ, 2 ਤੋਂ ਸ਼ੁਰੂ ਕਰ ਲਿਆ ਇੱਕ ਹੋਰ ਬਣ ਜਾਣੀ, 3 ਤੋਂ ਸ਼ੁਰੂ ਕਰ ਲਓ ਹੋਰ ਬਣ ਜਾਣੀ, 4 ਤੋਂ ਸ਼ੁਰੂ ਕਰੋ ਇੱਕ ਹੋਰ ਬਣ ਜਾਣੀ। ਜਿੰਨੇ ਨੰਬਰ ਤੋਂ ਸ਼ੁਰੂ ਬਣਗੇ ਉਹ ਕਰੋਗੇ ਉਨੀਆਂ ਬਣਦੀਆਂ ਜਾਣੀਆਂ। ਇਨਫਿਨਿਟਲੀ ਮੈਨੀ ਜੀ, ਹੈ ਨਾ, ਜਿੰਨੇ ਮਰਜ਼ੀ ਬਣਾਉਂਦੇ ਆ ਸਬ ਸੀਕੁਐਂਸ ਤੇ, ਬਸ ਇੱਕੋ ਤਰੀਕਾ ਕਿ ਇੱਕ ਪੁਆਇੰਟ ਤੋਂ ਸ਼ੁਰੂ ਹੋ ਕੇ ਵਾਪਸ ਨਹੀਂ ਮੁੜ ਕੇ ਆਉਣਾ ਆਪਾਂ, ਬਸ ਇੰਨਾ ਤਰੀਕਾ ਆਪਣੇ ਕੋਲ ਸਬ ਸੀਕੁਐਂਸ ਬਣਾਉਣ ਦਾ। ਸੋ ਇਨਫਿਨਿਟਲੀ ਮੈਨੀ। Question number 12, if a sequence converges to L, then any subsequence of this, ਆਪਾਂ ਲਿਖਿਆ ਹੈ ਅਗਰ ਸੀਕੁਐਂਸ ਕਨਵਰਜੈਂਟ ਹੋਵੇ ਉਹਦੀ ਸਬ ਸੀਕੁਐਂਸਿਸ ਸਾਰੀਆਂ ਇੱਕੋ ਪੁਆਇੰਟ ਨੂੰ ਕਨਵਰਜ ਕਰਦੀਆਂ ਨੇ, ਕਿੰਨੂੰ, ਜਿਹੜੀ ਸੀਕੁਐਂਸ ਦੀ ਲਿਮਿਟ ਹੋਵੇ, so will converge to L। C। 13, which of the following is not a subsequence? ਸਬ ਸੀਕੁਐਂਸ ਦਾ ਇੱਕੋ ਤਰੀਕਾ ਆਪਣੇ ਕੋਲ ਜੀ, ਇੱਕ ਵਾਰੀ ਗਾਂ ਤੁਰ ਗਏ ਪਿੱਛੇ ਨਹੀਂ ਮੁੜ ਕੇ ਆਉਣਾ ਆਪਾਂ। ਇੱਥੇ ਵੇਖੋ ਕਿੱਦਾਂ ਖਿੱਚ ਹੋਇਆ, ਪਹਿਲਾਂ ਨੇ 1 ਚੂਜ਼ ਕੀਤਾ, ਫਿਰ ਉਹਨੇ 5 ਚੂਜ਼ ਕੀਤਾ, ਫਿਰ 2 ਚੂਜ਼ ਕਰ ਲਿਆ, ਪਿੱਛੇ ਮੁੜ ਕੇ ਆ ਗਏ ਉਹਨੇ। ਠੀਕ ਹੈ, 2 ਚੂਜ਼ ਕਰ ਲਿਆ, ਪਿੱਛੇ ਮੁੜ ਕੇ ਆ ਗਏ, ਸੋ ਇਹ ਨਹੀਂ ਸਬ ਸੀਕੁਐਂਸ ਬਣ ਸਕਦੀ। ਠੀਕ ਹੈ ਜੀ, ਆਪਣਾ ਕਿ ਦੋ ਸਬ ਸੀਕੁਐਂਸ ਬਣਾਉਣ ਜਾਂਦੇ ਆ, ਸਬ ਸੀਕੁਐਂਸ ਬਣਾਉਣ ਲੱਗੇ ਜਿੱਥੋਂ ਇੱਕ ਵਾਰੀ ਸ਼ੁਰੂ ਹੋ ਗਿਆ ਜਿੱਥੋਂ ਮਰਜ਼ੀ ਸ਼ੁਰੂ ਹੋ ਜਾਓ, ਬਸ ਵਾਪਸ ਨਹੀਂ ਮੁੜ ਕੇ ਆਉਣਾ, ਉਤੋਂ ਅਗਲੀ ਟਰਮ ਹੀ ਚੁੱਕਣੀ ਆਪਾਂ ਨੈਕਸਟ ਟਰਮ ਬਣਾਉਣ ਲੱਗਿਆ। ਠੀਕ। ਕੁਐਸਚਨ ਨੰਬਰ 14, ਇਹ ਸਵਾਲ ਪੇਪਰ 'ਚ ਆਇਆ ਹੋਇਆ ਜੀ, ਬਟ ਯੂਨੀਫਾਰਮ ਕਨਵਰਜੈਂਸ ਲਈ ਆਇਆ ਆ, ਜਦੋਂ ਦੇਖਦੇ ਹਾਂ ਆਪਾਂ, ਇੱਥੇ ਸਿਰਫ ਕਨਵਰਜੈਂਸ ਲਈ ਪੁੱਛਿਆ ਹੋਇਆ। ਸੀਕੁਐਂਸ ਦਿਸ n square x ਦੀ ਪਾਵਰ n। ਠੀਕ ਹੈ ਜੀ, ਕਹਿੰਦਾ x ਆਪਣਾ ਇਸ ਇੰਟਰਵਲ 'ਚ -α to α। ਠੀਕ ਹੈ ਜੀ, then ਕਹਿੰਦਾ ਕਨਵਰਜੈਂਟ ਉਦੋਂ ਕਦੋਂ ਹੋਗੀ, ਜਦੋਂ ਆਪਣਾ ਅਲਫਾ ਕਿਹਦੇ 'ਚ ਲਾਈ ਕਰੇ ਉਦੋਂ। ਆਪਸ਼ਨ ਏ ਵੇਖੋ, ਆਪਸ਼ਨ ਡੀ ਵੇਖੋ ਤੁਸੀਂ ਪਹਿਲਾਂ, ਚਲੋ ਕਹਿੰਦਾ ਅਲਫਾ ਜਿਹੜਾ 2 ਤੋਂ 3 ਚ ਲਾਈ ਕਰਦਾ, ਮੰਨ ਲਓ ਅਲਫਾ ਆਪਣਾ ਕਿੰਨਾ 2.5, ਸੋ ਆਪਣਾ ਇੰਟਰਵਲ ਕੀ ਬਣੇਗਾ, ਇਹ ਇੰਟਰਵਲ ਆਪਣਾ ਬਣ ਜਾਏਗਾ x belongs to -2.5 to 2.5। ਹੁਣ ਇਹਦੇ ਵਿੱਚ ਵੇਖੋ ਆਪਣਾ ਕਿੰਨਾ ਆ ਰਿਹਾ ਜੀ, 1 ਆ ਰਿਹਾ ਨਾ ਇਹਦੇ ਵਿੱਚ, ਹੈ ਨਾ, ਤਾਂ 1 ਇੱਥੇ ਪੁੱਟ ਕਰੋ ਜ਼ਰਾ x ਦੀ ਜਗ੍ਹਾ ਤੇ, ਆਪਣੇ ਕੋਲ ਸੀਕੁਐਂਸ ਕਿੰਨੀ ਬਣ ਜਾਣੀ n ਸਕੁਅਰ ਥੋੜੀ ਕਨਵਰਜੈਂਟ ਹੁੰਦੀ ਹੈ। ਮੈਂ ਕਿਹਾ ਕਨਵਰਜੈਂਟ ਕਦੋਂ ਹੋਊਗੀ, ਠੀਕ ਹੈ, ਜਦੋਂ ਆਪਣਾ x ਅਲਫਾ ਇੱਥੇ ਲਾਈ ਕਰਦਾ ਹੈ, ਉਦੋਂ ਆਪਣਾ x ਦੇ ਵਿੱਚ 1 ਆ ਗਿਆ, ਮਤਲਬ ਜਦੋਂ ਆਪਣਾ x 1 ਹੋ ਗਿਆ ਨਾ, ਉਦੋਂ ਕਨਵਰਜੈਂਟ ਨਹੀਂ ਹੋਣਾ ਇਹਨੇ। ਮੁੱਕ ਦੀ ਗੱਲ ਇਹ ਕਿ ਮੈਂ ਇੱਥੇ x ਨੂੰ 1 ਪੁੱਟ ਕਰਾਂ, x ਨੂੰ 1 ਪੁੱਟ ਕਰਾਂ, ਉਦੋਂ ਇਹਨੇ ਕਨਵਰਜੈਂਟ ਨਹੀਂ ਹੋਣਾ। ਹੁਣ ਅਗਰ ਮੈਂ ਅਲਫਾ ਇਹ ਲੈ ਲਿਆ, ਇੱਥੇ ਕੁਝ ਨਾ ਕੁਝ ਲੈ ਲਿਆ,
ਮੰਨ ਲਓ 2.5 ਤੋਂ -2.5 ਤੋਂ ਲੈ ਕੇ 2.5 ਤੱਕ ਇੰਟਰਵਲ ਬਣ ਜਾਣਾ ਆਪਣਾ 1 ਵਿੱਚ ਲਾਈ ਕਰਦਾ, ਸੋ ਇਹ ਨਹੀਂ ਹੋ ਸਕਦਾ। ਇੱਥੋਂ ਵੇਖੋ ਅਲਫਾ ਨੂੰ 2 ਲੈ ਲਓ, ਸੋ ਆਪਣੇ ਕੋਲ ਇੰਟਰਵਲ ਕੀ ਹੈ, ਅਲਫਾ ਨੂੰ 1.5 ਲੈ ਲਓ, ਇਹ ਆ ਗਿਆ -1.5 to 1.5, ਇੱਥੇ ਵੀ 1 ਆ ਗਿਆ, ਇੱਥੇ ਵੀ ਕਨਵਰਜੈਂਟ ਨਹੀਂ ਹੋ ਸਕਦਾ। ਅਲਫਾ ਇਜ਼ ਐਨੀ ਰੀਅਲ ਨੰਬਰ, ਹੁਣ ਆਪਾਂ ਵੇਖਿਆ ਇਹਨੂੰ 1.5 ਲੈ ਕੇ ਵੇਖਿਆ, ਉਹਨਾਂ ਦਾ ਕੰਮ ਨਹੀਂ ਬਣਿਆ, ਸੋ ਐਨੀ ਰੀਅਲ ਨੰਬਰ ਵਾਲੀ ਗੱਲ ਵੀ ਗਲਤ ਹੋ ਗਈ, ਆਪਸ਼ਨ ਬੀ ਬਚਦਾ ਆਪਣੇ ਕੋਲ ਇਕੱਲਾ ਇੱਕੋ ਹੀ, ਠੀਕ ਹੈ, ਕਿਉਂਕਿ ਹੁਣ ਅਲਫਾ ਆਪਾਂ ਲਵਾਂਗੇ 0 ਤੋਂ ਲੈ ਕੇ ਅਲਫਾ 1 ਤੋਂ ਛੋਟਾ ਹੈ ਨਾ, 1 ਤੋਂ ਛੋਟਾ ਕੁਝ ਵੀ ਲਿਆ ਤੇ ਮੰਨ ਲਓ ਆਪਣੇ ਕੋਲ ਤੁਸੀਂ ਲੈ ਲਿਆ 0.9, ਸੋ ਇਹਦੀ ਵੈਲਿਊ ਜਾਣੀ ਹੈ -9 ਤੋਂ ਲੈ ਕੇ 0.9 ਤੱਕ। ਹੁਣ ਇੱਥੇ 1 ਨਹੀਂ ਆਇਆ, ਠੀਕ ਹੈ, ਸੋ ਇੱਥੇ ਕਿੰਨੇ ਕੀ ਹੋ ਜਾਣਾ, ਕਨਵਰਜੈਂਟ ਹੋ ਜਾਣਾ ਆਪਣਾ, ਠੀਕ ਹੈ ਜੀ। ਸਰ ਇਹ 1 ਦਾ ਕੀ ਕਹਿ ਰਹੇ ਹੋ ਤੁਸੀਂ? ਕਿਉਂਕਿ ਉਹਨੇ ਪੁੱਛਿਆ ਕਿ ਇਹ ਸੀਕੁਐਂਸ ਕਿਹੜੀ x ਦੀ ਵੈਲਿਊ ਵਾਸਤੇ ਕਨਵਰਜੈਂਟ ਹੈ, ਪਰ ਮੈਂ ਕਹਾਂ ਅਗਰ ਮੈਂ x ਨੂੰ 1 ਪੁੱਟ ਕਰਾਂ ਇੱਥੇ ਤੇ ਸੀਕੁਐਂਸ ਮੇਰੀ n ਸਕੁਅਰ ਬਣ ਜਾਂਦੀ ਹੈ, n ਸਕੁਅਰ ਡਾਇਵਰਜੈਂਟ ਹੁੰਦੀ ਹੈ, ਮਤਲਬ ਕਨਵਰਜੈਂਟ ਵਾਲੇ ਜਿਹੜਾ ਲੱਭਣਾ ਆਪਾਂ ਇੰਟਰਵਲ ਉਹ ਚ 1 ਨਹੀਂ ਹੋਣਾ ਚਾਹੀਦਾ, 1 ਤੇ ਡਾਇਵਰਜ ਹੁੰਦੀ ਸੀਕੁਐਂਸ, ਉਹਨੇ ਕਨਵਰਜ ਦੇ ਪੁੱਛਿਆ। ਓਕੇ। Then question number 15, which of the following is true? Limit point of any subsequence of a subsequence is the same. ਨਹੀਂ ਜੀ, ਅਲੱਗ-ਅਲੱਗ ਲਿਮਿਟ ਪੁਆਇੰਟ ਹੋ ਸਕਦੇ ਆ, ਆਪਾਂ ਨੇ ਵੇਖੀ an is equal to -1 ਦੀ ਪਾਵਰ n, ਇੱਥੇ ਆਪਾਂ ਵੇਖਿਆ a2n ਦਾ ਲਿਮਿਟ ਪੁਆਇੰਟ ਕਿੰਨਾ ਹੁੰਦਾ, 1 ਹੁੰਦਾ ਹੈ, ਤੇ a2n -1 ਦਾ ਲਿਮਿਟ ਪੁਆਇੰਟ ਕਿੰਨਾ ਹੁੰਦਾ, -1 ਹੁੰਦਾ। ਲਿਮਿਟ ਪੁਆਇੰਟ ਵੱਖਰੇ ਵੱਖਰੇ ਹੋ ਸਕਦੇ ਆ, ਸੋ ਆਪਸ਼ਨ A ਆਪਣੀ ਕੀ ਹੋ ਗਈ ਜੀ, ਗਲਤ। ਆਪਸ਼ਨ B ਕਹਿੰਦਾ every sequence has convergent subsequence, ਹਾਂਜੀ every sequence has convergent subsequence, ਯੈਸ an ਨੂੰ ਇਹ ਲੈ ਲਓ, n ਨੋਟ ਟਰੂ 1 2 3 4 5 6 ਤੱਕ ਜਾਣ ਦੋਗਾ, ਇਹਦੇ ਵਿੱਚ ਕੋਈ ਵੀ ਸਬ ਸੀਕੁਐਂਸ ਲਓਗੇ, ਮੰਨ ਲਓ 1 ਚੁੱਕਿਆ 3 ਚੁੱਕਿਆ ਜਾਂ 7 ਚੁੱਕਿਆ, ਕੁਝ ਚੁੱਕਿਆ, ਉਹਨੇ ਇਨਫਿਨਿਟ ਨਹੀਂ ਜਾਣਾ, ਪਿੱਛੇ ਮੁੜ ਕੇ ਤੇ ਪਾਉਣਾ ਨਹੀਂ, ਘਟਦੀ ਹੈ ਨਹੀਂ ਆ, ਹੈ ਨਾ, ਅਨਬਾਉਂਡਡ ਅਬਵ ਆ, ਇੰਕਰੀਜ਼ ਹੋਈ ਜਾਂਦੀ ਹੈ, ਕਨਵਰਜੈਂਟ ਤੇ ਹੋ ਨਹੀਂ ਸਕਦੀ ਹੈ, ਆਪਸ਼ਨ ਬੀ ਹੈ ਨਾ, ਗਲਤ ਹੋ ਗਈ। ਆਪਸ਼ਨ ਸੀ ਕਹਿੰਦੀ ਐਵਰੀ ਬਾਉਂਡਡ ਸੀਕੁਐਂਸ ਹੈਜ਼ ਕਨਵਰਜੈਂਟ ਸਬਸੀਕੁਐਂਸ, ਇਹ ਟਰੂ ਆ ਜੀ, ਐਵਰੀ ਬਾਉਂਡਡ ਸੀਕੁਐਂਸ ਹੈਜ਼ ਕਨਵਰਜੈਂਟ ਸਬਸੀਕੁਐਂਸ ਕਿੱਦਾਂ ਦੱਸ ਦੇਣਾ, ਇੱਕ ਚੀਜ਼ ਤੇ ਲਿਖ ਲਓ ਛੋਟੀ ਜਿਹੀ ਬਾਕਸ ਬਣਾ ਕੇ, every sequence has a monotonic subsequence, एक भी लिख लो, and every लिख लो has a monotonic हाँ जी, ठीक है। नंबर 2 एक अपने को ਹੁੰਦਾ है every bounded sequence has a convergent subsequence, ठीक है। ਵੈਸੇ ਤਾਂ ਮਤਲਬ ਦੋਵਾਂ ਨੂੰ ਵੱਖਰੇ ਕਰਨ ਦੀ ਲਿਖਣ ਦੀ ਲੋੜ ਨਹੀਂ, ਇੱਕ ਤੁਹਾਨੂੰ ਹੋ ਜਾਏ ਦੂਜਾ ਕਲੀਅਰ ਹੋ ਜਾਂਦਾ, ਠੀਕ ਹੈ, ਪਰ ਤੁਸੀਂ ਲਿਖ ਲਓ, ਠੀਕ ਹੈ, ਤੁਸੀਂ ਨੋਟ ਕਰ ਲਓ। ਸੋ ਆਪਸ਼ਨ ਸੀ ਟਰੂ, ਐਵਰੀ ਬਾਉਂਡਡ ਸੀਕੁਐਂਸ ਇਜ਼ ਅ ਕਨਵਰਜੈਂਟ ਸਬਸੀਕੁਐਂਸ। ਸਰ ਇਹ ਥਿਓਰਮ ਹੀ ਹੈ ਨਾ, ਬਿਲਕੁਲ ਥਿਓਰਮ ਹੈ ਜੀ, ਥਿਓਰਮ ਹੈ, ਠੀਕ। ਮੈਂ ਕੱਲ ਲਿਖੀ ਹੈ ਬੋਲਜ਼ਾਨੋ ਵਾਇਸਟਰਾਸ ਥਿਓਰਮ ਹੈ, ਐਵਰੀ ਬਾਉਂਡਡ ਸੀਕੁਐਂਸ ਇਜ਼ ਅ ਕਨਵਰਜੈਂਟ ਸਬਸੀਕੁਐਂਸ, ਠੀਕ ਹੈ ਜੀ। ਨੈਕਸਟ ਵੇਖੋ, ਓਕੇ, ਕਹਿੰਦਾ xn ਤੇ bn ਦੋ ਡਾਇਵਰਜੈਂਟ ਸੀਕੁਐਂਸਿਸ ਨੇ, ਆਪਸ਼ਨ ਇਹ ਕਹਿੰਦਾ xn plus bn ਆਲਵੇਜ਼ ਕਨਵਰਜੈਂਟ ਹੋਗੀ ਨਾ, ਕਹਿੰਦਾ xn ਤੇ bn ਦੋ ਡਾਇਵਰਜੈਂਟ ਨੇ, xn ਨੂੰ ਤੁਸੀਂ n ਲੈ ਲਓ, bn ਨੂੰ ਵੀ ਤੁਸੀਂ n ਲੈ ਲਓ, ਠੀਕ ਹੈ, n ਲੈ ਲਓ ਇਹਨੂੰ, ਫਿਰ xn plus bn ਕਿੰਨੀ ਬਣਨੀ ਹੈ, 2n ਬਣ ਜਾਣੀ ਹੈ, ਇਹ ਤਾਂ ਡਾਇਵਰਜੈਂਟ ਹੈ, ਸੋ ਆਪਸ਼ਨ A ਤੇ ਕੈਨਸਲ ਹੋ ਗਈ। ਆਪਸ਼ਨ B ਕਹਿੰਦਾ xn plus bn is always divergent, always divergent ਵੀ ਨਹੀਂ ਹੋ ਸਕਦੀ, bn ਨੂੰ ਕੀ ਲੈ ਲਓ, bn ਨੂੰ -n ਲੈ ਲਓ, ਹੁਣ xn plus bn ਕਿੰਨੀ ਬਣ ਗਈ, ਉਹ 0 ਬਣ ਜਾਣੀ, ਤੇ 0 ਸੀਕੁਐਂਸ ਮਤਲਬ ਕਨਸਟੈਂਟ ਸੀਕੁਐਂਸ ਤੇ ਕਨਵਰਜੈਂਟ ਹੀ ਹੁੰਦੀ ਹੈ, ਆਪਸ਼ਨ B ਵੀ ਕੈਨਸਲ ਹੋ ਗਈ। ਆਪਸ਼ਨ C ਕਹਿੰਦੀ xn plus bn is sometime convergent, sometime convergent ਹੋ ਸਕਦੀ, ਹੁਣੇ ਵੇਖਿਆ ਆਪਾਂ ਇੱਥੇ ਕਨਵਰਜੈਂਟ ਹੋ ਗਈ ਹੈ, ਪਰ ਜ਼ਰੂਰੀ ਨਹੀਂ ਹੈ। ਆਪਸ਼ਨ D ਕਹਿੰਦੀ xn plus bn is Cauchy sequence, Cauchy ਦਾ ਮਤਲਬ ਕਨਵਰਜੈਂਟ ਹੋ ਰਹੀ ਹੈ, ਪਰ ਹਮੇਸ਼ਾ ਕਨਵਰਜੈਂਟ ਤਾਂ ਨਹੀਂ ਹੁੰਦੀ, ਸੋ ਆਪਸ਼ਨ D ਵੀ ਕੈਨਸਲ ਹੋ ਗਈ, ਆਪਸ਼ਨ C ਇਜ਼ ਰਾਈਟ ਆਨਸਰ, ਠੀਕ ਹੈ ਜੀ। ਠੀਕ ਹੈ ਜੀ, ਯੈਸ ਸਰ। ਓਕੇ ਜੀ। ਕੁਐਸਚਨ ਨੰਬਰ 17, the sequence A ਬਾਰੇ, A sequence ਬਾਰੇ ਪੁੱਛਿਆ, this is A plus -1 ਦੀ ਪਾਵਰ n b by n, A sequence ਦੀ ਲਿਮਿਟ ਇਹਨੂੰ ਵੱਖਰੀ ਕੱਢੋ ਕਿੰਨੀ ਹੁੰਦੀ ਹੈ ਜੀ, ਆਪਾਂ ਨੂੰ ਪਤਾ -1 ਦੀ ਪਾਵਰ n by n into b, ਇਹਦਾ ਮੋਡ ਕਰਾਂਗੇ ਆਪਣਾ ਕਿੰਨਾ ਆਣਾ, b by n ਆ ਜਾਣਾ, ਇਹ ਕਿੰਨੂੰ ਕਨਵਰਜ ਕਰਦੀ, 0 ਨੂੰ ਕਨਵਰਜ ਕਰਦੀ ਹੈ, ਸੋ ਫਿਰ ਇਹ ਵੀ 0 ਨੂੰ ਕਨਵਰਜ ਕਰਦੀ ਹੈ, ਠੀਕ ਹੈ, ਸੋ ਇਹ ਟਰਮ 0 ਨੂੰ ਕਨਵਰਜ ਕਰਦੀ ਹੈ, ਇਹ a ਨੂੰ ਕਨਵਰਜ ਕਰਦੀ ਹੈ, ਤੇ ਕਾਂਸਟੈਂਟ ਹੀ ਹੈ, ਸੋ ਕਿੰਨੂੰ ਕਨਵਰਜ ਕਰ ਗਈ, a ਨੂੰ,
ਦਿਸ ਇਜ਼ ਕਨਵਰਜੈਂਟ ਸੀਕੁਐਂਸ। ਕਨਵਰਜੈਂਟ ਸੀਕੁਐਂਸ ਹਮੇਸ਼ਾ ਕੀ ਹੁੰਦੀ ਹੈ ਜੀ, ਬਾਉਂਡਡ। ਠੀਕ ਹੈ ਜੀ, ਸਰ ਐਵੇਂ ਅਲੱਗ-ਅਲੱਗ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ ਜੀ। ਆਪਾਂ ਕੱਲ ਲਿਖਿਆ ਤੇ ਹੈ that limit n tending to infinity of an plus bn is equal to a plus b। ਇੱਕ ਵੇ ਇਹ a ਨੂੰ ਕਨਵਰਜ ਕਰਦੀ ਹੈ, ਇਹ b ਨੂੰ ਕਨਵਰਜ ਕਰਦੀ ਹੈ। ਠੀਕ ਹੈ ਜੀ, ਇਹ ਲਿਖਿਆ ਆਪਾਂ ਕੱਲ। ਓਕੇ ਸਰ। ਇਹਦੀ ਲਿਮਿਟ 0 ਆ, ਸੋ a 0 ਨਾਲ ਮਲਟੀਪਲਾਈ ਹੋ ਕੇ b ਦੀ ਕਨਸਟੈਂਟ 0 ਬਣ ਗਈ ਹਨਾ। ਮਤਲਬ ਆਪਾਂ ਨੂੰ ਪਤਾ ਇਹਦੀ ਲਿਮਿਟ 0 ਆ, ਇਹ ਇਕੱਲੀ ਦੀ b ਆ, ਸੋ 0 into b ਕਿੰਨਾ ਹੋ ਗਿਆ 0, ਪਲੱਸ ਇਹਦੀ ਲਿਮਿਟ ਕਿੰਨੀ ਹੈ a, ਸੋ ਕਿੰਨੀ ਲਿਮਿਟ ਆ ਗਈ a, ਸੋ ਕਨਵਰਜੈਂਟ ਹੈ ਜੀ। ਠੀਕ ਹੈ ਜੀ। ਯੈਸ ਸਰ। an is a sequence of real numbers satisfying this। ਓਕੇ ਜੀ, ਇਹ ਕੁਐਸਚਨ ਥੋੜਾ ਜਿਹਾ ਧਿਆਨ ਨਾਲ ਕਰਨਾ ਪਏਗਾ ਆਪਾਂ ਨੂੰ। ਮੈਂ ਦੱਸ ਦੇਣਾ ਹੈ ਕੋਈ ਮਤਲਬ ਇੱਕ ਹੀ ਤਰੀਕਾ ਦੱਸ ਦੇਣਾ, ਤੁਹਾਨੂੰ ਲੱਗ ਜਾਏਗਾ ਫਿਰ ਕੀ ਸਮ ਕਿੱਦਾਂ ਕਰਨੇ, ਲੱਗ ਜਾਏਗਾ ਪਤਾ। ਠੀਕ, ਹਾਲਾਂਕਿ ਇਦਾਂ ਦਾ ਸਮ ਅਗਰ ਆਇਆ ਤਾਂ ਇਸ ਲੈਵਲ ਦਾ ਹੈਗਾ, ਹਾਲਾਂਕਿ ਇਹਦਾ ਇੱਕ ਥੋੜਾ ਇਹ ਤੋਂ ਥੋੜਾ ਐਡਵਾਂਸ ਵਰਜ਼ਨ ਵੀ ਬਣ ਸਕਦਾ ਹੈ ਸਵਾਲ ਦਾ। ਆਈ ਥਿੰਕ ਡੀਵੀਪੀ ਚ ਪਾਇਆ, ਪਰ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਹੈ ਕਿ ਤੁਸੀਂ ਸਕਿਪ ਕਰ ਸਕਦੇ ਹੋ। ਇਹਨੂੰ ਕਰਦੇ ਆਪਾਂ। ਉਹਨੇ ਕੀ ਕਿਹਾ ਹੈ, ਕਹਿੰਦਾ an ਇੱਕ ਸੀਕੁਐਂਸ ਆ ਜਿਹਦੀਆਂ ਸਾਰੀਆਂ ਟਰਮਸ ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰਦੀਆਂ ਨੇ। ਠੀਕ ਹੈ, ਮੰਨ ਲਓ ਇੱਕ ਵਾਰੀ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਦੀ ਕੋਈ ਸੀਕੁਐਂਸ। ਠੀਕ ਹੈ, ਪਹਿਲਾਂ ਇਹ ਵੇਖੋ ਕਿਆ ਕੋਈ ਕਨਸਟੈਂਟ ਸੀਕੁਐਂਸ ਇਦਾਂ ਦੀ ਹੈਗੀ ਆ ਜਿਹੜੀ ਇਹ ਕੰਡੀਸ਼ਨ ਨੂੰ ਸੈਟੀਸਫਾਈ ਕਰ ਜੇ। ਪਹਿਲਾਂ ਮੰਨ ਲਓ ਆਪਾਂ ਕਨਸਟੈਂਟ ਲੱਭ ਕੇ ਵੇਨੇ ਸੀਕੁਐਂਸ ਕੋਈ an ਨੂੰ ਮੰਨ ਲਓ ਤੁਸੀਂ c ਪੁੱਟ ਕਰ ਲਓ, ਮੰਨ ਲਓ ਕਨਸਟੈਂਟ ਸੀਕੁਐਂਸ ਹੈ ਕੋਈ, ਫਿਰ an + 1 ਕੀ ਹੋਊਗਾ, ਉਹ ਵੀ c ਹੋ ਜਾਣਾ, an ਵੀ c ਹੋ ਗਿਆ। ਅਗਰ ਇਸ ਕੰਡੀਸ਼ਨ ਨੂੰ ਸੈਟੀਸਫਾਈ ਕਰਦੀਆਂ ਨੇ, ਮਤਲਬ ਇਸ ਜਗ੍ਹਾ ਤੇ ਫਿਰ c ਪੁੱਟ ਕਰਤਾ ਆਪਾਂ, c² = 2c - 1। ਹਾਂਜੀ, ਕਿੰਨਾ ਆਏਗਾ ਇੱਥੇ ਵੇਖੋ ਦੱਸੋ ਮੈਨੂੰ, ਬਣਨਾ c² - 2c + 1 = 0। ਇੱਥੋਂ c ਤੁਹਾਡੇ ਕੋਲ ਕਿੰਨਾ ਆਣਾ ਜੀ, ਆਈ ਥਿੰਕ 1 ਆ ਜਾਣਾ। ਮਤਲਬ an = 1 ਜਿਹੜੀ ਹੈ ਨਾ, ਉਹ ਇਹਨੂੰ ਸੈਟੀਸਫਾਈ ਕਰਦੀ ਹੈ ਨਾ। ਵੇਖੋ ਧਿਆਨ ਨਾਲ, an = 1 ਜਿਹੜੀ ਹੈ ਇਹਨੂੰ ਸੈਟੀਸਫਾਈ ਕਰਦੀ ਹੈ। ਇੱਥੇ 1 ਪੁੱਟ ਕਰਾਂਗੇ 1, ਇੱਥੇ ਕਿੰਨਾ ਹੋ ਗਿਆ 2 × 1 - 1, ਦੋਵੇਂ ਬੰਨੇ 1 1 ਬਣਦਾ। ਸੋ ਇਹਦੀ ਲਿਮਿਟ ਕੱਢ ਕੇ ਵੇਖੋ ਫਿਰ, an ਦੀ ਵੀ 1 ਹੈ ਨਹੀਂ ਕਿ ਕਨਸਟੈਂਟ ਸੀਕੁਐਂਸ ਹੈ। ਆਪਸ਼ਨ A ਕੈਨਸਲ ਹੋ ਗਈ। ਆਪਸ਼ਨ C ਕਹਿੰਦੀ ਆ an ਦੀ ਲਿਮਿਟ ਐਗਜ਼ਿਸਟ ਨਹੀਂ ਕਰਦੀ, ਪਰ ਆਪਣੇ ਕਰ ਗਈ। ਆਪਸ਼ਨ D ਕਹਿੰਦੀ ਆ ਆਸਿਲੇਟ ਫਾਈਨਾਈਟਲੀ, ਉਹ ਵੀ ਨਹੀਂ ਹੈਗੀ, ਇੱਕੋ ਬਚਾ ਆਪਣੇ ਕੋਲ ਆਪਸ਼ਨ B। ਠੀਕ ਹੈ ਜੀ। ਤੋ ਇੱਕ ਤਰੀਕਾ ਮਤਲਬ ਇਹ ਤਰੀਕਾ ਹੋ ਗਿਆ ਸਵਾਲ ਨੂੰ ਕਰਨ ਦਾ, ਪਰ ਇੱਕ ਤਰੀਕਾ ਬਸ ਦਾ ਹਮੇਸ਼ਾ ਯਾਦ ਰੱਖਣਾ ਹੈ। ਠੀਕ ਹੈ ਜੀ, ਕਿੱਦਾਂ, ਏਦਾਂ ਦੀ ਇਹਨੇ ਸੀਕੁਐਂਸ ਦਿੱਤੀ ਹੋਵੇ, ਉਹਦੀ ਲਿਮਿਟ ਕੱਢਣ ਲਈ ਕਿਹਾ ਹੋਵੇ, ਸਿੱਧਾ an ਦੀ ਜਗ੍ਹਾ ਤੇ l ਪੁੱਟ ਕੱਟ ਕੇ ਕਰਕੇ ਨਾ, ਇੱਥੇ an ਲਿਖਿਆ ਨਾ, ਇਹਦੀ ਜਗ੍ਹਾ ਤੇ l ਪੁੱਟ ਕਰ ਦੋ, l² ਬਣ ਜਾਣਾ। ਇੱਥੇ ਵੀ l ਪੁੱਟ ਕਰਨਾ ਹੈ, l ਹੀ ਪੁੱਟ ਕਰਨਾ ਹੈ। ਠੀਕ ਹੈ ਜੀ, l ਕੱਢ ਲਓ, ਜਿਹੜੇ l ਆਏ ਉਹਨਾਂ ਵਿੱਚੋਂ ਹੀ ਕੋਈ ਲਿਮਿਟ ਹੋਊਗੀ, ਬਾਹਰੋਂ ਨਹੀਂ ਹੋ ਸਕਦੀ ਜੇ ਹੋਈ ਤੇ। ਠੀਕ ਹੈ ਜੀ, ਇੱਥੇ ਆਪਣਾ l ਸਿਰਫ 1 ਹੀ ਆਇਆ ਹੈ। ਯਾਦ ਰਹੇਗਾ ਜੀ ਆਪਣੇ ਕੋਈ ਤਰੀਕਾ? ਯੈਸ ਸਰ। an ਨੂੰ ਆਪਾਂ ਨੂੰ ਵੇਖਣਾ ਪੈ ਸਕਦਾ ਕਿ ਦੋਵਾਂ ਵਿੱਚੋਂ ਕਿਹੜੀ ਲਿਮਿਟ ਆਏਗੀ। ਠੀਕ ਹੈ, ਪਰ ਇਹ ਉਸ ਤੱਕ ਐਗਜ਼ਾਮੀਨਰ ਨਹੀਂ ਪਹੁੰਚੇਗਾ ਆਪਣਾ। ਠੀਕ ਹੈ, ਆਪਾਂ ਇਹਨੂੰ ਜ਼ਰੂਰ ਯਾਦ ਰੱਖਣਾ ਕਿ an ਦੀ ਜਗ੍ਹਾ ਤੇ l ਪੁੱਟ ਕਰਕੇ ਦੋ ਲਿਮਿਟਾਂ ਕੱਢ ਲਓ, ਜਾਂ ਇੱਕ ਆਈ ਜਾਂ ਦੋ ਆਈ, ਜਿੰਨੀ ਵੀ ਕੱਢ ਲਓ। ਠੀਕ ਹੈ, ਉਹਨਾਂ ਚ ਵੇਖ ਲੈਣਾ ਆਪਣੀ ਕਿਹੜੀ ਲਿਮਿਟ ਬਣਦੀ ਫਿਰ ਆਪਣੀ। ਈਜ਼ੀ ਜੀ। ਯੈਸ ਸਰ। ਨੈਕਸਟ ਇਹ ਪੁੱਛਿਆ n² ਦੀ ਬਾਈ 3n ਸੀਕੁਐਂਸ ਕਨਵਰਜੈਂਟ ਹੈ ਕੀ ਹੈ, ਕੁਝ ਇਹਦੇ ਬਾਰੇ ਪੁੱਛਿਆ ਆਪਣੇ ਕੋਲ। ਇਹਦੇ ਪੁੱਛਿਆ ਆਪਣੇ ਕੋਲ ਲਿਮਿਟ n tending to infinity of n² by 3 ਠੀਕ ਹੈ ਜੀ, ਇਹ ਬਾਰੇ ਪੁੱਛਿਆ ਆਪਣੇ ਕੋਲ। ਹੁਣ ਵੇਖੋ n ਨੂੰ ਇਨਫਿਨਿਟੀ ਪੁੱਟ ਕੀਤਾ, ਇਨਫਿਨਿਟੀ ਬਾਈ ਇਨਫਿਨਿਟੀ ਫਾਰਮ ਬਣ ਗਈ ਹੈ। ਇੱਥੇ ਲੌਪੀਤਾਲ ਰੂਲ ਲੱਗ ਜਾਏਗਾ ਆਪਣਾ, ਲੌਪੀਤਾਲ ਰੂਲ। ਉਹ ਕੀ ਹੁੰਦਾ, ਉੱਪਰ ਥੱਲੇ ਡਿਫਰੈਂਸ਼ੀਏਟ ਕਰ ਦਿਓ, ਉੱਪਰ ਬਣ ਗਿਆ 2n, ਥੱਲੇ ਕਿੰਨਾ ਬਣ ਗਿਆ 3n log 3। ਠੀਕ ਹੈ, ਫਿਰ n ਨੂੰ ਇਨਫਿਨਿਟੀ ਪੁੱਟ ਕੀਤਾ, ਇਨਫਿਨਿਟੀ ਬਾਈ ਇਨਫਿਨਿਟੀ ਫਾਰਮ ਬਣ ਗਈ। ਫਿਰ ਡੈਰੀਵੇਟਿਵ ਕਰ ਦੋ, ਉੱਪਰ 2 ਬਣ ਗਿਆ, ਥੱਲੇ ਬਣ ਗਿਆ 3n log 3 ਦਾ ਸਕੁਅਰ। ਹੁਣ n ਨੂੰ ਇਨਫਿਨਿਟੀ ਪੁੱਟ ਕਰੋ, ਉੱਪਰ 2 ਆ, ਥੱਲੇ ਇਨਫਿਨਿਟੀ ਬਣ ਜਾਣਾ, ਇਹਨੇ ਬਣਨਾ 0। ਸੋ ਲਿਮਿਟ ਕਿੰਨੀ ਆ ਗਈ 0। ਸੋ ਇਹ ਸੀਕੁਐਂਸ ਜਿਹੜੀ ਹੈ ਕੀ ਕਰਦੀ ਆ, ਕਨਵਰਜ ਕਰਦੀ ਹੈ ਜੀ, ਆਲਵੇਜ਼ ਕਨਵਰਜੈਂਟ। ਠੀਕ ਹੈ ਜੀ। ਇੱਕ ਤਰੀਕਾ ਹੈ, ਇੱਕ ਤਰੀਕਾ ਮੈਂ ਹੋਰ ਦੱਸਦਾ, ਥੋੜਾ ਜਿਹਾ ਬੜਾ ਵਧੀਆ ਤਰੀਕਾ ਹੈ। ਇਹ ਸੀਕੁਐਂਸ ਹੈ ਨਾ, ਸਵਾਲ ਨੂੰ ਸੀਰੀਜ਼ ਲੈ ਜਾਓ, ਤੁਸੀਂ ਸੀਰੀਜ਼ ਦੀ ਗੱਲ ਕਰੋ। ਮੈਂ ਦੱਸਦਾ ਵੀ ਸੀਰੀਜ਼ ਚ ਕਰਨ ਦਾ ਕੀ ਫਾਇਦਾ ਹੋਇਆ, ਇਹਨੂੰ ਸੀਰੀਜ਼ ਚ ਲੈ ਦਿਓ। ਠੀਕ ਹੈ, ਸੀਰੀਜ਼ ਦੀ ਕਨਵਰਜੈਂਸ ਆਪਾਂ ਕਿੱਦਾਂ ਐਸਾ ਕਰਦੇ ਹਾਂ ਜੀ, ਆਪਣੇ ਕੋਲ ਟੈਸਟ ਹੁੰਦੇ, ਰੇਸ਼ੋ ਟੈਸਟ ਹੈ, ਰੂਟ ਟੈਸਟ ਹੈ।
ਠੀਕ ਹੈ। ਲਿਮਿਟ ਆਪਾਂ ਦੀ ਲਿਮਿਟ ਦੀ ਪਹਿਲਾਂ ਆਪਾਂ ਲਿਮਿਟ ਚੈੱਕ ਕਰਦੇ ਹੁੰਦੇ ਨਾ, ਉਹ ਬਾਅਦ ਚ ਕਰਾਂਗੇ। ਲਿਮਿਟ ਰਹਿਣ ਦੋ ਜੀ, ਲਿਮਿਟ ਤੇ ਕੱਢਣੀ ਹੁੰਦੀ ਇੱਥੇ ਕੱਢ ਲੈਣੀ। ਠੀਕ ਹੈ, ਅਗਰ ਤੁਸੀਂ ਲਿਮਿਟ ਨਹੀਂ ਕੱਢੀ, ਮੈਂ ਇੱਕ ਰਿਜ਼ਲਟ ਲਿਖਾਉਣਾ ਤਾਂ ਕਰਾ ਰਿਹਾ। ਜਰਾ ਇਹ ਵੇਖੋ ਫਿਰ, ਲਿਮਿਟ n ਟੈਂਡਿੰਗ ਟੂ ਇਨਫਿਨਿਟੀ mod of an plus 1 upon an ਕਿੰਨੀ ਆਉਂਦੀ ਹੈ ਜੀ? ਠੀਕ ਹੈ, ਇਹ ਆਪਣੇ ਕੋ ਆ ਜਾਏਗਾ ਲਿਮਿਟ n tending to infinity an plus 1 ਕਿੰਨਾ ਬਣ ਗਿਆ? n plus 1 ਦਾ ਸਕੁਅਰ upon 3 ਦੀ ਪਾਵਰ n plus 1 an ਕਿੰਨਾ ਬਣ ਗਿਆ? 3 ਦੀ ਪਾਵਰ n upon n ਦਾ ਸਕੁਅਰ। 3 ਦੀ ਪਾਵਰ n ਕੈਂਸਲ ਹੋ ਗਈ। ਠੀਕ ਹੈ ਜੀ, ਇਧਰ ਬਚ ਗਿਆ ਆਪਣੇ ਕੋ 1/3, ਇਹ ਥੱਲੇ ਉਹਦਾ n plus 1 ਹੋਲ ਸਕੁਅਰ ਨੂੰ ਥੱਲੇ ਲੈ ਆਓ ਇੱਥੇ ਨਾ, ਥੱਲੇ ਨਹੀਂ ਅਗਰ ਤੁਸੀਂ ਇਹਨੂੰ ਇੱਧਰ ਕਰ ਲਓ n plus 1 by n। ਠੀਕ ਹੈ ਜੀ, ਤੇ ਇਹਦੀ ਲਿਮਿਟ ਕਿੰਨੀ ਆਣੀ? 1 ਆ ਜਾਣੀ। ਸੋ ਲਿਮਿਟ ਆ ਗਈ 1/3, ਲੈਸ ਦੈਨ 1 ਆ ਗਈ ਨਾ। L ਆਪਣਾ ਕਿੰਨਾ ਆ ਗਿਆ ਜੀ? ਲੈਸ ਦੈਨ 1। L ਲੈਸ ਦੈਨ 1 ਆ ਗਿਆ, ਇਟ ਮੀਨਸ ਆਪਣੀ ਸੀਕੁਐਂਸ ਕੀ ਆ? ਸੀਰੀਜ਼ ਕੀ ਆ? ਕਨਵਰਜੈਂਟ। ਜੇ ਸੀਰੀਜ਼ ਕਨਵਰਜੈਂਟ ਹੋਵੇ nth ਟਰਮ ਦੀ ਲਿਮਿਟ ਹਮੇਸ਼ਾ ਕੀ ਹੁੰਦੀ ਆ? 0। ਸੋ ਫਿਰ ਇਹਦੀ ਲਿਮਿਟ ਕਿੰਨੀ ਹੋਣੀ? ਇਹਨੂੰ 0 ਨਾ ਪੈਣਾ, ਗੱਲ ਖਤਮ। ਠੀਕ ਹੈ ਜੀ, ਤੇ ਮੈਂ ਇੱਕ ਰਿਜ਼ਲਟ ਇੱਥੇ ਲਿਖਾਉਣਾ ਹੈ ਕਿ ਅਗਰ L ਜਿਹੜਾ ਹੈ ਉਹ ਲੈਸ ਦੈਨ 1 ਆ ਜਾਏ ਤਾਂ an ਦੀ ਲਿਮਿਟ ਹਮੇਸ਼ਾ ਕੀ ਹੁੰਦੀ? 0। ਠੀਕ ਹੈ ਜੀ, ਮੈਂ ਇੱਥੇ ਸਰ ਇਹ ਰਿਜ਼ਲਟ ਆਲਵੇਜ਼ ਹੋਏਗਾ ਨਾ? always ਜੀ, ਮੈਂ ਲਿਖਾ ਰਿਹਾ if limit n tending to infinity an ਦੀ ਪਾਵਰ 1/n ਵਾਲਾ ਵੀ ਚੱਲ ਜਾਂਦਾ ਹੈ। ਠੀਕ ਹੈ, ਅਗਰ ਲੈਸ ਦੈਨ 1 ਆਉਂਦੀ ਹੈ ਤੇ ਲੈਸ ਦੈਨ 1। ਠੀਕ ਹੈ, ਔਰ ਲਿਮਿਟ n tending to infinity an ਦੀ plus 1 upon an ਦੇ ਮੋਡ ਦੀ ਲਿਮਿਟ 1 ਲੈਸ ਦੈਨ 1 ਆਉਂਦੀ ਹੈ, ਦੈਨ ਆਪਣਾ ਕੀ ਹੁੰਦਾ? an ਦੀ ਲਿਮਿਟ ਹਮੇਸ਼ਾ ਕੀ ਹੁੰਦੀ ਹੈ? 0। ਠੀਕ ਹੈ ਜੀ, ਇਹਨੂੰ ਲਿਖ ਲਓ। ਹੈ ਕੁਝ ਨਹੀਂ, ਅਗਰ ਇਹਦੀ ਲਿਮਿਟ ਲੈਸ ਦੈਨ 1 ਆ ਰਹੀ ਮਤਲਬ ਸੀਰੀਜ਼ ਕਨਵਰਜੈਂਟ ਹੈ। ਸੀਰੀਜ਼ ਕਨਵਰਜੈਂਟ ਮਤਲਬ nth ਟਰਮ ਦੀ ਲਿਮਿਟ 0। ਇਹਦਾ ਵੀ ਸੇਮ ਰੇਸ਼ੋ ਟੈਸਟ, L ਦੀ ਲਿਮਿਟ ਲੈਸ ਦੈਨ 1 ਹੈ ਮਤਲਬ ਸੀਰੀਜ਼ ਕਨਵਰਜੈਂਟ ਹੈ। ਸੀਰੀਜ਼ ਕਨਵਰਜੈਂਟ ਦਾ ਮਤਲਬ ਆਪਣੀ an ਦੀ ਟਰਮ ਦੀ ਲਿਮਿਟ ਜਿਹੜੀ ਆ ਉਹ 0। ਸੇਮ ਤੁਸੀਂ ਵੈਸੇ ਉਹਦੇ ਲਈ ਵੀ ਕਰ ਸਕਦੇ ਹੋ, ਰਾਬੇ ਟੈਸਟ ਤੇ ਲੋਗਰਿਥਮਿਕ ਟੈਸਟ ਲਈ ਵੀ। ਉਹਦੇ ਲਈ ਕਹਿੰਦਾ ਆਪਣੇ ਕੋਲ ਕੀ ਹੈ? ਗ੍ਰੇਟਰ ਦੈਨ 1 ਹੋਣਾ ਚਾਹੀਦਾ। ਅਗਰ ਗ੍ਰੇਟਰ ਦੈਨ 1 ਆ ਰਿਹਾ ਦੈਨ ਆਪਣੀ an ਦੀ ਲਿਮਿਟ ਕੀ ਆ? 0। ਠੀਕ ਹੈ ਜੀ, ਚਲੋ ਕੋਈ ਨਹੀਂ, ਮੈਂ ਆਪਾਂ ਇਹਨੂੰ ਐਜ਼ ਅ ਕੁਐਸਚਨ ਕਿਤੇ ਨਾ ਕਿਤੇ ਆਪਾਂ ਜ਼ਰੂਰ ਵੇਖਾਂਗੇ। ਇਹ ਅੱਜ ਨਹੀਂ ਤੇ ਕੱਲ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਪੇਪਰ 'ਚ ਪੱਕਾ ਮਿਲੇਗਾ। ਹਾਲਾਂਕਿ ਤੁਸੀਂ ਕੋਈ ਸਟੈਂਡਰਡ ਬੁੱਕ ਚੁੱਕੋਗੇ ਨਾ ਸੀਕੁਐਂਸਿਸ ਦੀ, ਉਹਦੇ 'ਚ ਥਿਰਮ ਲਿਖੀ ਵੀ ਹੁੰਦੀ ਹੈ। ਠੀਕ ਹੈ ਜੀ, ਕੁਐਸਚਨ ਨੰਬਰ 20th if bn be increasing and bounded sequence then which of the following is false? ਆਪਾਂ ਨੂੰ ਪਤਾ ਹੈ bounded increasing sequence ਹਮੇਸ਼ਾ ਕੀ ਹੁੰਦੀ ਆ? ਕਨਵਰਜੈਂਟ। ਉਹ ਯਾਦ ਹੈ ਨਾ, bounded above increasing sequence ਆਪਣੇ least upper bound ਨੂੰ ਕਨਵਰਜ ਕਰਦੀ ਆ, ਤੇ bounded below decreasing sequence ਆਪਣੇ greatest lower bound ਨੂੰ ਕਨਵਰਜ ਕਰਦੀ ਆ। ਹਮੇਸ਼ਾ ਕਨਵਰਜੈਂਟ ਦੇ ਆਪਣੇ ਨੋਟਸ ਵਿੱਚ ਲਿਖਿਆ ਹੈ। then which of the following is false ਪੁੱਛਿਆ ਨੇ, ਕਹਿੰਦਾ ਆਪਸ਼ਨ B ਕਹਿੰਦਾ bn is convergent, ਇਹ true ਆ। ਆਪਸ਼ਨ B bn is divergent ਇਹ ਗਲਤ ਹੁੰਦਾ ਹੈ। ਸੋ ਆਪਸ਼ਨ B is right answer। ਠੀਕ ਹੈ, bn is monotone, ਉਹਦੇ ਕੁਐਸਚਨ ਵਿੱਚ ਦਿੱਤਾ ਹੀ ਇੰਕਰੀਜ਼ਿੰਗ ਹੈ ਤੇ ਮੋਨੋਟੋਨ ਹੈਗੀ ਆ, ਤੇ ਕਨਵਰਜੈਂਟ ਤੇ ਕੌਸ਼ੀ ਵੀ ਹੈਗੀ ਆ। ਸੋ ਡੀ ਵੀ ਸਹੀ ਹੈ, ਉਹਨੇ ਗਲਤ ਪੁੱਛਿਆ ਸੀ, ਆਪਸ਼ਨ B ਆਏਗਾ ਕੱਲਾ। which one of the following is not true? ਇਹਦੀ ਲਿਮਿਟ ਕਿੰਨੀ? 3 ਹੋਣੀ ਹੈ ਜੀ। ਠੀਕ ਹੈ, ਸੌਖਾ ਹੀ ਆ। ਆਪਾਂ ਦੱਸਿਆ ਇਹਦੇ ਬਾਰੇ ਕਿ ਅਗਰ ਉੱਪਰ ਪੋਲੀਨੋਮੀਅਲ ਹੋਏ ਥੱਲੇ ਪੋਲੀਨੋਮੀਅਲ ਹੋਏ, ਦੋਵਾਂ ਦੀ ਡਿਗਰੀ ਸੇਮ ਹੋਏ, ਡਿਗਰੀ 1 ਹੈ, ਤਾਂ ਲਿਮਿਟ ਕਿੱਦਾਂ ਕੱਢਦੇ ਆ? ਇਹਦਾ ਹਾਈਐਸਟ ਇਹਦਾ ਕੋਐਫੀਸ਼ੀਐਂਟ ਡਿਵਾਈਡਡ ਬਾਈ ਇਹਦਾ ਕੋਐਫੀਸ਼ੀਐਂਟ। ਸੋ ਦਿਸ ਵਿਲ ਬੀ 3/1, ਦੈਟ ਇਜ਼ ਲਿਮਿਟ 3 ਆਏਗੀ, 1 ਨਹੀਂ ਆਏਗੀ। ਸੋ ਆਪਸ਼ਨ A is not true। ਆਪਸ਼ਨ A ਆਪਣਾ ਸਹੀ ਆਨਸਰ ਆ ਗਿਆ। ਠੀਕ ਹੈ ਜੀ, ਇਹ ਬਾਕੀ ਆਪਾਂ ਨੂੰ ਸੌਖੇ ਕਰ ਲਓਗੇ ਤੁਸੀਂ। ਇਹ ਆਪਣਾ ਹੁੰਦਾ ਕਿੰਨਾ? ਇਹਦਾ ਸਮ ਹੁੰਦਾ ਆਪਣੇ ਕੋਲ n² ਕੈਂਸਲ ਹੋ ਗਿਆ ਤੇ ਕਨਸਟੈਂਟ ਸੀਕੁਐਂਸ ਬਣ ਗਈ, ਲਿਮਿਟ ਕਿੰਨੀ ਆ ਗਈ? 1। ਠੀਕ ਹੈ, ਇੱਥੇ ਵੀ ਦੇਖੋ √n ਉੱਪਰ ਕੌਣ ਹੈ ਜੀ? 2, ਥੱਲੇ 1, ਸੋ ਦੀ ਲਿਮਿਟ 2 ਆ ਜਾਣੀ। ਇਹ ਵੀ ਠੀਕ ਹੈ, ਇਹ ਆਪਾਂ ਕੱਢੀ ਕਲਾਸ 'ਚ ਹਮੇਸ਼ਾ ਹੀ 1 ਹੁੰਦੀ ਹੈ, ਇਹ ਵੀ ਟਰੂ ਹੈ ਜੀ। ਇਹ ਕੁਐਸਚਨ ਆਪਾਂ ਕਰ ਚੁੱਕੇ ਹਾਂ, ਅੱਜ ਕੀਤਾ ਹੈ ਆਪਾਂ ਆਪਸ਼ਨ D। ਠੀਕ ਹੈ ਜੀ, ਇਹਦਾ ਆਨਸਰ ਯਾਦ ਕਰ ਲਓ, ਇਹਦਾ ਆਨਸਰ ਨਾ ਭੁੱਲੇ ਤੁਹਾਨੂੰ, ਪੇਪਰ 'ਚ ਸਿੱਧਾ ਆ ਜਾਂਦਾ ਹੁੰਦਾ ਕੁਐਸਚਨ। ਇਹ ਕੁਐਸਚਨ ਪੇਪਰ 'ਚ ਸਿੱਧਾ ਵੇਖਿਆ ਗਿਆ, ਬਹੁਤ ਵਾਰ ਬੜੇ ਪੇਪਰਾਂ 'ਚ ਵੇਖਿਆ ਗਿਆ। ਛੋਟੇ ਤੋਂ ਛੋਟੇ ਲੈਵਲ ਤੋਂ ਲੈ ਕੇ TIFR ਦੇ ਲੈਵਲ ਤੱਕ ਇਹ ਕੁਐਸਚਨ ਪੇਪਰ 'ਚ ਐਜ਼ ਇਟ ਇਜ਼ ਵੇਖਿਆ ਗਿਆ ਹੈ ਬਹੁਤ ਵਾਰ। ਇਹਦਾ ਆਨਸਰ ਯਾਦ ਕਰ ਲਓ, ਮੈਨੂੰ ਯਾਦ ਹੈ, ਤੁਸੀਂ ਵੀ ਕਰ ਲਓ। ਠੀਕ ਹੈ ਜੀ,
ਵੈਸੇ ਆਪਾਂ ਕਲਾਸ ਚ ਕੀਤਾ ਹੈ, ਸਮਝਾਉਣ ਦੀ ਲੋੜ ਤੇ ਨਹੀਂ ਹੈ ਜੀ, ਵੈਸੇ ਆਪਾਂ ਕਰ ਚੁੱਕੇ ਹਾਂ ਸਵਾਲ ਅੱਜ, ਪਰ ਆਨਸਰ ਦਾ ਜ਼ਰੂਰ ਯਾਦ ਕਰ ਲਓ, ਹੋ ਸਕਦਾ ਹੈ ਪਰ ਸਿੱਧਾ ਹੀ ਮਿਲ ਜਾਏ ਆਪਾਂ ਨੂੰ ਕੁਐਸਚਨ। ਦ ਸੀਕੁਐਂਸ ਐਕਸ਼ਨ ਪੁੱਛਿਆ ਨੇ ਜੀ, ਇੰਕਰੀਜ਼ਿੰਗ ਐਂਡ ਬਾਉਂਡਡ, ਡਿਕਰੀਜ਼ਿੰਗ ਐਂਡ ਬਾਉਂਡਡ, ਇੰਕਰੀਜ਼ਿੰਗ ਬਟ ਨਾਟ ਬਾਉਂਡਡ, ਡਿਕਰੀਜ਼ਿੰਗ ਬਟ ਨਾਟ ਬਾਉਂਡਡ। ਹਾਂਜੀ ਸੀਕੁਐਂਸ, ਇਹਦੀ ਲਿਮਿਟ ਕੱਢਾਂਗੇ ਆਪਾਂ, ਇਨਫਿਨਿਟੀ ਨੂੰ ਜਾਵੇਗੀ, ਇਹ ਟਰਮ ਇਨਫਿਨਿਟੀ ਨੂੰ ਜਾਵੇਗੀ ਗਾਂ, ਇਦਾਂ ਇੱਕ ਆਦੀ ਐਕਸਪੈਂਸ਼ਨ ਬਣ ਜਾਂਦੀ ਹੈ ਆਪਣੇ ਕੋ e ਦੀ, ਤੇ ਲਿਮਿਟ ਕਿੰਨੀ ਆ ਜਾਣੀ ਆਪਣੇ ਕੋ e, ਠੀਕ ਹੈ ਜੀ। ਤੋ ਕਨਵਰਜੈਂਟ ਤੇ ਹੈਗੀ ਆ, ਠੀਕ, ਕਨਵਰਜੈਂਟ ਤੇ ਹੈਗੀ ਆ। ਸੋ x1 ਕੱਢਾਂਗੇ ਅਗਰ ਆਪਾਂ, ਆਪਣੇ ਕੋ ਕਿੰਨਾ ਆਏਗਾ ਜੀ, x1 ਆ ਜਾਏਗਾ ਆਪਣੇ ਕੋ 1 plus 1 by 1 factorial, x2 ਕਿੰਨਾ ਆਏਗਾ ਜੀ 1 plus 1 by 1 factorial plus 1 by 2 factorial, x3 ਕਿੰਨਾ ਆਏਗਾ ਜੀ 1 plus 1 by 1 factorial 1 by 2 factorial plus 1 by 3 factorial। ਕੋਈ ਏਦਾਂ ਦਾ ਬੱਚਾ ਤਾਂ ਨਹੀਂ ਹੈਗਾ ਆਪਣੀ ਕਲਾਸ ਜਿਹਨੂੰ ਲੱਗਦਾ ਹੈਗਾ ਕਿ x1 ਆਪਣਾ 1 ਆਏਗਾ ਕੱਲਾ, ਕੋਈ ਹੈ ਤਾਂ ਨਹੀਂ ਸਰ? ਨਹੀਂ ਆ ਇੱਥੇ 1 ਹੀ ਆਏਗਾ ਜੀ, ਧਿਆਨ ਨਾਲ ਵੇਖੋ, ਇੱਥੇ ਸਹੀ ਆਏਗਾ ਜੀ, ਆਏਗਾ ਕਿਉਂ ਨਹੀਂ ਆਏਗਾ, ਸਾਰੇ ਹੋਣੇ ਚਾਹੀਦੇ ਆ, ਫਸਟ 1 ਆਏਗਾ। ਤੁਸੀਂ ਕਰਾਇਆ ਤਾਂ ਸੀ 2 ਆਇਆ ਸੀ ਜਿਹਦਾ ਆਨਸਰ। ਉੱਥੇ ਬੇਟਾ ਇੱਥੇ n ਫੈਕਟੋਰੀਅਲ ਸੀਗਾ, ਆਈ ਥਿੰਕ ਇੱਥੇ n-1 ਫੈਕਟੋਰੀਅਲ ਹੈ, ਠੀਕ ਹੈ। n ਨੂੰ 1 ਪੁੱਟ ਕਰਾਂਗੇ, ਸਿਰਫ 0 ਫੈਕਟੋਰੀਅਲ ਤੱਕ ਆਨਸਰ ਆਉਣਾ ਹੈ, ਠੀਕ ਹੈ ਜੀ, ਇੱਥੇ 1 ਆਏਗਾ, ਧਿਆਨ ਰੱਖਣਾ ਇਸ ਟਰਮ ਦਾ, ਇਸ ਦਾ, ਠੀਕ ਹੈ ਜੀ। ਇੱਥੇ ਕੀ ਹੈ, ਉੱਥੇ n ਫੈਕਟੋਰੀਅਲ ਸੀਗਾ ਆਪਣੇ ਕੋ, ਠੀਕ। x2 ਫਿਰ ਕਿੰਨਾ ਆਏਗਾ 1 by 1 ਫੈਕਟੋਰੀਅਲ, x3 ਕਿੰਨਾ ਆਏਗਾ 1 plus 1 by 1 ਫੈਕਟੋਰੀਅਲ plus 1 by 2 ਫੈਕਟੋਰੀਅਲ। ਧਿਆਨ ਰੱਖੋ ਨਾ, ਜਦੋਂ ਇੱਥੇ ਆਪਣਾ n ਹੁੰਦਾ ਹੈ, ਇੱਥੇ n-1 ਹੁੰਦਾ ਹੈ, ਮਤਲਬ ਜਦੋਂ ਇੱਥੇ ਆਪਣਾ 3 ਹੋਇਆ, ਇੱਥੇ ਆਪਣਾ ਲਾਸਟ ਟਰਮ 2 ਹੋਣੀ ਚਾਹੀਦੀ, ਤੇ ਜੋ 2 ਹੈ ਇੱਥੇ 1 ਹੋਣਾ ਚਾਹੀਦਾ, ਜਦੋਂ 1 ਪੁੱਟ ਕਰਾਂਗੇ ਇੱਥੇ 0 ਹੋਣਾ ਚਾਹੀਦਾ, ਸਿਰਫ 0 ਫੈਕਟੋਰੀਅਲ ਦਾ ਕਰਾਣਾ ਆਪਾਂ, ਗਿਣੀ ਜਾਣਾ। ਸੋ ਹਰ ਸਟੈਪ ਦੇ ਉੱਪਰ ਕੋਈ ਪੋਜ਼ਿਟਿਵ ਟਰਮ ਐਡ ਹੁੰਦੀ ਹੈ, ਪਹਿਲਾਂ h1 ਐਡ ਹੋਇਆ, ਫਿਰ x2 ਦੇ ਵਿੱਚ ਕੋਈ ਹੋਰ ਪੋਜ਼ਿਟਿਵ ਐਡ ਹੋ ਗਿਆ, ਪੋਜ਼ਿਟਿਵ ਐਡ ਹੋ ਰਿਹਾ ਹਰ ਇੱਕ ਟਰਮ ਦੇ ਉੱਪਰ, ਮਤਲਬ ਸੀਕੁਐਂਸ ਕੀ ਆਪਣੀ ਇੰਕਰੀਜ਼ਿੰਗ ਹੈ, ਠੀਕ ਹੈ ਜੀ। ਸੋ ਇੰਕਰੀਜ਼ਿੰਗ ਐਂਡ ਬਾਉਂਡਡ, ਕਿਉਂਕਿ ਕਨਵਰਜੈਂਟ ਤੇ ਬਾਉਂਡਡ ਪੱਕਾ ਹੋਣੀ ਆ, ਦਿਸ ਇਜ਼ ਆਪਸ਼ਨ ਏ, ਠੀਕ ਹੈ ਜੀ। ਸਰ ਤੁਸੀਂ ਇਹਦੀ ਲਿਮਿਟ e ਕਿਵੇਂ ਦੱਸੀ ਸੀ? ਦੇਖੋ ਬੇਟਾ, ਜਦੋਂ ਆਪਾਂ xn ਇਦਾਂ ਹੈ ਨਾ, ਆਪਣੇ ਕੋਲ xn ਆਪਣੇ ਕੋਲ ਹੈ 1 plus 1 by 1 factorial plus 1 by 2 factorial plus 1 by 3 factorial ਐਂਡ ਇਦਾਂ 1 by n-1 factorial ਤੱਕ ਜਾਂਦਾ ਹੈ। ਜਦੋਂ ਮੈਂ ਇੱਥੇ ਲਿਮਿਟ ਲਗਾ ਦੂੰਗਾ ਇੱਥੇ, ਠੀਕ ਹੈ, ਤਾਂ ਇਹ ਟਰਮ ਇਨਫਿਨਿਟੀ ਤੱਕ ਚੱਲ ਜਾਏਗੀ, ਫਿਰ ਇੱਥੇ ਰੁਕਣਾ ਤਾਂ ਨਹੀਂ n ਤੇ, ਐਕਸਪੈਂਸ਼ਨ ਕਾਦੀ ਹੁੰਦੀ ਹੈ, ਕਾਦੀ ਵੈਲਿਊ ਆ e ਦੀ, ਕੱਲ ਲਿਖੀ ਸੀ ਕਲਾਸ ਚ ਆਪਾਂ, ਠੀਕ ਹੈ, ਯਾਦ ਕਰ ਲੈਣੀ, e ਦੀ ਐਕਸਪੈਂਸ਼ਨ ਇਹ ਹੁੰਦੀ ਹੈ, e raised to power x ਆਪਣੇ ਕੋਲ ਹੁੰਦਾ ਨਾ 1 plus x plus x square by 2 factorial plus x cube by 3 factorial like this। x ਨੂੰ 1 ਪੁੱਟ ਕਰ ਦੋ, ਤੁਹਾਡੇ ਕੋਲ ਆ ਜਾਏਗਾ this, ਠੀਕ ਹੈ ਜੀ, ਇੱਥੋਂ ਆ ਗਿਆ e। 24 ਕੁਐਸਚਨ ਆਪਣੇ ਪੁਰਾਣੇ ਕੁਐਸਚਨ ਦੇ ਨਾਲ ਦਾ ਹੈ, ਪਰ ਥੋੜੇ ਧਿਆਨ ਨਾਲ ਇਹਨੂੰ ਕਰਨਾ ਪੈਣਾ, ਠੀਕ ਹੈ। ਇਸ ਲੈਵਲ ਦਾ ਕੁਐਸਚਨ ਆਈ ਥਿੰਕ ਪੇਪਰਸ ਨਹੀਂ ਵੇਖਣ ਨੂੰ ਮਿਲੂਗਾ ਕਦੀ ਆਪਾਂ ਨੂੰ, ਪਰ ਥੋੜਾ ਜਿਹਾ ਧਿਆਨ ਨਾਲ ਫਿਰ ਵੀ ਵੇਖ ਲੈਂਦੇ ਆ। ਓਕੇ ਜੀ, ਕਹਿੰਦਾ x1 4 ਹੈ, ਇੱਥੇ ਆਪਣਾ x1 ਦਿੱਤਾ ਉਹਨੇ, ਠੀਕ ਹੈ ਜੀ। ਕਹਿੰਦਾ ਬਾਕੀ ਜਿਹੜੀ ਸੀਕੁਐਂਸ ਇਸ ਕੰਡੀਸ਼ਨ ਨੂੰ ਸੈਟੀਸਫਾਈ ਕਰਦੀ ਹੈ, ਸਕੁਏਅਰਿੰਗ ਕਰ ਲਓ, ਥੋੜਾ ਸੌਖਾ ਵੇਖਦੇ ਹਾਂ ਆਪਾਂ। ਇਹ ਬਣ ਗਿਆ xn plus 1 ਦਾ ਸਕੁਏਅਰ ਮਾਈਨਸ xn minus 2, ਠੀਕ ਹੈ। ਆਪਣਾ ਤਰੀਕਾ ਕੀ ਸੀਗਾ ਕਿ xn plus 1 ਤੇ xn ਦੀ ਜਗ੍ਹਾ ਤੇ ਆਪਾਂ ਕੀ ਪੁੱਟ ਕਰਨਾ, l ਪੁੱਟ ਕਰ ਦੋ, ਲਿਮਿਟ ਕੱਢ ਕੇ ਵੇਖੋ ਫਿਰ ਕੀ ਬਣਦਾ, ਵੇਖਨੇ ਆਪਾਂ ਕੀ ਬਣਦਾ ਜੀ। l ਸਕੁਏਅਰ minus l minus 2 equal to 0, ਹਾਂਜੀ ਕੀ ਬਣ ਗਿਆ l ਸਕੁਏਅਰ minus 2l plus 1 minus plus l minus 2 equal to 0, l ਕਾਮਨ ਕੱਢਿਆ ਜੀ, ਹਾਂਜੀ ਰੂਟਸ ਕੀ ਹੋਣਗੇ ਜੀ ਦੱਸੋ ਮੈਨੂੰ। ਸਰ 2 minus 1, ਸਰ 2 minus 1, 2 ਤੇ -1, ਠੀਕ ਸਿੱਧਾ ਹੀ। ਸੋ l ਆਪਣਾ ਕੀ ਹੋਏਗਾ, ਜਾਂ ਤਾਂ 2 ਹੋਏਗਾ ਜਾਂ ਫਿਰ -1 ਹੋਏਗਾ, ਠੀਕ ਹੈ ਜੀ। ਸੋ ਆਪਸ਼ਨ ਏ ਤੇ ਕੈਂਸਲ ਹੋ ਗਈ, ਆਪਸ਼ਨ ਸੀ ਵੀ ਕੈਂਸਲ ਹੋ ਗਈ, ਠੀਕ ਹੈ ਜੀ। तो -1 अपने को है नहीं, अगर माइनस वाले तो नन ऑफ दीज बन जाएगा, 2 आया तो अपना 2 बन जाएगा। ਹੁਣ ਥੋੜਾ ਜਿਹਾ ਦੇਖਣਾ ਪੈਣਾ ਧਿਆਨ ਨਾਲ। ਹੁਣ ਵੇਖੋ ਜੀ ਕੀ ਹੈ ਜੀ ਆਪਣੇ ਕੋਲ, ਕਿ ਪਹਿਲੀ ਟਰਮ 4 ਹੈ, x1 ਕਿੰਨਾ ਹੈ 4, x2 ਕੱਢ ਕੇ ਵੇਖੋ ਕਿੰਨਾ ਬਣ ਜਾਏਗਾ 2 plus 4 ਦਾ ਰੂਟ,
√6 ठीक है, this is √6, this is less than √9, मतलब 3 ਤੋਂ ਛੋਟੀ ਟਰਮ ਹੈ। ਠੀਕ ਹੈ, ਵੇਨੇ ਕੀ ਬਣਦਾ ਕਰੀ x3 ਕੱਢ ਕੇ ਵੇਨੇ x3 ਕਿੰਨਾ ਆਏਗਾ ਜੀ 5 ਆ ਜਾਏਗਾ ਇੱਥੇ, ਨਹੀਂ ਕਿੰਨਾ x2 ਆਪਣਾ ਕਿੰਨਾ ਹੈਗਾ √6 ਆਇਆ ਸੀਗਾ, ਮੁਸ਼ਕਿਲ ਬੰਦ ਰਹਿਣਾ ਇਹਨੇ ਰਹਿਣ ਦੋ। ਠੀਕ ਹੈ, ਕਿ ਇੱਥੇ ਸਰ ਰੂਟ ਦੇ ਅੰਦਰ ਰੂਟ ਹੋਏਗਾ। हाँ हाँ जी सर इससे ऐसे भी कर सकते हैं कि पॉजिटिव टर्म सीक्वेंस मतलब पॉजिटिव टर्म्स की सीक्वेंस बन रही है तो उसकी जो लिमिट है वो कभी भी नेगेटिव हाँ, नहीं आ सकती। तो ये भी कर लो, ऐसे ही कर लो। ठीक है, पॉजिटिव टर्म्स की सीक्वेंस है तो -1 तो आ नहीं सकती, तो 2 ही आएगी। ठीक है, ऑप्शन बी। ठीक है, इतना कर लो। ठीक, मैं मिस करता हूँ पॉइंट, थैंक यू जी, वेरी गुड। ठीक है, सो द लिमिट जो आएगी 2 ही आ सकती, नेगेटिव नहीं आनी। ठीक है जी, क्वेश्चन नंबर 25, द सीक्वेंस दिस, ਇਹਦੀ ਲਿਮਿਟ ਪੁੱਛੀ ਹੈ, ਇਹਦਾ ਆਪਾਂ ਬੜੀ ਵਾਰੀ ਕਰ ਚੁੱਕੇ ਹਾਂ। ਇਹ ਚੋਂ -1 ਕਰੋ, ਇਹਨਾਂ ਮਲਟੀਪਲਾਈ ਕਰੋ, ਲਿਮਿਟ ਕੱਢੋ, ਇਹਦੀ ਪਾਵਰ ਬਣਾ ਦਿਓ। ਇਹ ਚੋਂ -1 ਕੀਤਾ ਬਣ ਗਿਆ 1/n+1, n ਨਾਲ ਮਲਟੀਪਲਾਈ ਕੀਤਾ, ਲਿਮਿਟ ਕੱਢੀ ਕਿੰਨੀ ਆ ਗਈ 1, ਇਹਦੀ ਪਾਵਰ ਬਣਾਤੀ e⁻1 that is e, ਆਪਸ਼ਨ ਏ। ਠੀਕ ਹੈ ਜੀ, ਯੈਸ ਸਰ। ਇਹ ਕੁਐਸਚਨ ਆਪਾਂ ਬਹੁਤ ਵਾਰ ਕਰ ਚੁੱਕੇ ਦੇ ਨਾਲ ਦੇ ਕੁਐਸਚਨ ਆਪਾਂ। 26 ਇਹ ਆਪਾਂ ਗੱਲ ਕਰ ਚੁੱਕੇ ਹਾਂ ਜੀ। ਦਿਸ ਇਜ਼ Cauchy's first theorem, this is equal to what, n going to infinity, nth term this ਲਿਮਿਟ ਦੇ ਬਰਾਬਰ ਹੁੰਦਾ ਹੈ e⁻1/n, n ਇਨਫਿਨਿਟੀ ਨੂੰ ਗਿਆ 0 ਹੋ ਗਿਆ, e⁻0 that is equal to 1, option B। ਠੀਕ ਹੈ ਜੀ, ਠੀਕ ਹੈ ਜੀ। ਨੈਕਸਟ ਇਹ ਪੁੱਛਿਆ n ਫੈਕਟੋਰੀਅਲ ਬਾਈ n ਦੀ ਪਾਵਰ n, ਇਹਨੂੰ ਫਿਰ ਉਹੀ ਕੰਮ ਕਰੋ ਆਪਣਾ, an+1/an ਦੀ ਲਿਮਿਟ ਕੱਢ ਕੇ ਵੇਖੋ ਕਿੰਨੀ ਆਉਂਦੀ ਹੈ। ਇਹ ਬਣ ਜਾਏਗਾ ਆਪਣੇ ਕੋ n+1 ਦਾ ਫੈਕਟੋਰੀਅਲ ਅਪਨ n+1 ਦੀ ਪਾਵਰ n, ਇੱਥੇ ਬਣ ਜਾਏਗਾ n ਦੀ ਪਾਵਰ n ਅਪਨ n ਫੈਕਟੋਰੀਅਲ। ਠੀਕ ਹੈ ਜੀ, तो सर डिनोमिनेटर होएगा। हाँ जी सर डिनोमिनेटर में n+1 रेज़्ड पर n+1 आएगा। ओके जी, ओके ठीक। इथे बन जाएगा अपने को n+1 इंटू n फैक्टोरियल, इथे n दी पावर n है, नीचे नु n+1 का लिख दो इंटू n+1 दी पावर n लिख दो, नीचे n फैक्टोरियल ना कैंसिल हो गया, n+1 ना कैंसिल हो गया, वो n दी पावर n नीचे ले आओ, बन जाएगा अपने को n+1 बाय n दी पावर n, इधर लिख लो इतना 1+1 बाय n दी पावर n, ते लिमिट कितनी आ गई जी 1/e, दिस इज लेस देन 1 आ गई, अपने सीक्वेंस किने कन्वर्ज कर दिया जी 0 नु, सो किने कन्वर्ज करेगी 0 नु, सो दिस सीक्वेंस इज कन्वर्जेंट। ठीक है जी, यस सर, यस सर। then which of the following is convergent? ठीक है, 2 ਦੀ ਪਾਵਰ n by n ਫੈਕਟੋਰੀਅਲ। ਠੀਕ ਹੈ ਜੀ, ਵੇਖੋ ਇਹਨੂੰ ਕਰੋ ਕਿੰਨਾ ਆਨਸਰ ਆਉਂਦਾ। ਸਰ ਉੱਪਰ ਵਾਲੇ ਚ ਨੀਚੇ e ਕਿਵੇਂ ਲਗਾਇਆ ਹੈ? ਇਹਦੀ ਲਿਮਿਟ ਕੱਢੋ ਜੀ ਕਿੰਨੀ ਆਈ 1+1/n ਦੀ ਪਾਵਰ n ਦੀ ਲਿਮਿਟ। ਇਹ ਤਰੀਕਾ, ਇਹ ਕੁਐਸਚਨ ਲੱਗ ਗਿਆ ਸੀ ਪਤਾ 25th? ਹਾਂਜੀ ਸਰ, ਬਿਲਕੁਲ ਸੇਮ ਤਰੀਕਾ ਜੀ ਫਿਰ ਤੇ। ਨਹੀਂ ਸੱਚੋ ਮੇਰਾ ਮਿਸ ਹੋਇਆ, ਮਤਲਬ ਥੋੜਾ ਜਿਹਾ ਇਹ ਤਰੀਕਾ ਦੱਸਿਆ ਨਾ ਆਪਣੇ ਕੋਲ 1⁻∞ ਵਾਲਾ ਸਮ ਕਰਨ ਦਾ, ਇਹ ਚੋਂ 1 ਮਾਈਨਸ ਕਰ ਦੋ, 1/n+1 ਬਚ ਗਿਆ, ਉਹਨੂੰ ਇੰਨਾ ਮਲਟੀਪਲਾਈ ਕਰ ਦਿੰਨੇ, ਫਿਰ ਆਪਾਂ ਇਹਦੀ ਲਿਮਿਟ ਕੱਢ ਦਿੰਨੇ ਕਿੰਨੀ ਹੁੰਦੀ 1, ਜਿੰਨੀ ਲਿਮਿਟ ਆ ਜਾਏ ਉਹਨੂੰ e ਦੀ ਪਾਵਰ ਬਣਾ ਦਿੰਦਾ e⁻1 that is e ਲਿਮਿਟ ਆ ਜਾਂਦੀ। ਠੀਕ ਹੈ ਸਰ, ਠੀਕ, ਉਹੀ ਤਰੀਕਾ ਜੀ, ਸੇਮ ਤਰੀਕੇ ਨਾਲ ਇੱਥੇ 1+1/n ਦੀ ਪਾਵਰ n ਦੀ ਲਿਮਿਟ ਕੱਢਣੀ ਆਪਾਂ, ਇਹ ਚੋਂ 1 ਮਾਈਨਸ ਕੀਤਾ 1/n ਆ ਗਿਆ, n ਨਾਲ ਇਹਨੂੰ ਮਲਟੀਪਲਾਈ ਕਰ ਦੋ, n ਕੈਂਸਲ ਹੋ ਗਿਆ, 1 ਆ ਗਿਆ। ਠੀਕ ਹੈ ਜੀ, ਇਹ ਕੁਐਸਚਨ ਤੁਸੀਂ ਖੁਦ ਕਰਨਾ ਸੀ, ਇਹ ਨਹੀਂ ਮੈਂ ਕਰ ਰਿਹਾ, ਇਹਨੂੰ ਖੁਦ ਕਰਨਾ ਹੈ, ਇਹਨੂੰ ਖੁਦ ਕਰੋ। ਠੀਕ ਹੈ, 28 ਈਜ਼ੀ ਆ ਜੀ, ਹੋ ਜਾਏਗਾ। ਠੀਕ ਹੈ, ਇਹਨੂੰ ਟਰਾਈ ਕਰਨਾ, ਠੀਕ ਹੈ, ਟਰਾਈ ਕਰਨਾ। ਨੈਕਸਟ ਇਜ਼ an is equal to -1 ਦੀ ਪਾਵਰ n into n is any sequence which of the following is true? an has a unique limit point। देखो लिमिट की पहला बनती है अपने को -1, then बनता है 2, then -3, then 4, then
ਜਾਂ ਤੁਸੀਂ ਇਹਨੂੰ ਵੰਡ ਲਓ, n ਨੂੰ ਆਡ ਵਾਲੇ ਵੱਖਰੇ ਕੱਢ ਲਓ, a2n ਕਿੰਨਾ ਬਣੇਗਾ ਆਪਣੇ ਕੋਲ, ਹਾਂਜੀ 2n ਐਂਡ a2n minus 1 ਕਿੰਨਾ ਬਣੇਗਾ ਜੀ ਆਪਣੇ ਕੋ, -2n minus 1। ਇਹ ਲੱਗ ਗਿਆ ਪਤਾ ਜੀ ਕਿੱਦਾਂ ਹੈ? ਯੈਸ ਸਰ। यस ठीक है। सर। ਇੱਥੋਂ ਕੀ ਬਣੇਗਾ ਆਪਣੇ ਕੋਲ, 2n ਪੁੱਟ ਕਰਾਂਗੇ ਆਪਣੇ ਕੋਲ 2 1, ਠੀਕ ਹੈ ਜੀ, 4 6 8 10 ਇਦਾਂ ਬਣ ਰਿਹਾ। ਇੱਥੋਂ ਆਪਣੇ ਕੋਲ ਬਣ ਰਿਹਾ ਜੀ ਆਪਣੇ ਕੋਲ ਕਿੰਨਾ, -1 -3 -5 -7 -9। ਦੇਖੋ ਇਹਦੀ ਵੀ ਕੋਈ ਲਿਮਿਟ ਪੁਆਇੰਟ ਨਹੀਂ ਬਣ ਰਿਹਾ ਹੈ ਨਾ, ਡਾਇਵਰਜ ਕਰਦੀ ਹੈ, ਇਹਦੀ ਵੀ ਲਿਮਿਟ ਨਹੀਂ ਬਣਦੀ, ਕੋਈ ਆਪਣੇ ਕੋਲ ਲਿਮਿਟ ਪੁਆਇੰਟ ਨਹੀਂ ਆਇਆ। ਸੋ ਦਿਸ ਇਜ਼ ਹੈਜ਼ ਨੋ ਲਿਮਿਟ ਪੁਆਇੰਟ। ਠੀਕ ਹੈ ਜੀ, ਯੈਸ। ਠੀਕ ਹੈ, ਸੋ ਇਹ ਤੇ ਖਤਮ ਹੈ ਜੀ। ਓਕੇ ਜੀ, ਕੱਲ ਦੇ ਟੈਸਟ ਲਈ ਪ੍ਰਿਪੇਅਰ ਰਹੋ ਜੀ। ਕੱਲ ਦਾ ਟੈਸਟ ਆਪਣੇ ਕੋ ਜੋ ਆਪਣਾ ਜਿੱਦਾਂ ਪੁਰਾਣੇ ਚੱਲ ਰਹੇ ਉਦਾਂ ਹੀ ਹੋਏਗਾ, 40 ਕੁਐਸਚਨਸ 40 ਮਿੰਟਸ। ਤੇ ਪਲੀਜ਼ ਪਿਛਲੀ ਵਾਰ ਵੀ ਕੁਝ ਬੱਚਿਆਂ ਨੇ ਟੈਸਟ ਨਹੀਂ ਦਿੱਤਾ, ਕੁਝ ਦੀ ਜੈਨੂਇਨ ਪ੍ਰੋਬਲਮ ਸੀਗੀ, ਕੁਝ ਦੀ ਆਈ ਥਿੰਕ ਮੈਨੂੰ ਦੱਸਿਆ ਨਹੀਂ ਕਿਸੇ ਨੇ ਕੁਝ ਕੀ ਪ੍ਰੋਬਲਮ ਸੀ, ਟੈਸਟ ਕਿਉਂ ਨਹੀਂ ਦਿੱਤਾ। ਪਰ ਪਲੀਜ਼ ਏਦਾਂ ਨਾ ਕਰੋ, ਟੈਸਟ ਜ਼ਰੂਰ ਦਿਓ। ਜੋ ਬੈਨੀਫਿਟ ਆਪਾਂ ਨੂੰ ਟੈਸਟ ਨੇ ਕਰਨਾ ਹੈ, ਕਿਸੇ ਨੇ ਨਹੀਂ ਕਰਨਾ। ਠੀਕ ਹੈ, 40 ਕੁਐਸਚਨ 40 ਮਿੰਟਸ। ਇਸ ਵਾਰ ਟੈਸਟ ਸਿਰਫ ਕੱਲ ਰਾਤ ਤੱਕ ਅਵੇਲੇਬਲ ਹੋਏਗਾ, ਮੰਡੇ ਰਾਤ ਤੱਕ ਨਹੀਂ ਹੋਏਗਾ। ਅਦਰਵਾਈਜ਼ ਤੁਸੀਂ ਮੰਡੇ ਦੀ ਕਲਾਸ ਵੀ ਫਿਰ ਚੰਗੀ ਤਰ੍ਹਾਂ ਨਹੀਂ ਲਾਉਂਦੇ, ਕੋਈ ਬੱਚਾ ਲਾਉਂਦਾ ਹੈ ਕੋਈ ਨਹੀਂ ਲਾਉਂਦਾ। ਠੀਕ ਹੈ, ਸੋ ਟੈਸਟ ਦੀ ਅਵੇਲੇਬਿਲਿਟੀ ਹੋਏਗੀ ਸਵੇਰੇ 10 AM ਤੋਂ ਲੈ ਕੇ ਰਾਤੀ 10 PM ਤੱਕ, ਤੁਸੀਂ ਕਿਸੇ ਵੀ ਟਾਈਮ ਦੇ ਸਕਦੇ ਜੀ, ਓਨਲੀ ਸੰਡੇ ਨਾਟ ਮੰਡੇ। ਓਕੇ ਠੀਕ ਹੈ ਸਰ। ਜੀ, ਸਰ ਇੱਕ ਕੁਐਸਚਨ ਤੁਹਾਨੂੰ ਸੈਂਡ ਕੀਤਾ ਹੈਗਾ ਮੈਂ, ਉਹੀ ਜਿਹੜਾ ਹੁਣੇ ਪੁੱਛਿਆ ਸੀਗਾ ਤੁਹਾਨੂੰ ਕੋਚੀ ਸੀਕੁਐਂਸ ਵਾਲਾ, ਉਹ ਦੇਖਿਓ ਉਹੀ ਕੁਐਸਚਨ ਹੈ ਨਾ, ਇਹਦੇ ਵਿੱਚ ਕੋਈ ਸੈੱਟ ਵੀ ਨਹੀਂ ਦਿੱਤਾ ਹੋਇਆ ਓਪਨ ਜਾਂ ਰੀਅਲ। ਇੱਕ ਮਿੰਟ ਮੈਨੂੰ ਵੇਖ ਲੈਂਦਾ ਕਿਹੜਾ ਕੁਐਸਚਨ ਹੈ ਜੀ। ਐਗਜ਼ਾਮਪਲ ਨੰਬਰ 4 ਤੁਸੀਂ ਭੇਜੀ ਹੈ। ਹਾਂਜੀ ਸਰ, ਇਹ ਇਹ ਸੀਕੁਐਂਸ 1/n ਨਹੀਂ ਨਾ, ਇਹ ਸੀਰੀਜ਼ 1/n ਹੈ। ਓਕੇ ਠੀਕ ਸਰ। ਹੈ, ਇਹ ਸੀਰੀਜ਼ ਹੈ 1/n। ਇਹ ਇਦਾਂ ਹੀ ਆਪਣੇ ਕੋਲ ਇਹਦੇ ਬਾਰੇ ਪੁੱਛਿਆ ਉਹਨੇ, an ਉਹਨੇ ਇਹ ਡਿਫਾਈਨ ਕੀਤਾ ਆਪਣੇ ਕੋਲ 1 + 1/2 + 1/3। ਠੀਕ ਹੈ, ਇਹ ਸੀਕੁਐਂਸ ਹੈਗੀ, ਸੀਕੁਐਂਸ ਹੀ ਆ ਪਰ ਸੀਰੀਜ਼ ਦੀ ਫਾਰਮ ਵਿੱਚ। ਠੀਕ ਹੈ, ਉਹਨੇ ਇਹ ਪੁੱਛਿਆ ਕਹਿੰਦਾ ਸ਼ੋ ਕਰੋ ਕਨਵਰਜ ਨਹੀਂ ਕਰਦੀ, ਇਹ ਸ਼ੋ ਹੈ ਕਿ ਨਾਟ ਕੌਸ਼ੀ ਆ। ਮੰਨ ਲਓ ਤੁਹਾਨੂੰ ਪੇਪਰ ਚੋਂ ਇਹਦੇ ਬਾਰੇ ਪੁੱਛ ਲਿਆ ਕੌਸ਼ੀ ਹੈਗੀ ਕਿ ਕੌਸ਼ੀ ਜਾਂ ਕਨਵਰਜੈਂਟ ਕੀ ਹੈ। ਠੀਕ ਹੈ, ਕੌਸ਼ੀ ਔਰ ਨਾਟ ਕੌਸ਼ੀ ਪੁੱਛ ਲਿਆ ਪੇਪਰ ਚ, ਮੰਨ ਲਓ ਤੁਹਾਨੂੰ ਇਹ। ਆਪਾਂ ਨੂੰ ਪਤਾ ਹੈ ਕੌਸ਼ੀ ਕਿੱਦਾਂ ਚੈੱਕ ਕਰਦੇ ਆ ਆਪਾਂ, ਲਿਮਿਟ ਕੱਢ ਕੇ, ਜੇ ਕਨਵਰਜੈਂਟ ਆ ਜਾਏ ਤਾਂ ਕੌਸ਼ੀ ਆ, ਨਾ ਆਏ ਤਾਂ ਨਾਟ ਕੌਸ਼ੀ। ਦੀ ਲਿਮਿਟ ਕੱਢੋ ਜ਼ਰਾ ਕੀ ਆਏਗੀ। ਜੇਕਰ ਮੈਂ ਲਿਮਿਟ n ਟੈਂਡਿੰਗ ਟੂ ਇਨਫਿਨਿਟੀ ਪੁੱਟ ਕਰੂੰਗਾ, ਮੇਰੇ ਕੋ ਬਣ ਜਾਏਗਾ this will become 1। ਇੱਕ ਮਿੰਟ ਰੁਕੋ ਬੇਟਾ।